ਅੰਮ੍ਰਿਤ ਗਿਆਨ ਹੈ। ਮਾਨਕ ਭਗਤ ਬੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਸਤਿਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਭਗਤਾਰ। ਦੋਹਰਾ ਸਤਿਗੁਰ ਮਮ ਬੇਰੀ ਕਟਹੋ ਨਿਜ ਬੇਰੀ ਪਰਚਾਰ। ਇਸ ਬੇਰੀ ਹੋਇ ਭਵ ਸੁਫਲ ਬਿਨ ਬੇਰੀ ਕਰ ਪਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਮਮ ਬੇਰੀ ਕਟਹੋ। ਕਵੀ ਸੰਤੋਖ ਸਿੰਘ ਜੀ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਅਧਿਆਏ 69 ਚੈਪਟਰ 69 ਆਪ ਮੰਗਲਾਚਰਨ ਵਿੱਚ ਪ੍ਰਾਰਥਨਾ ਕਰਦੇ ਹਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੱਗੇ। ਕਵੀ ਸੰਤੋਖ ਸਿੰਘ ਜੀ ਇੱਥੇ ਇੱਕ ਲਫ਼ਜ਼ ਵਰਤਦੇ ਹਨ ਜੋ ਬੇਰੀ। ਇਹ ਬੇਰੀ ਨੂੰ 4 ਵਾਰੀ ਵਰਤਿਆ ਹੈ ਇਸ ਮੰਗਲ ਦੇ ਵਿੱਚ, ਤੇ ਚਾਰਾਂ ਦੇ 4 ਦੇ ਅਰਥ ਵੱਖਰੇ ਨੇ। ਸੋ ਇਹ ਕਮਾਲ ਕੀਤੀ ਹੈ ਜੋ ਕਵਿਤਾ ਦੀ ਪਿੰਗਲ ਦੀ, ਜੋ ਕਵੀ ਸੰਤੋਖ ਸਿੰਘ ਜੀ ਜੋ ਚੂੜਾਮਣੀ ਕਵੀ ਸਨ, ਤੇ ਇਹ ਜਿਹੜੀ ਹੈ ਉਹਨਾਂ ਦੇ ਹਿੱਸੇ ਆਈ। ਤੇ ਕਹਿੰਦੇ ਹਨ ਸਤਿਗੁਰੂ ਮਮ ਬੇਰੀ ਕਟਹੋ। ਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਮੇਰੀਆਂ ਬੇੜੀਆਂ ਜਿਹੜੀਆਂ ਹਨ, ਬੇੜੀਆਂ ਜਿਹੜੀਆਂ ਹੁੰਦੀਆਂ ਸ਼ੈਕਲਸ, ਤੇ ਜਿਹੜੀਆਂ ਮੇਰੀਆਂ ਹੱਥਾਂ ਪੈਰਾਂ ਵਿੱਚ ਪਈਆਂ ਹੋਈਆਂ ਬੇੜੀਆਂ ਹਨ, ਸ਼ੈਕਲਸ ਹਨ, ਇਹਨਾਂ ਨੂੰ ਕੱਟਣਾ ਕਰੋ। ਨਿਜ ਬੇਰੀ ਪਰਚਾਰ, ਤੇ ਆਪਣੀ ਬੇੜੀ ਮੀਨਸ ਆਪਣੇ ਬੋਟ ਦੇ ਉੱਤੇ ਆਪਣੇ ਨਾਮ ਰੂਪੀ ਜਹਾਜ਼ ਤੇ ਮੈਨੂੰ ਚੜਾ ਦੋ। ਇਸ ਬੇਰੀ ਹੋਇ ਭਵ ਸੁਫਲ ਬਿਨ ਬੇਰੀ ਕਰ ਪਾਰ। ਦੇਖੋ ਕਹਿੰਦੇ ਹੁਣ ਤੀਜੀ ਵਾਰੀ ਜਿਹੜਾ ਬੇਰੀ ਸ਼ਬਦ ਵਰਤਿਆ, ਇਸ ਬੇਰੀ ਹੋਇ ਭਵ ਸੁਫਲ। ਕਹਿਣਗੇ ਹੇ ਗੁਰੂ ਨਾਨਕ ਸੱਚੇ ਪਾਤਸ਼ਾਹ, ਇਸ ਮਨੁੱਖਾ ਜਨਮ ਦੇ ਸਮੇਂ ਜਿਹੜਾ ਹੁਣ ਦਾ ਪ੍ਰੈਜ਼ੈਂਟ ਟਾਈਮ ਮੇਰਾ ਸਫਲ ਹੋ ਜਾ, ਇਹ ਬੇਰੀ, ਇਹ ਚਾਂਸ, ਇਹ ਜਿਹੜਾ ਓਪਰਚੁਨਿਟੀ ਹੈ, ਇਹ ਜਿਹੜਾ ਮੌਕਾ ਹੁਣ ਹੈ, ਇਹ ਬੇਰੀ ਜਿਹੜੀ ਹੁੰਦੀ ਹੈ, ਕਹਿੰਦੇ ਇਹਦੇ ਨਾਲ ਮੇਰੀ ਸਫਲ ਹੋ ਜਾਵੇ, ਜਿਹਦੇ ਕਰਕੇ ਮੈਨੂੰ ਮੁਕਤੀ ਮਿਲ ਜਾਵੇ। ਬਿਨ ਬੇਰੀ ਕਰ ਪਾਰ। ਮਹਾਰਾਜ ਬਿਨਾ ਬੇਰੀ ਮੀਨਸ ਬਿਨਾ ਦੇਰੀ ਤੋਂ, ਬਿਨਾ ਡਿਲੇ ਤੋਂ ਮੈਨੂੰ ਪਾਰ ਕਰਨਾ ਕਰੋ। ਸੋ ਦੇਖੋ ਕਿੱਡਾ ਕਮਾਲ ਹੈ ਇਸ ਕਵਿਤਾ ਦਾ। ਇਹ ਬੇੜੀ ਸ਼ਬਦ ਨੂੰ 4 ਵਾਰੀ ਵਰਤਿਆ 4 ਡਿਫਰੈਂਟ ਅਰਥਾਂ ਦੇ ਵਿੱਚ, ਤੇ ਆਪਣਾ ਮੰਗਲ ਪੂਰਨ ਕੀਤਾ ਕਿ ਸਤਿਗੁਰੂ ਜੀ ਮੇਰੀਆਂ ਬੇੜੀਆਂ ਕੱਟੋ, ਮੈਨੂੰ ਆਪਣੇ ਨਾਮ ਰੂਪੀ ਬੇੜੀ ਤੇ ਚੜਾਓ। ਇਸ ਬੇਰੀ ਇਸ ਵਕਤ ਜਿਹੜਾ ਹੈ ਮੇਰਾ ਸਫਲਾ ਕਰੋ, ਇਹ ਜਨਮ ਸਫਲਾ ਕਰੋ। ਬਿਨ ਬੇਰੀ ਬਿਨਾ ਦੇਰੀ ਤੋਂ ਮੈਨੂੰ ਪਾਰ ਉਤਾਰ ਦੋ। ਸ੍ਰੀ ਬਾਲਾ ਸੁੰਦਰ ਵਾਚ ਚੌਪਈ ਸ੍ਰੀ ਗੁਰੂ ਅੰਗਦ ਜੀ ਇਹ ਕਥਾ। ਭਾਈ ਬਾਲਾ ਜੀ ਸੁਣਾਉਂਦੇ ਹਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ, ਕਹਿੰਦੇ ਇਹ ਕਥਾ ਜਿਹੜੀ ਹੈ ਜਥਾ ਪ੍ਰਹਿਲਾਦ ਭਨੀ ਸੁਨ ਤਥਾ। ਜਿਵੇਂ ਮੈਨੂੰ ਭਗਤ ਪ੍ਰਹਿਲਾਦ ਜੀ ਨੇ ਦੱਸੀ, ਮੈਂ ਉਸ ਤਰ੍ਹਾਂ ਹੀ ਆਪ ਜੀ ਨੂੰ ਦੱਸ ਰਿਹਾ ਹਾਂ, ਤੇ ਅੱਗੋਂ ਮੈਂ ਹੁਣ ਕੰਟੀਨਿਊ ਕਰਦਾ ਹਾਂ। ਮੈਂ ਅੱਗੇ ਜਿਹੜੀ ਹੈ ਪਿਛਲੇ ਅਧਿਆਇ ਵਿੱਚ ਦੱਸੀ ਹੋਈ ਹੁਣ ਅੱਗੇ ਕੰਟੀਨਿਊ ਹੋ ਰਹੀ ਹੈ। ਹਿਰਨ ਕਸ਼ਪ ਸੁਨ ਬਿਸ਼ਨ ਉਪਾਸਨਾ। ਦੇਖੋ ਜੋ ਹਿਰਨ ਕਸ਼ਪ ਹੈ, ਜੋ ਹਰਨਾਕਸ਼ ਹੈ, ਜਦੋਂ ਉਹਨਾਂ ਨੇ ਸੁਣਿਆ ਕਿ ਭਗਤ ਪ੍ਰਹਿਲਾਦ ਜੀ ਨੇ ਉਪਦੇਸ਼ ਦਿੱਤਾ ਵਿਸ਼ਨੂੰ ਦੀ ਭਗਤੀ ਦਾ, ਵਿਸ਼ਨ ਪਰਮਾਤਮਾ ਦੀ ਭਗਤੀ ਦਾ, ਤਾਂ ਉਸ ਵੇਲੇ ਭਇਓ ਕ੍ਰੋਧ ਮੈਂ ਮਨੋ ਹੁਤਾਸਨ। ਉਹ ਬੜੇ ਕ੍ਰੋਧ ਵਿੱਚ ਆ ਗਿਆ, ਬੜੇ ਗੁੱਸੇ ਵਿੱਚ ਆ ਗਿਆ, ਮਾਨੋ ਅੱਗ ਲੱਗੀ ਹੁੰਦੀ ਹੈ, ਜੋ ਮਤਲਬ ਕਿ ਅੰਦਰੋਂ ਭਾਂਬੜ ਮਚਣ ਲੱਗ ਪਏ। ਇੰਨਾ ਹੀ ਜਿਹੜੀ ਅੱਗ ਉਹਦੇ ਵਿੱਚ ਕ੍ਰੋਧ ਦੀ ਆਈ। ਮਾਰਨ ਚਾਹਸ ਮੰਦ ਮਤ ਮਾਨੀ। ਮਾਰਨ ਵਾਸਤੇ ਉਹ ਚਾਹੁੰਦਾ ਸੀ ਕਿ ਮੈਂ ਪ੍ਰਹਿਲਾਦ ਨੂੰ ਕਹਿੰਦਾ ਮਾਰ ਦੇਵਾਂ, ਮਾਰਨਾ ਚਾਹੁੰਦਾ ਸੀ। ਐਸੀ ਭੈੜੀ ਮਤ ਵਾਲਾ ਜੋ ਬੜਾ ਹੀ ਗਰਭ, ਬੜਾ ਹੀ ਹੰਕਾਰੀ ਸੀ। ਮੁਖ ਤੇ ਬੋਲਿਓ ਬਿਖਵਤ ਬਾਣੀ। ਉਸ ਵੇਲੇ ਮੂੰਹ ਤੋਂ ਬੜੀਆਂ ਪੁੱਠੀਆਂ ਸਿੱਧੀਆਂ ਗੱਲਾਂ, ਕੌੜੇ ਬਚਨ ਉਸ ਜਿਹੜੇ ਹਰਨਾਕਸ਼ ਨੇ ਕਹੇ। ਰੇ 60 ਬਾਲਕ ਮੋਹ ਬਿਨ ਈਸਾ। ਕੀ ਕਹਿੰਦਾ ਹਰਨਾਕਸ਼ ਪ੍ਰਹਿਲਾਦ ਨੂੰ, ਹੇ ਮੂਰਖ ਬਾਲਕ, ਕਹਿੰਦੇ ਮੋਹ ਬਿਨ ਈਸਾ, ਮੇਰੇ ਬਗੈਰ ਵੀ ਕੋਈ ਰੱਬ ਹੈਗਾ ਹੈ। ਕਹੋ ਕਹਾ ਨਤ ਕਾਟੋ ਸੀਸਾ। ਦੇਖੋ ਕਹਿੰਦੇ ਫਿਰ ਦਿਖਾ, ਜੇ ਹੈਗਾ ਹੋਰ ਕੋਈ ਰੱਬ ਮੇਰੇ ਤੋਂ ਬਗੈਰ ਹੋਣਾ ਤਾਂ ਦਿਖਾ ਕਿੱਥੇ ਹੈ। ਨਾ ਤੋਂ ਨਹੀਂ ਤਾਂ ਤੇਰਾ ਸੀਸ ਮੈਂ ਹੁਣ ਕੱਟਦਾ ਹਾਂ, ਮੈਂ ਤੇਰਾ ਗਲ ਵੜਦਾ ਹਾਂ ਆਪਣੀ ਤਲਵਾਰ ਦੇ ਨਾਲ, ਨਾ ਤਾਂ ਤੂੰ ਦਿਖਾ ਦੇ ਜੇ ਕੋਈ ਹੋਰ ਰੱਬ ਹੈਗਾ ਤੇਰਾ। ਕਹਿ ਮਿਆਨ ਹੈ ਤੇ ਸੋ ਮਹਾਨਾ। ਇਹ ਕਹਿ ਕਰਕੇ ਗੁੱਸੇ ਦੇ ਵਿੱਚ ਹਰਨਾਕਸ਼ ਨੇ ਆਪਣਾ ਹੱਥ ਆਪਣੀ ਤਲਵਾਰ ਦੇ ਮੁੱਠੇ ਤੇ ਪਾਇਆ। ਖੈਂਚ ਖੜਗ ਕਰ ਮਹਿ ਚਮਕਾਨਾ। ਖੈਂਚ ਉਸਨੇ ਆਪਣੀ ਤਲਵਾਰ ਖਿੱਚ ਲਈ ਬਾਹਰ ਬਿਆਨ ਦੇ ਵਿੱਚੋਂ, ਜੋ ਬੜੀ ਚਮਕ ਮਾਰਦੀ ਸੀਗੀ, ਜੋ ਬੜੀ ਸੋਹਣੀ ਤਲਵਾਰ ਸੀ, ਲੰਮੀ ਤੇ ਵੱਡੀ ਤਲਵਾਰ ਚਮਕ ਮਾਰ ਰਹੀ ਸੀ, ਸ਼ਾਈਨਿੰਗ ਸੀ। ਕੋ ਰਖਵਾਰੋ ਦੇਹੋ ਬਤਾਈ। ਫੇਰ ਕਹਿਣ ਲੱਗਾ ਹਰਨਾਕਸ਼ ਲਲਕਾਰ ਕੇ, ਕਹਿੰਦਾ ਦੱਸ ਤੇਰਾ ਹੁਣ ਰਖਵਾਲਾ ਕੌਣ ਹੋਵੇਗਾ।
ਕਹਿੰਦਾ ਮੈਂ ਦੇਖਦਾ ਤੈਨੂੰ ਕੌਣ ਬਚਾਵੇਗਾ ਹੁਣ। ਅਬ ਜਮ ਧਮ ਹੈ ਦੇਉ ਪਠਾਈ। ਹੁਣ ਮੈਂ ਤੈਨੂੰ ਜਮ ਧਾਮ, ਜਮਾ ਦੇ ਧਾਮ, ਜਿੱਥੇ ਜਮ ਹਨ, ਜਿੱਥੇ ਨਰਕ ਹੈ, ਕਹਿੰਦਾ ਤੈਨੂੰ ਮਾਰ ਕੇ ਪ੍ਰਹਿਲਾਦ ਨੂੰ ਕਹਿੰਦਾ ਮੈਂ ਤੈਨੂੰ ਉੱਥੇ ਪਹੁੰਚਾਉਂਦਾ ਹਾਂ ਹੁਣ। ਸੁਣ ਕਰ ਮੈਂ ਤਬ ਗਿਰਾ ਅਲਾਈ। ਉਸ ਵੇਲੇ ਇਹ ਗੱਲ ਸੁਣ ਕਰਕੇ ਪ੍ਰਹਿਲਾਦ ਜਿਹੜਾ ਹਜੇ ਬੱਚਾ ਹੈ, ਹਜੇ ਉਮਰ ਤੋਂ ਵਿੱਚੋਂ ਬਹੁਤ ਛੋਟਾ ਹੈ, ਸੋ ਉਹ ਪ੍ਰਹਿਲਾਦ ਕਹਿਣ ਲੱਗਾ ਆਪਣੇ ਪਿਤਾ ਹਰਨਾਕਸ਼ ਨੂੰ, ਪਰਿਪੂਰਨ ਹੈ ਸਭਨੀ ਥਾਈ। ਕਹਿਣ ਲੱਗੇ ਤੂੰ ਪੁੱਛਦਾ ਹੈ ਕਿ ਉਹ ਰੱਬ, ਉਹ ਪਰਮਾਤਮਾ ਕਿੱਥੇ ਹੈ? ਪ੍ਰਹਿਲਾਦ ਕਹਿੰਦਾ ਪਰਿਪੂਰਨ, ਉਹ ਪਰਿਪੂਰਨ ਹੈ, ਉਹ ਸਾਰਿਆਂ ਦੇ ਵਿੱਚ ਆਤਮਾ ਕਰਕੇ ਵਸਣ ਵਾਲਾ ਹੈ ਤੇ ਸਭਨੀ ਥਾਈ, ਸਾਰੇ ਥਾਵਾਂ ਤੇ ਉਹੀ ਆਪ ਵਰਤਦਾ, ਆਪੇ ਆਪ ਲੀਨ ਹੋ ਕੇ ਸਾਰਿਆਂ ਦੇ ਅੰਦਰ ਓਮਨੀ ਪ੍ਰੈਜ਼ੈਂਟ ਹੈ। ਤੇ ਬਹੀਨ ਕੋ ਥਾਨ ਨਾ ਊਨਾ। ਤੇ ਬਹੀਨ ਕਹਿੰਦੇ ਤੂੰ ਪੁੱਛਦਾ ਹਾਂ ਕਿੱਥੇ ਹੈ? ਪ੍ਰਹਿਲਾਦ ਕਹਿੰਦਾ ਉਹ ਕਿਹੜਾ ਥਾਂ ਹੈ ਜਿੱਥੇ ਪਰਮੇਸ਼ਰ ਨਹੀਂ ਹੈਗਾ? ਤੇ ਬਹੀਨ ਕਹਿੰਦੇ ਕੋਈ ਐਸਾ ਵੀ ਥਾਂ ਹੈ ਜਿੱਥੇ ਪਰਮੇਸ਼ਰ ਨਾ ਹੋਵੇ। ਜੱਡ ਜੰਗਮ ਮੈਂ ਪਿਖਾਉ ਨਾ ਸੂਨਾ। ਦੇਖੋ ਜੱਡ ਤੇ ਜੰਗਮ, ਚੇਤਨ ਤੇ ਜੜ ਸ੍ਰਿਸ਼ਟੀ ਦੇ ਵਿੱਚ ਉਹ ਪਰਮਾਤਮਾ ਆਪ ਵਸਦਾ ਹੈ ਤੇ ਕੋਈ ਵੀ ਥਾਂ ਜਿਹੜਾ ਖਾਲੀ ਨਹੀਂ, ਸੁਣਨਾ ਨਹੀਂ ਉਹ ਤੋਂ ਬਗੈਰ। ਕਹਿਤ ਜੇ ਹੈ ਜੱਡ ਜੰਗਮ ਮਾਹੀ। ਤੇ ਹਰਨਾਕਸ਼ ਹੁਣ ਕਹਿਣ ਲੱਗਾ ਗੁੱਸੇ ਵਿੱਚ, ਇਹਦਾ ਜਵਾਬ, ਇਹਦਾ ਆਨਸਰ ਦਿੰਦਾ ਪ੍ਰਹਿਲਾਦ ਨੂੰ, ਕਹਿੰਦਾ ਜੇ ਉਹ ਹੈ ਪਰਮਾਤਮਾ ਜਿਹੜਾ ਮੇਰੇ ਤੋਂ ਇਲਾਵਾ ਹੈ, ਜਿਹੜਾ ਚੇਤਨ ਤੇ ਜੜ ਸ੍ਰਿਸ਼ਟੀ ਦੇ ਵਿੱਚ ਹੈ। ਇਹ ਸਥੰਭ ਮਹਿ ਦੀਸਤ ਨਾਹੀ। ਉਸ ਵੇਲੇ ਇੱਕ ਥੰਮ ਸੀਗਾ, ਇਹ ਥੰਮ ਜਿਹੜਾ ਹੈ ਬਣਾਇਆ ਹੋਇਆ ਥੰਮ ਸੀ ਉਹਦੇ ਕਿਲੇ ਦਾ, ਜਿੱਥੇ ਉਹਦਾ ਦਰਬਾਰ ਸੀ। ਇਹ ਵੱਡਾ ਥੰਮ ਉੱਥੇ ਬਣਾਇਆ ਹੋਇਆ ਸੀਗਾ, ਇੱਕ ਪਿਲਰ ਸੀ ਬਹੁਤ ਤਕੜਾ, ਬਹੁਤ ਵੱਡਾ। ਤੇ ਇਹ ਜਿਹੜਾ ਹੈ ਉਸਦੇ ਵੱਲ ਇਸ਼ਾਰਾ ਕਰਕੇ ਹਰਨਾਕਸ਼ ਕਹਿਣ ਲੱਗਾ, ਕਹਿੰਦਾ ਦੱਸ ਪ੍ਰਹਿਲਾਦ, ਇਹ ਥੰਮ ਦੇ ਵਿੱਚ ਵੀ ਤੇਰਾ ਰੱਬ ਹੈ ਇਹਦੇ ਵਿੱਚ? ਕਿਉਂਕਿ ਉਹਨੇ ਇਹ ਗੱਲ ਦਾ ਅਨੁਮਾਨ ਲਾਇਆ ਕਿ ਜਿਹੜੀ ਚੀਜ਼ ਪਰਮਾਤਮਾ ਬਣਾਉਂਦਾ ਹੈ ਨਾ, ਜਿਹੜੀ ਚੀਜ਼ ਨੈਚੁਰਲੀ ਬਣਦੀ ਹੈ, ਉਹਦੇ ਵਿੱਚ ਤਾਂ ਚਲੋ ਮੰਨ ਲਓ ਵੀ ਹੋਵੇਗਾ ਰੱਬ। ਉਹਨੇ ਹੁਣ ਇੱਕ ਚੈਲੰਜ ਦਿੱਤੇ, ਕਹਿੰਦਾ ਇਹ ਥੰਮ ਤਾਂ ਬੰਦਿਆਂ ਦਾ ਬਣਾਇਆ ਹੋਇਆ ਹੈ, ਜਿਵੇਂ ਕੰਟਰੈਕਟਰਸ ਬਣਾਉਂਦੇ ਆ ਆਪਾਂ, ਕੰਕਰੀਟ ਪਾ ਕੇ, BRC ਪਾ ਕੇ, ਵਿੱਚ ਲੋਹੇ ਪਾ ਕੇ ਉਹ ਥੰਮ ਨੂੰ ਬਣਾਇਆ ਜਾਂਦਾ ਹੈ। ਹੁਣ ਹਰਨਾਕਸ਼ ਨੇ ਇਹ ਜਿਹੜਾ ਹੈ ਚੈਲੰਜ ਦਿੱਤੀ ਪ੍ਰਹਿਲਾਦ ਨੂੰ, ਕਹਿੰਦਾ ਕੀ ਤੇਰਾ ਰੱਬ ਇਹ ਥੰਮ ਵਿੱਚ ਵੀ ਹੋਵੇਗਾ? ਹੈ ਇਹਦੇ ਵਿੱਚ ਥੰਮ ਵਿੱਚ? ਤੂੰ ਕਹਿੰਦਾ ਹਰ ਇੱਕ ਜੜ ਤੇ ਚੇਤਨ ਸ੍ਰਿਸ਼ਟੀ ਵਿੱਚ ਰੱਬ ਵਸਦਾ ਹੈ। ਥਾ ਬਕਤ ਬਾਲਕ ਮਤ ਮੰਦੇ। ਹਾਂ, ਕਹਿਣ ਲੱਗੇ ਜੋ ਤੇਰਾ ਬਿਰਥਾ, ਤੇਰਾ ਯੂਸਲੈਸ ਹੈ ਇਹ ਬਕਣਾ ਬੋਲਣਾ। ਕਹਿੰਦੇ ਬਾਲਕ, ਭੈੜੀ ਮਤ ਵਾਲਿਆ, ਮਤ ਮੰਦੇ, ਭੈੜੀ ਮਤ ਵਾਲਿਆ, ਤੂੰ ਕੀ ਬੋਲ ਰਿਹਾ ਹੈ? ਤੈਨੂੰ ਪਤਾ ਵੀ ਨਹੀਂ ਤੂੰ ਕੀ ਬੋਲ ਰਿਹਾ ਹੈ। ਜਿਹੜਾ ਰੱਬ ਉਹ ਆਪਣੇ ਆਪ ਨੂੰ ਕਹਿੰਦਾ ਸੀ ਨਾ ਮੈਂ ਰੱਬ ਹਾਂ, ਮੈਂ ਤੇਰੇ ਸਾਹਮਣੇ ਖੜਾ ਤੇ ਤੂੰ ਹੋਰ ਰੱਬ ਦੀਆਂ ਗੱਲਾਂ ਕਰੀ ਜਾਂਦਾ। ਹੁਣ ਦੱਸ ਇਹ ਥੰਮ ਵਿੱਚ ਹੈਗਾ ਕਿ ਨਹੀਂ? ਅਬਹਿ ਕਰੋ ਤਵ ਸੀਸ ਨਿਕੰਦੇ। ਨਹੀਂ ਤਾਂ ਮੈਂ ਹੁਣੇ ਤੇਰਾ ਸਿਰ ਵੱਢ ਕੇ ਤੇਰੇ ਧਨ, ਤੇਰੇ ਸਰੀਰ ਨਾਲੋਂ ਅਲੱਗ ਕਰ ਦਿੰਦਾ ਹਾਂ। ਮੈਂ ਨਿਸ਼ਚੈ ਧਰ ਹਿਰਦੇ ਵਸੇਖੋ। ਮੈਂ ਨਿਸ਼ਚੈ, ਕਹਿ ਲਗੇ ਮੈਂ ਉਸ ਵੇਲੇ ਨਿਸ਼ਚਾ ਧਾਰ ਲਿਆ, ਮੈਂ ਉਸ ਵੇਲੇ ਫੇਥ ਧਾਰ ਲਿਆ। ਕਹਿੰਦੇ ਆਪਣੇ ਹਿਰਦੇ ਵਿੱਚ ਬਹੁਤ ਮੈਂ ਫੇਥ ਧਾਰਨ ਕੀਤਾ, ਮੈਂ ਸ਼ਰਧਾ ਤੇ ਭਰੋਸਾ ਰੱਖਿਆ ਪਰਮੇਸ਼ਰ ਤੇ। ਪ੍ਰਹਿਲਾਦ ਕਹਿੰਦਾ ਕਹਿਓ ਥੰਬ ਦਿਸ ਭਲ ਬਿਦ ਦੇਖੋ। ਕਹਿਣ ਲੱਗੇ ਤਾਂ ਜਿਹੜਾ ਹੈ ਹੁਣ ਪ੍ਰਹਿਲਾਦ ਆਪਣੇ ਪਿਤਾ ਨੂੰ ਕਹਿੰਦਾ ਹੈ, ਕਹਿੰਦੇ ਪਿਤਾ ਜੀ ਦੇਖ ਚੰਗੀ ਤਰ੍ਹਾਂ ਇਹ ਥੰਮ ਵੱਲ ਦੇਖ। ਹੈ ਬਿਸਨ ਤੇ ਮਹਿ ਲਖ ਸਾਚੋ। ਕਹਿਣ ਲੱਗੇ ਇਹ ਗੱਲ ਤੂੰ ਸੱਚੀ ਜਾਣੀ, ਮੇਰਾ ਵਿਸਨ, ਮੇਰਾ ਪਰਮਾਤਮਾ ਇਹ ਥੰਮ ਦੇ ਵਿੱਚ ਵੀ ਹੈਗਾ ਹੈ, ਇਹ ਥੰਮ ਵੀ ਮੇਰੇ ਪਰਮਾਤਮਾ ਨਾਲੋਂ ਖਾਲੀ ਨਹੀਂ ਹੈਗਾ। ਤੋਹੇ ਨਾ ਦੀਸਤ ਮਤ ਕੇ ਕਾਚੋ। ਕਹਿਣ ਲੱਗੇ ਤੂੰ ਮਤ ਦਾ ਕੱਚਾ ਹੈ, ਆਪਣੇ ਪਿਤਾ ਨੂੰ ਕਹਿੰਦਾ ਹਰਨਾਕਸ਼ ਨੂੰ। ਪ੍ਰਹਿਲਾਦ ਕਹਿੰਦਾ ਤੇਰੀ ਮਤ ਕੱਚੀ ਹੈ, ਤੂੰ ਕੱਚੀਆਂ ਚੀਜ਼ਾਂ, ਮਾਇਆ ਦੇ ਵਿੱਚ ਭਰੋਸਾ ਰੱਖਣ ਵਾਲਾ ਹੈ, ਤੇ ਤੂੰ ਸੱਚੀ ਜਿਹੜੀ ਹੰਸਾਰ ਵਸਤੂ ਪਰਮਾਤਮਾ ਉਹਦੇ ਵਿੱਚ ਨਹੀਂ ਤੂੰ ਧਿਆਨ ਰੱਖਿਆ। ਤੋਹੇ ਨਾ ਦੀਸਤ, ਇਸ ਕਰਕੇ ਤੈਨੂੰ ਨਹੀਂ ਦਿਸਦਾ, ਮੈਨੂੰ ਦਿਸ ਰਿਹਾ ਪਰ ਤੈਨੂੰ ਨਹੀਂ ਦਿਸ ਰਿਹਾ। ਅਸ ਸੁਨ ਕੋਪ ਥੰਬ ਦਿਸ ਦੇਖਾ। ਉਸ ਵੇਲੇ ਉਸ ਹਰਨਾਕਸ਼ ਨੇ ਉਹ ਥੰਮ ਵੱਲ ਘੂਰਨਾ ਕੀਤਾ, ਘੂਰ ਕੇ ਉਹ ਥੰਮ ਵੱਲ ਦੇਖਣਾ ਕੀਤਾ ਤੇ ਬੜੇ ਗੁੱਸੇ ਵਿੱਚ ਦੇਖਿਆ। ਖੜਗ ਮੁਸਤ ਹਨ ਜੋਰ ਬਿਸੇਖਾ। ਕੀ ਕੀਤਾ ਉਹਨੇ? ਤਲਵਾਰ ਦਾ ਮੁੱਠ, ਜਿਹੜਾ ਤਲਵਾਰ ਫੜੀ ਹੋਈ ਸੀ ਨਾ ਲੰਮੀ, ਜੋ ਉਹਦੀ ਸੋਟ ਸੀਗੀ ਲੰਮੀ, ਸੋ ਉਹਦਾ ਇੱਕ ਜਿਹੜਾ ਹੈ, ਉਹਦਾ ਜਿਹੜਾ ਪਿਛਲਾ ਪਾਸਾ ਜਿਹੜਾ ਮੁੱਠ ਹੈ ਨਾ, ਉਹ ਉਹਦੇ ਹੱਥ ਵਿੱਚ ਉਹਨੇ ਜਿਹੜਾ ਹੈ ਬੜੇ ਤਕੜੇ ਹੋ ਕੇ ਫੜਿਆ ਹੋਇਆ ਸੀਗਾ। ਉਹ ਮੁੱਠ ਨੂੰ ਜਿਹੜਾ ਚੰਗੀ ਤਰ੍ਹਾਂ ਫੜਿਆ ਹੋਇਆ, ਖੜਗ ਮੁਸ਼ਟ ਹਨ ਜੋਰ ਬਿਸੇਖਾ, ਉਹਨੇ ਚੱਕ ਕੇ ਉਹ ਮੁੱਠ ਤਲਵਾਰ ਦਾ ਸਿੱਧਾ ਜਾ ਕੇ ਉਸ ਪਿੱਲਰ ਨੂੰ ਮਾਰਿਆ। ਸੋ ਉਹਦਾ ਮੁੱਠ, ਕਿਉਂਕਿ ਮੁੱਠ ਜਿਹੜਾ ਸੀ ਤਕੜਾ ਹੁੰਦਾ ਹੈ ਨਾ, ਤਲਵਾਰ ਤਿੱਖੀ ਹੁੰਦੀ ਹੈ, ਜੇ ਮਾਰੀਏ ਤਾਂ ਖੁੰਡੀ ਹੋ ਜਾਂਦੀ ਹੈ। ਇਸ ਕਰਕੇ ਉਸ ਹਰਨਾਕਸ਼ ਨੇ ਕੀ ਕੀਤਾ, ਉਹ ਥੰਮ ਤੇ ਆਪਣਾ ਜਿਹੜਾ ਸੀ ਨਾ ਤਲਵਾਰ ਦਾ ਮੁੱਠ, ਉਹ ਚੱਕ ਕੇ ਜ਼ੋਰ ਦੀ ਉਹ ਥੰਮ ਦੇ ਮਾਰਿਆ। ਭਇਓ ਸ਼ਬਦ ਦਾਰਨ ਅਤ ਘੋਰਾ। ਕੀ ਹੋਇਆ? ਕਹਿੰਦੇ ਉਹ ਥੰਮ ਤੇ ਇੰਨੀ ਜ਼ੋਰ ਦੀ ਹਰਨਾਕਸ਼ ਨੇ ਮਾਰਿਆ ਉਹ ਜਿਹੜਾ ਤਲਵਾਰ ਦਾ ਮੁੱਠ, ਤੇ ਕਹਿੰਦੇ ਕੀ ਹੋਇਆ? ਭਇਓ ਸ਼ਬਦ,
ਬਹੁਤ ਵੱਡਾ ਖੜਕਾ ਹੋਇਆ। ਉਹ ਖੜਕਾ ਡਰਾਉਣਾ ਸੀਗਾ, ਡ੍ਰੇਟਫੁਲ ਸੀਗਾ, ਬੜਾ ਡਰਾਉਣਾ ਸੀ। ਹਰ ਇੱਕ ਬੰਦਾ ਉੱਥੇ ਡਰ ਗਿਆ ਜੀ। ਜਨ ਬ੍ਰਹਮੰਡ ਦੀਨ ਕਿਨ ਫੋਰਾ। ਦੇਖੋ ਇਉਂ ਲੱਗਦਾ ਸੀ ਉਹ ਖੜਕਾ ਐਡਾ ਵੱਡਾ ਖੜਕਾ ਸੀ। ਜਨ ਕਹਿੰਦੇ ਮਾਨੋ ਸਾਰੇ ਬ੍ਰਹਮੰਡ, ਸਾਰੇ ਯੂਨੀਵਰਸ ਨੂੰ ਕਿਸੇ ਨੇ ਤੋੜ ਦਿੱਤਾ ਹੋਵੇ। ਜੋ ਅੰਡਾਕਾਰ ਬ੍ਰਹਮੰਡ ਹੈ ਉਹਨੂੰ ਕਿਸੇ ਨੇ ਤੋੜਤਾ। ਇੰਨਾ ਖੜਕਾ ਹੋਇਆ, ਦੁਨੀਆ ਹਿਲ ਗਈ। ਸੁਣਿਓ ਵਿਧਾਤੇ ਆਪਣੋ ਲੋਕਾ। ਉਸ ਵੇਲੇ ਬਰਮਾ ਨੇ ਵੀ ਸੁਣਿਆ, ਆਪਣੇ ਲੋਕ ਬ੍ਰਹਮ ਲੋਕ ਵਿੱਚ ਬੈਠਿਆ ਹੋਇਆ ਉਹ ਖੜਕਾ। ਤਾਂ ਕਹਿੰਦੇ ਆਪਣੇ ਲੋਕ ਤੋਂ ਸੁਣ ਕੇ ਬਰਮਾ ਨੇ ਪ੍ਰਲੈ ਕਾਲ ਲਖ ਸਭ ਕੋ ਸੋਕਾ। ਉਹਨੇ ਜਾਣਿਆ ਕਿ ਪ੍ਰਲੈ ਕਾਲ ਹੋ ਗਈ, ਹੁਣ ਡੂਮਸਡੇ ਆ ਗਿਆ, ਦੁਨੀਆ ਮੁੱਕ ਚੱਲੀ ਹੈ। ਕਹਿੰਦੇ ਇਸ ਕਰਕੇ ਸਾਰੇ ਅਫਸੋਸ ਵਿੱਚ ਚਲਿਆ ਗਿਆ। ਬਰਮਾ ਵੀ ਅਫਸੋਸ ਵਿੱਚ ਆ ਗਿਆ ਵੀ ਦੁਨੀਆ ਹੁਣ ਖਤਮ ਹੋ ਗਈ। ਬ੍ਰਤਰ ਭਏ ਜੇ ਸਭਾ ਮਝਾਰੀ। ਕਹਿਣਗੇ ਬਜਰਾ ਹਨ ਉਸ ਵੇਲੇ ਜਿਹੜੇ ਉਹਦੇ ਦੀਵਾਨ ਵਿੱਚ ਬੈਠੇ ਸਨ, ਜੋ ਵੀ ਹਰਨਾਕਸ਼ ਦੇ ਦੀਵਾਨ ਵਿੱਚ ਜਿੰਨੇ ਦੈਂਤ ਬੈਠੇ ਸਨ ਉਹ ਬੋਲੇ ਹੋ ਗਏ, ਡੈਫ ਹੋ ਗਏ, ਕਿਉਂਕਿ ਐਡੀ ਵੱਡੀ ਆਵਾਜ਼ ਆਈ ਉਹਦੇ ਵਿੱਚੋਂ ਤੇ ਉਹਨਾਂ ਨੂੰ ਜਿਹੜਾ ਕੰਨਾਂ ਤੋਂ ਸੁਣੇ ਨਾ ਕੁਝ ਵੀ। ਉਹ ਜਿਹੜਾ ਹੈ ਬੋਲੇ ਹੋ ਗਏ ਜੀ ਸਾਰੇ। ਗਿਰੇ ਕਿਤਕ ਤਹ ਖਾਏ ਪਵਾਰੀ। ਕਈ ਜਿਹੜੇ ਹਨ ਖੜਕਾ ਉਹਨਾਂ ਤੋਂ ਸਹਾਰਿਆ ਨਾ ਗਿਆ। ਉਹ ਜਿਹੜੇ ਹਨ ਇੱਕ ਜਿਹੜਾ ਹਨ ਭਵਾਲੀ ਖਾ ਕੇ ਟਰਨ ਹੋ ਕੇ ਡਿੱਗ ਪਏ ਜੀ ਧਰਤੀ ਤੇ। ਕਈ ਬੇਹੋਸ਼ੇ ਹੋ ਗਏ। ਸਭ ਦੈਂਤਨ ਕੀ ਸੁਧ ਤਬ ਨਾਸੀ। ਸਾਰੇ ਦੈਂਤਾਂ ਦੀ ਜਿਹੜੀ ਸੁੱਧ ਸੀ ਨਾ, ਕੌਨਸ਼ੀਅਸਨੈਸ ਉੱਡ ਗਈ ਉਹਨਾਂ ਦੀ। ਸਾਰੇ ਡਰ ਗਏ ਦੈਂਤ, ਪਤਾ ਨਹੀਂ ਕੀ ਹੋ ਗਿਆ ਹੁਣ। ਚਾਰੋਂ ਦਿਸ ਮਹਿ ਧੁਨ ਸੋ ਪ੍ਰਕਾਸ਼ੀ। ਉਹ ਜਿਹੜੀ ਧੁਨ ਸੀ ਨਾ, ਉਹਦੀ ਐਕੋ ਜਿਹੜੀ ਸੀ ਨਾ, ਕਹਿੰਦੇ ਇੱਕ ਤਾਂ ਉਹਦੀ ਆਵਾਜ਼ ਵੱਡੀ ਸੀ, ਉਹਦੀ ਐਕੋ ਵੀ ਬਹੁਤ ਵੱਡੀ ਸੀ। ਜਦੋਂ ਐਕੋ ਵਾਪਸ ਆਈ ਕਹਿਣਗੇ ਉਹ ਤਾਂ ਸਾਰਾ ਜਿਹੜਾ ਹੈ ਸਾਰਾ ਕਿਲਾ ਗਰਜਣ ਲੱਗ ਪਿਆ। ਸੁਨ ਦਨ ਜੇਸ ਚੱਕਰ ਚਿਤ ਮਾਹੀ। ਕਹਿਣਗੇ ਸੁਣੋ ਜਿਹੜਾ ਹਨ ਦਨ ਜੇਸ਼, ਕਹਿਣਗੇ ਉਹ ਦੈਂਤਾਂ ਦਾ ਰਾਜਾ ਹਰਨਾਕਸ਼ ਚੱਕਰ ਚਿਤ ਮਾਹੀ। ਉਹ ਆਪ ਹੈਰਾਨ ਹੋ ਗਿਆ ਵੀ ਇਹ ਕੀ ਹੋ ਗਿਆ। ਕਹਿੰਦੇ ਵੀ ਅੰਨਾ ਖੜਕਾ ਹੋਇਆ। ਕਹਿੰਦੇ ਨੇ ਉਹ ਤਾਂ ਸਾਰਾ ਉਹਦਾ ਜਿਹੜੀ ਧਰਤੀ ਹਿਲ ਗਈ ਉਹ ਵੀ ਦੇਖ ਕੇ ਹੈਰਾਨ ਹੈ ਹਰਨਾਕਸ਼। ਲੋਚਨ ਗੋਰਚ ਪਿਖਿਤ ਨਾਹੀ। ਤੇ ਕਹਿੰਦੇ ਉਹ ਤੇ ਜਦੋਂ ਉਹਨੇ ਮਾਰਿਆ ਨਾ ਉੱਥੇ ਧੁੰਦੇ ਧੁੰਦ ਹੋ ਗਈ ਸਾਰੀ। ਤੇ ਕੀ ਹੋਇਆ, ਹਰਨਾਕਸ਼ ਨੂੰ ਅੱਖਾਂ ਦੇ ਮੂਹਰੇ ਕੁਝ ਨਾ ਦਿਖਾਈ ਦੇਵੇ। ਸਾਰੀ ਮਿਸਤ ਹੋ ਗਈ ਉਹਦੇ ਆਲੇ ਦੁਆਲੇ ਤੇ ਉਹਨੂੰ ਕੁਝ ਦਿਖਾਈ ਨਹੀਂ ਦੇ ਰਿਹਾ ਹੁਣ। ਭਇਓ ਉਦਿਤ ਮਾਰਨ ਕਰਵਾਰਾ। ਤੇ ਉਹਨੇ ਕੀ ਕੀਤਾ, ਆਪਣੀ ਜਿਹੜੀ ਹੈ ਉਹਨੇ ਪਹਿਲਾਂ ਤਾਂ ਮੁੱਠਾ ਮਾਰਿਆ ਸੀ ਨਾ ਤਲਵਾਰ ਦਾ ਉਸ ਥੰਮ ਨੂੰ। ਹੁਣ ਇਹਨੇ ਕੀ ਕੀਤਾ, ਤਲਵਾਰ ਨੂੰ ਸਿੱਧੀ ਮਾਰਨ ਵਾਸਤੇ ਤਿਆਰ ਹੋਇਆ। ਇਹਨੇ ਦੋਵੇਂ ਹੱਥਾਂ ਨਾਲ ਆਪਣੀ ਤਲਵਾਰ ਫੜੀ ਤੇ ਜ਼ੋਰ ਦੀ ਜਾ ਕੇ ਉਸ ਥੰਮ ਨੂੰ ਮਾਰਨ ਲੱਗਿਆ। ਜਦੋਂ ਤਬ ਨਰ ਹਰ ਨਿਜ ਰੂਪ ਦਿਖਾਰਾ। ਉਸ ਵੇਲੇ ਕੀ ਹੋਇਆ, ਉਹ ਥੰਮ ਫਟ ਗਿਆ, ਟੁੱਟ ਗਿਆ। ਉਹ ਜਿਹੜਾ ਥੰਮ ਸੀਗਾ ਉਹਦੇ ਵਿੱਚੋਂ ਫਿਰ ਪਰਮੇਸ਼ਰ ਨਿਕਲਿਆ ਨਰਸਿੰਘ ਰੂਪ ਹੋ ਕੇ, ਜੋ ਅੱਧਾ ਸ਼ੇਰ ਅੱਧਾ ਮਨੁੱਖ ਦਾ ਸਰੀਰ ਧਾਰਨ ਕਰਕੇ ਨਰਸਿੰਘ ਰੂਪ ਹੋ ਕੇ ਪਰਮਾਤਮਾ ਪ੍ਰਗਟ ਹੋਇਆ। ਨਹਿ ਮਾਨੁਖ ਨਹਿ ਸਿੰਘ ਬਣਾਓ। ਦੇਖੋ ਨਾ ਉਹ ਪੂਰਾ ਬੰਦਾ ਸੀ ਨਾ ਉਹ ਸ਼ੇਰ ਸੀਗਾ, ਅੱਧਾ ਅੱਧਾ ਸਰੀਰ ਸੀ। ਉਤਲਾ ਸ਼ੇਰ ਤੇ ਥੱਲੇ ਵਾਲਾ ਮਨੁੱਖ ਸੀਗਾ। ਪ੍ਰਗਟਿਓ ਵੱਡੋ ਪ੍ਰਤਾਪ ਪ੍ਰਭਾਉ। ਕਹਿਣਗੇ ਪ੍ਰਗਟਿਓ, ਜਦੋਂ ਉਹ ਪ੍ਰਗਟ ਹੋਇਆ ਕਹਿੰਦੇ ਜਿਹੜਾ ਹਨ ਉਸਦਾ ਜਿਹੜਾ ਸੀਗਾ ਪ੍ਰਤਾਪ, ਗਲੋਰੀ ਕਹਿੰਦੇ ਬਹੁਤ ਵੱਡੀ ਸੀ। ਸਾਰੇ ਲੋਕ ਡਰ ਗਏ ਉਸ ਸਰੂਪ ਨੂੰ ਦੇਖ ਕੇ, ਕਿਉਂਕਿ ਜਦੋਂ ਆਇਆ ਨਾ ਨਰਸਿੰਘ ਰੂਪ ਦੇ ਵਿੱਚ ਬਹੁਤ ਗੁੱਸੇ ਵਿੱਚ ਆਇਆ ਪਰਮਾਤਮਾ। ਕਹਿੰਦੇ ਇੰਨਾ ਗੁੱਸਾ ਕਿਸੇ ਨੇ ਨਹੀਂ ਦੇਖਿਆ ਪਰਮਾਤਮਾ 'ਚ ਅੱਜ ਤੱਕ, ਜਦੋਂ ਉਹ ਨਰਸਿੰਘ ਰੂਪ ਹੋ ਕੇ ਪ੍ਰਗਟ ਹੋਇਆ। ਥੰਬ ਪਾੜ ਨਿਕਸੇ ਜਗਰਾਈ। ਜਦੋਂ ਜਗ ਰਾਈ, ਜਗਤ ਦਾ ਸੁਆਮੀ ਆ ਪਰਮੇਸ਼ਰ ਉਹ ਥੰਮ ਨੂੰ ਪਾੜ ਕੇ ਬਾਹਰ ਆਇਆ। ਫਿਰ ਅਦਭੁਤ ਦਾਰੁਣ ਵੇਖ ਬਣਾਈ। ਤੇ ਅਦਭੁਤ ਬਹੁਤ ਹੈਰਾਨ ਕਰਨ ਵਾਲਾ ਸਰੂਪ ਸੀਗਾ, ਜਿਹੜਾ ਕਿ ਕਿਸੇ ਨੇ ਇਮੇਜਿਨ ਵੀ ਨਹੀਂ ਕੀਤਾ ਸੀ ਅੱਜ ਤੱਕ। ਦਾਰੁਣ ਬਹੁਤ ਭਿਆਨਕ ਡਰਾਉਣਾ ਉਹ ਸਰੂਪ ਸੀਗਾ ਆਪਣਾ ਬਣਾਇਆ। ਦੈਤ ਰਾਜ ਅਵਲੋਕ ਵਿਚਾਰਾ। ਦੈਂਤ ਰਾਜ ਇਹ ਦੇਖ ਕੇ ਹਰਨਾਕਸ਼ ਦੇਖ ਕਰਕੇ ਉਹਨੇ ਵਿਚਾਰ ਕੀਤੀ, ਕੋ ਇਹ ਲਖਿਓ ਨਾ ਜਾਏ ਅਕਾਰਾ। ਉਹ ਕਹਿੰਦਾ ਕੌਣ ਆ ਗਿਆ ਥੰਮ ਦੇ ਵਿੱਚੋਂ। ਸੋ ਉਹ ਹੈਰਾਨ ਹੈ, ਕਹਿੰਦੇ ਲਖਿਓ ਨਾ ਜਾਏ। ਉਹਦੀ ਜਿਹੜੀ ਹੈ ਉਹ ਜਿਹੜਾ ਸਰੀਰ ਹੈ ਨਰਸਿੰਘ ਦਾ, ਇਹ ਹਰਨਾਕਸ਼ ਨੂੰ ਸਮਝ ਨਾ ਆਵੇ ਵੀ ਇਹ ਬੰਦਾ ਹੈ ਜਾਂ ਜਾਨਵਰ ਹੈ। ਕੰਪ ਮਾਨ ਤਨ ਭੈ ਵਡ ਧਾਰੀ। ਕੀ ਹੋਇਆ, ਹਰਨਾਕਸ਼ ਦਾ ਸਰੀਰ ਕੰਬਣ ਲੱਗ ਗਿਆ, ਉਹ ਡਰਨ ਲੱਗ ਗਿਆ ਦੇਖ ਕੇ, ਕਿਉਂਕਿ ਇੱਕ ਸਰੀਰ ਵੱਡਾ ਤੇ ਹੈ ਵੀ ਸਪੈਸ਼ਲ। ਹਾਂਜੀ, ਨਿਸ਼ਚੈ ਕਰ ਨਾ ਸਕੈ ਸੁਧਾਰੀ। ਪਰ ਨਿਸ਼ਚੈ ਨਾ ਕਰ ਸਕਿਆ ਵੀ ਇਹ ਕੌਣ ਹੈ, ਸਮਝ ਨਾ ਆਈ ਤੇ ਸੁਧਾਰੀ। ਕਹਿੰਦੇ ਸਾਰੀ ਉਹਨੇ ਮੱਤ ਗਵਾਲੀ, ਉਹਦੀ ਮੱਤ ਬੁੱਧੀ ਕੰਮ ਨਾ ਕਰੇ ਹੁਣ। ਤਬ ਲੋ ਸ੍ਰੀ ਨਰਸਿੰਘ ਵਿਸਾਲਾ। ਉਸ ਵੇਲੇ ਨਰਸਿੰਘ ਸ੍ਰੀ ਜੋ ਮਾਇਆ ਦਾ ਪਤੀ ਹੈ, ਉਹ ਨਰਸਿੰਘ ਜੋ ਵੱਡਾ ਸਰੂਪ ਆਕਾਰ ਕਰਕੇ ਆਇਆ। ਗਰਜ ਉੱਠੇ ਕਰ ਸ਼ਬਦ ਕਰਾਲਾ। ਕਹਿਣ ਲੱਗੇ ਗਰਜਿਆ ਆ ਕੇ, ਉਹਨੇ ਗਰਜ ਮਾਰੀ ਜਿਵੇਂ ਸ਼ੇਰ ਦੀ ਗਰਜ ਹੁੰਦੀ ਆ ਨਾ, ਕਹਿੰਦੇ ਉਹ ਤੋਂ ਵੀ ਵੱਡੀ ਉਹ ਗਰਜਿਆ ਆ ਕੇ ਨਰਸਿੰਘ ਰੂਪ ਹੋ ਕੇ ਉਹਨੇ ਗਰਜਨਾ ਕੀਤਾ। ਬਾਰ ਬਾਰ ਮੁਖ ਲੇਤ ਜੰਬਾਈ। ਗਰਜਨਾ ਦਾ ਰੌ, ਉਹਨੇ ਰੌ ਕੀਤਾ ਜੀ ਬਹੁਤ ਉੱਚੀ ਨਾ। ਫੇਰ ਕੀ ਹੋਇਆ ਜੀ, ਗਰਜ ਉੱਠੇ, ਗਰਜ ਉੱਠਿਆ ਜੀ।
ਹਾਂ, ਗਰਜ ਉੱਠ ਗਿਆ ਜੀ। ਉਹ ਨਾਲ ਜਦੋਂ ਨੇ ਰੋਹ ਕੀਤਾ ਨਾ, ਜਦੋਂ ਉਹ ਜਿਹੜਾ ਹਨ ਉਹਨੇ ਜਿਹੜਾ ਹੈ ਆਪਣਾ ਪੂਰੇ ਜ਼ੋਰ ਨਾਲ ਉਹ ਬੋਲਿਆ, ਤਾਂ ਕਹਿੰਦੇ ਕੀ ਹੋਇਆ, ਗਰਜ ਉੱਠੇ ਕਰ ਸ਼ਬਦ ਕਰਾਲਾ। ਕਹਿੰਦੇ ਉਹਦੀ ਐਕੋ ਜਿਹੜੀ ਸੀ ਉਹਦੀ ਨਾਲ ਵੀ ਭਿਆਨਕ ਆਈ ਵਾਪਸ। ਬਾਰ ਮੁਖ ਲੇਤ ਜੰਬਾਈ। ਫਿਰ ਕੀ ਹੋਇਆ, ਕਹਿੰਦਾ ਪ੍ਰਹਲਾਦ ਕਹਿੰਦਾ ਮੈਂ ਸਾਹਮਣੇ ਬੈਠਾ ਦੇਖ ਰਿਹਾ ਨਰਸਿੰਘ ਰੂਪ ਹੋ ਕੇ, ਜਦੋਂ ਪਰਮਾਤਮਾ ਪ੍ਰਗਟ ਹੁੰਦਾ ਹੈ ਨਾ, ਕਹਿੰਦੇ ਵਾਰ ਉਹ ਜਿਹੜਾ ਹੈ ਉਬਾਸੀਆਂ ਲੰਦਾ ਹੈ, ਮੂੰਹ ਖੋਲਦਾ ਹੈ। ਕਹਿੰਦੇ ਮੂੰਹ ਖੋਲ ਕੇ ਜਿਵੇਂ ਉਬਾਸੀ ਲਈਦੀ ਹੈ ਨਾ, ਕਹਿੰਦੇ ਉਹ ਸ਼ੇਰ ਦਾ ਮੂੰਹ ਹੈ, ਉਹ ਉਬਾਸੀਆਂ ਲੈ ਰਿਹਾ ਹੈ। ਦੇਖਤ ਦਾੜੈ ਧੀਰ ਨਸਾਈ। ਜਦੋਂ ਮੂੰਹ ਖੋਲਦਾ ਹੈ ਆਪਣਾ ਨਰਸਿੰਘ ਰੂਪ ਹੋ ਕੇ, ਤਾਂ ਕਹਿੰਦੇ ਅੰਦਰੋਂ ਦੰਦ ਦਿਸਦੇ ਨੇ ਨਰਸਿੰਘ ਦੇ। ਕਹਿੰਦੇ ਸ਼ੇਰਾਂ ਵਰਗੇ ਦੰਦ, ਪੂਰਾ ਸ਼ੇਰ ਸੀਗਾ ਅੰਦਰੋਂ, ਜਬਾੜਾ ਕਹਿੰਦੇ ਬਹੁਤ ਵੱਡਾ, ਉਹਦੇ ਦੰਦ ਜਿਹੜੇ ਕਿ ਬਹੁਤ ਭਿਆਨਕ ਤਿੱਖੇ ਸਨ। ਸਰੋਨਤ ਸਰਸੇ ਆਰੁਣ ਲੋਚਨ। ਕਹਿਣ ਲਿਖੇ ਦੇਖੋ, ਸਰੋਨਤ ਕਹਿੰਦੇ ਲਹੂ ਦੇ ਵਰਗੇ, ਕਹਿੰਦੇ ਉਹਦੇ ਲਾਲ ਨੇਤਰ ਸੀਗੇ ਉਹ ਨਰਸਿੰਘ ਰੂਪ ਦੇ, ਉਹਦੀਆਂ ਅੱਖਾਂ ਲਾਲ ਸੀਗੀਆਂ। ਜੀਭ ਖੜਗ ਸਮ ਜਨ ਦੁਖ ਮੋਚਨ। ਕਹਿਣਗੇ ਉਹਨਾਂ ਦੀ ਜੀਭ ਜਿਹੜੀ ਸੀ ਨਾ, ਖੜਗ ਵਰਗੀ ਤਿੱਖੀ ਸੀ, ਖੜਗ ਵਰਗੀ ਫਰਮ ਸੀ ਉਹਨਾਂ ਦੀ ਜੀਭ, ਜਿਹੜੀ ਤੰਗ ਸੀਗੀ। ਤਾਂ ਕਹਿੰਦੇ ਜੀਭ ਖੜਕ ਸਮ ਜਨ ਦੁਖ ਮੋਚਨ, ਦਾਸਾਂ ਦੇ ਦੁੱਖਾਂ ਨੂੰ ਕੱਟਣ ਵਾਲੀ ਸੀ ਉਹ ਜੀਭ, ਇਸ ਕਰਕੇ ਤਲਵਾਰ ਵਰਗੀ ਤਿੱਖੀ ਸੀ। ਰੰਗ ਸਰੀਰ ਕਨਕ ਜਨ ਤਾਵਾ। ਉਹਨਾਂ ਦਾ ਸਰੀਰ ਜਿਹੜਾ ਸੀ ਮਾਨੋ ਕਹਿੰਦੇ ਕਨਕ ਜਨ ਤਾਵਾ, ਜਿਵੇਂ ਸੋਨੇ ਨੂੰ ਜਿਹੜਾ ਹੈ ਬੋਇਲ ਕੀਤਾ ਹੋਵੇ, ਜਿਹੜਾ ਸੋਨੇ ਨੂੰ ਮੈਲਟ ਕੀਤਾ ਹੋਵੇ, ਤੇ ਮੈਲਟ ਕਰਕੇ ਸੋਨਾ ਹਜੇ ਵੀ ਅੱਗ ਦੇ ਥੱਲੇ ਉਹਦੇ ਅੱਗ ਹੋਵੇ, ਉਹ ਸੋਨਾ ਚਮਕ ਜਿਵੇਂ ਮਾਰਦਾ ਹੈ ਨਾ, ਬਹੁਤ ਚਮਕ ਪੈਂਦੀ ਹੈ। ਉਹਦਾ ਸਰੀਰ ਸਾਰਾ ਸੋਨੇ ਦਾ ਹੈ, ਗੋਲ ਕਾਲਰ ਉਹਦਾ ਸਰੀਰ ਸੀਗਾ। ਦਾਰੁਣ ਉੱਚੋ ਕਾਨ ਉਠਾਵਾ। ਕਹਿੰਦੇ ਦਾਰੁਣ ਉੱਚੋ, ਉਹਦੇ ਜਿਹੜੇ ਕੰਨ ਸੀਗੇ ਨਾ, ਉਹ ਕਿਉਂਕਿ ਸ਼ੇਰ ਰੂਪ ਆ ਨਾ, ਅੱਧਾ ਹਿੱਸਾ ਉਤਲਾ ਸ਼ੇਰ ਹੈ, ਕਹਿੰਦੇ ਉਹਦੇ ਕੰਨ ਜਿਹੜੇ ਸੀਗੇ ਉਹ ਵੀ ਉੱਤੇ ਨੂੰ ਖੜੇ ਨੇ, ਕਹਿੰਦੇ ਜਿਹੜੇ ਬੜੇ ਡਰਾਉਣੇ ਦਿਸਦੇ ਹਨ। ਗਿਰ ਕੰਦਰ ਸਮ ਬਦਨ ਪਸਾਰਾ। ਗਿਰ ਕੰਦਰ, ਉਹਦਾ ਸਰੀਰ ਦਾ ਜਿਹੜਾ ਆਕਾਰ ਹੈ ਨਾ, ਉਹਦਾ ਜਿਹੜਾ ਸਾਈਜ਼ ਹੈ, ਕਹਿੰਦੇ ਪਹਾੜ ਵਰਗਾ ਹੈ, ਪਹਾੜ ਵਰਗਾ। ਉਹਦਾ ਮੂੰਹ ਜਿਵੇਂ ਪਹਾੜ ਦੇ ਵਿੱਚ ਕੇਫ ਹੁੰਦੀ ਹੈ, ਉਹਦਾ ਨੱਕ ਆਇਆ ਜਿਵੇਂ ਕੇਵਸ ਲੱਗੀਆਂ ਹੁੰਦੀਆਂ ਹਨ ਪਹਾੜਾਂ ਦੇ ਵਿੱਚ। ਕੁੱਟੀ ਕੁੱਟਿਲ ਧਨਖ ਆਕਾਰਾ। ਤੇ ਉਹਦੇ ਤਿਰਕੁੱਟੀ, ਉਹਦੇ ਆਈਬ੍ਰੋਜ਼ ਜਿਹੜੇ ਹਨ, ਇਹ ਹਿੱਸਾ ਜਿਹੜਾ ਮੱਥੇ ਵਾਲਾ, ਉਹ ਉਹਦੇ ਆਈਬ੍ਰੋਜ਼ ਟੇਢੇ ਨੇ। ਧਨੁਖ ਆਕਾਰਾ, ਧਨੁਖ ਵਰਗੇ ਉਹਦੇ ਸੋਹਣੇ ਜਿਹੜੇ ਆਈਬ੍ਰੋਜ਼ ਹਨ। ਕੰਠ ਰੋਮ ਕਰ ਤਰਸਤ ਘਨਕੋ। ਕੰਠ ਕਹਿੰਦੇ ਉਹਦਾ ਗਲਾ ਜਿਹੜਾ ਹੈ, ਗਲੇ ਦੇ ਵਾਲ ਹਨ, ਬਿਕੋ ਸ਼ੇਰ ਹੈ, ਗਲੇ ਦੇ ਵਾਲ ਜਿਹੜੇ ਹਨ ਕਹਿੰਦੇ ਉਹ ਵੀ ਬੜੇ ਡਰਾਉਂਦੇ ਹਨ। ਜਦੋਂ ਉਹ ਹਿਲਦਾ ਹੈ, ਕਹਿੰਦੇ ਆਏ ਹਿਲਦਾ ਜਿਵੇਂ ਬੱਦਲ ਹਿਲਦੇ ਹੁੰਦੇ ਹਨ ਆਕਾਸ਼ ਦੇ ਵਿੱਚ। ਸੁਰਗਤੀ ਕ ਵਿਸਤਾਰਿਓ ਤਨ ਕੋ। ਕਹਿਣ ਲੱਗੇ ਉਸ ਵੇਲੇ ਨਰਸਿੰਘ ਰੂਪ ਨੇ ਆ ਕੇ ਜਦੋਂ ਪ੍ਰਗਟ ਹੋਇਆ, ਉਹਨੇ ਜਿਹੜਾ ਉਹਦਾ ਸਰ ਜਿਹੜਾ ਸੀ ਨਾ ਸਵਰਗਾਂ ਨੂੰ ਲੱਗਦਾ ਸੀ, ਕਹਿੰਦੇ ਅਸਮਾਨ ਜਿੱਡਾ ਉਹਨੇ ਆਪਣਾ ਸਰੀਰ ਕਰ ਲਿਆ, ਬਹੁਤ ਵੱਡਾ ਸਰੀਰ ਬਣਾ ਲਿਆ। ਉਹ ਹੈ ਆਯੁਤ ਕੱਟ ਜਨ ਛੀਨਾ। ਕਹਿਣ ਲੱਗੇ ਉਹਦੀ ਛਾਤੀ ਜਿਹੜੀ ਸੀ ਬੜੀ ਚੌੜੀ ਸੀਗੀ, ਚੌੜੀ ਛਾਤੀ ਤੇ ਲੱਕ ਬਹੁਤ ਪਤਲਾ, ਜਿਵੇਂ ਸ਼ੇਰ ਦਾ ਲੱਕ ਪਤਲਾ ਹੁੰਦਾ ਹੈ, ਕਹਿੰਦੇ ਲੱਕ ਪਤਲਾ ਤੇ ਛਾਤੀ ਚੌੜੀ ਸੀ। ਦੋਨੋਂ ਬਾਹੋ ਵਿਸਾਲ ਸੁਪੀਨਾ। ਕਹਿੰਦੇ ਦੋਵੇਂ ਬਾਹਾਂ ਉਹਦੀਆਂ ਬਹੁਤ ਲੰਮੀਆਂ ਸੀ ਤੇ ਤਕੜੀਆਂ ਸੀਗੀਆਂ, ਬੜੀਆਂ ਜਿਹੜੀਆਂ ਸਟਰੈਂਥ ਨੂੰ ਰੱਖਣ ਵਾਲੀਆਂ ਸਨ। ਕੁੱਟਿਲ ਬਿਕਟ ਨਖ ਅਤਸੈ ਘੋਰਾ। ਇਸ ਕਰਕੇ ਕਹਿੰਦੇ ਕੁੱਟਿਲ ਜਿਹੜੇ ਹਨ, ਉਹਦੇ ਕਰੜੇ ਟੇਢੇ ਨੇਤਰ ਜਿਹੜੇ ਸਨ, ਕਹਿੰਦੇ ਫੇਰ ਉਹਦੇ ਨਾਲ ਕੁੱਟਿਲ ਨਿਕਟ ਵਿਕਟ, ਉਹਦੇ ਜਿਹੜੇ ਨੌ ਸਨ, ਕਹਿੰਦੇ ਨੌ ਕਹੇ ਜੇ ਸਨ, ਬਹੁਤ ਤਕੜੇ ਨੌ ਸੀ ਉਸਦੇ ਜਿਹੜੇ ਨੇਲ ਸਨ, ਤੇ ਨੌ ਜਿਹੜੇ ਉਹਦੇ ਐਸੇ ਸਨ ਬੜੇ ਤੇ ਭਿਆਨਕ, ਵੱਡੇ ਵੱਡੇ ਤਿੱਖੇ ਤੇ ਭਿਆਨਕ ਡਰਾਉਣੇ ਸਨ। ਬੱਜਰ ਆਦਿ ਤੇ ਅਧਿਕ ਕਠੋਰਾ। ਕਹਿੰਦੇ ਬੱਜਰ ਉਹਦਾ ਸਰੀਰ ਸਖਤ ਸੀਗਾ, ਬਹੁਤ ਹਾਰਡ ਸਰੀਰ ਸੀਗਾ, ਕਹਿੰਦੇ ਜਿਵੇਂ ਅਧਿਕ ਕਠੋਰਾ, ਜਿਵੇਂ ਪੱਥਰ ਹੁੰਦਾ ਹੈ, ਇਸ ਤਰ੍ਹਾਂ ਦਾ ਜਿਹੜਾ ਹੈ ਕਠੋਰ ਉਹਦਾ ਜਿਹੜਾ ਹੈ ਸਰੀਰ ਜਿਹੜਾ ਹੈ ਬੜਾ ਫਰਮ ਸੀਗਾ। ਦੇਖਤ ਭਾਜੇ ਦਾਨਵ ਸਰਬਾ। ਜਦੋਂ ਇਹ ਦਾਨਵ ਦੈਂਤਾਂ ਨੇ ਦੇਖਿਆ ਕਿ ਐਸਾ ਸਰੂਪ ਜਦੋਂ ਪ੍ਰਗਟ ਹੋਇਆ, ਉਹ ਦੈਂਤ ਸਾਰੀ ਭੱਜ ਗਏ। ਦੈਂਤ ਰਾਜ ਗਹਿ ਗਦਾ ਸੋ ਗਰਬਾ। ਪਰ ਉਸ ਵੇਲੇ ਹਰਨਾਕਸ਼ ਹਾਰ ਨਹੀਂ ਮੰਨਦਾ। ਹਰਨਾਕਸ਼ ਮੂਹਰੇ ਖੜ ਕੇ ਕੀ ਕੀਤਾ, ਬਾਕੀ ਤੇ ਤਾਂ ਡਰ ਕੇ ਭੱਜ ਗਏ, ਹਰਨਾਕਸ਼ ਨੇ ਆਪਣਾ ਗਧਾ ਕੱਢਿਆ। ਸੋ ਗਧਾ ਜਿਹੜਾ ਹੁੰਦਾ ਉੱਤੋਂ ਜਿਹੜਾ ਹੈ ਜਿਵੇਂ ਬੋਲ ਜੀ ਹੁੰਦੀ ਹੈ ਤੇ ਹੱਥ, ਉਹਨੇ ਬਹੁਤ ਵੱਡਾ ਗਧਾ ਆਪਣੇ ਹੱਥ ਵਿੱਚ ਫੜ ਕੇ ਬੜੇ ਹੰਕਾਰ ਦੇ ਨਾਲ, ਬਲ ਨਿਧ ਹੋਤੋ ਧਰੇ ਔਰ ਧੀਰਾ। ਬਲ ਨਿਧ ਕਹਿੰਦੇ ਕਿ ਬੜਾ ਬਲੀ ਸੀਗਾ, ਹਰਨਾਕਸ਼ ਵੀ ਕੋਈ ਘੱਟ ਬਲੀ ਨਹੀਂ ਸੀਗਾ। ਉਹਨੇ ਚੱਕ ਕੇ ਆਪਣਾ ਜਿਹੜਾ ਗਧਾ ਸੀਗਾ ਹੋਤੇ ਧਰੇ ਔਰ ਧੀਰਾ, ਉਹਦੇ ਆਪਣੇ ਮਨ 'ਚ ਧੀਰ ਧਾਰੀ, ਡਰਿਆ ਨਹੀਂਗਾ ਹਰਨਾਕਸ਼ ਜਿਹੜਾ ਹੈ, ਹਰਨਾਕਸ਼ ਨਰਸਿੰਘ ਰੂਪ ਤੋਂ। ਉਹ ਨਰਸਿੰਘ ਨੂੰ ਮਾਰਨਾ ਚਾਹੁੰਦਾ ਸੀ, ਅਟੈਕ ਕਰਨ ਆਇਆ, ਆਪਣਾ ਜਿਹੜਾ ਗਧਾ ਹੱਥ ਵਿੱਚ ਫੜ ਕੇ ਤਕੜਾ ਹੋ ਕੇ। ਆਵਾ ਸਨਮੁਖ ਜੋ ਬੜ ਵੀਰਾ। ਜੋ ਆ ਗਿਆ ਜੀ ਸਨਮੁਖ, ਭੱਜ ਕੇ ਆਇਆ ਜੀ ਦੂਰੋਂ, ਉਹਨੇ ਗਧਾ ਚੱਕਿਆ ਤੇ ਆਪਣੀ ਮੋਮੈਂਟਮ ਬਣਾ ਰਿਹਾ ਸੀਗਾ ਵੀ ਜਾ ਕੇ ਜਿਹੜਾ ਹੈ ਕੋਲ ਜਾ ਕੇ
ਮੈਂ ਛਾਲ ਮਾਰ ਕੇ ਇਹਨਾਂ ਦੇ ਜਿਹੜਾ ਗਦਾ ਮਾਰਨਾ ਹੈ ਨਰਸਿੰਘ ਦੇ। ਸੋ ਉਸ ਵੇਲੇ ਜਦੋਂ ਸਾਹਮਣੇ ਆਇਆ ਬੜੀ ਤੇਜ਼ੀ ਦੇ ਨਾਲ, ਮਹਾਮਤ ਕੁੰਚਰ ਜਿਉ ਧਾਇਓ, ਕਹਿਣ ਲੱਗੇ ਮਹਾਮਤ ਕੁੰਚਰ, ਜਿਵੇਂ ਮਸਤ ਹਾਥੀ ਭੱਜਿਆ ਆਉਂਦਾ ਹੁੰਦਾ ਹੈ, ਜਿਹੜਾ ਵੀਰਤਾ ਆਪਣੀ ਲੈ ਕੇ ਉਹ ਭੱਜਿਆ ਆਉਂਦਾ ਹੁੰਦਾ ਅਟੈਕ ਕਰਨ ਵਾਸਤੇ, ਇਸ ਤਰ੍ਹਾਂ ਹੀ ਦੌੜ ਕੇ ਆ ਰਿਹਾ ਜੀ ਹਰਨਾਕਸ਼। ਤਿਉ ਸ੍ਰੀ ਨਰ ਹਰ ਕੇ ਟਿਗ ਆਇਓ, ਜਦੋਂ ਨਰਸਿੰਘ ਦੇ ਜਿਹੜਾ ਨਰਸਿੰਘ ਸਰੂਪ ਦੇ ਕੋਲ ਪਹੁੰਚਿਆ, ਜੋ ਨਰਸਿੰਘ ਦੇ ਕੋਲ ਐਨ ਆ ਗਿਆ ਜੀ ਨੇੜੇ, ਕਹੇ ਗਦਾ ਕਰ ਜੋਰ ਪ੍ਰਹਾਰੀ, ਉਹਨੇ ਚੱਕ ਕੇ ਗਦਾ ਜ਼ੋਰ ਦੀ ਜਿਹੜਾ ਵਾਰ ਕੀਤਾ ਜੀ ਨਰਸਿੰਘ ਰੂਪ ਤੇ। ਹੁਣ ਇਤ ਉਤ ਫਿਰ ਘਾਤ ਵਿਚਾਰੀ, ਫਿਰ ਉਹਨੇ ਇੱਕ ਵਾਰੀ ਤਾਂ ਮਾਰਿਆ ਜੀ ਨਰਸਿੰਘ ਰੂਪ ਦੇ, ਮਾਰਿਆ ਜੀ ਜਿਹੜਾ ਹੈ ਬਹੁਤ ਜ਼ੋਰ ਦੀ ਮਾਰਿਆ। ਫਿਰ ਉਹਨੇ ਕੀ ਕੀਤਾ, ਇੱਧਰ ਉੱਧਰ ਤੁਰ ਫਿਰ ਕੇ ਜਿਹੜਾ ਹੈ ਉਹ ਜਿਹੜਾ ਹੈ ਆਲੇ ਦੁਆਲੇ ਘੁੰਮ ਕੇ ਮਾਰਨ ਲੱਗਿਆ ਜੀ, ਜਿੱਥੇ ਵੀ ਉਹਦਾ ਦਾ ਲੱਗਦਾ ਸੀ। ਦੁਤੀਏ ਬਾਰ ਨੇਰ ਜਬ ਕੀਨਾ, ਦੁਤੀਏ ਬੇਰ, ਜਦੋਂ ਉਹਨੇ ਦੂਜੀ ਵਾਰ ਜ਼ੋਰ ਦੀ ਵਾਰ ਕਰਨਾ ਚਾਹਿਆ, ਇਹ ਜਿਹੜਾ ਹੈ ਆਪਣਾ ਹਰਨਾਕਸ਼ ਨੇ ਨੇੜੇ ਹੋ ਕੇ, ਸ੍ਰੀ ਨਰ ਸਿੰਘ ਤਬਹਿ ਗਹਿ ਲੀਨਾ, ਨਰਸਿੰਘ ਨੇ ਕੀ ਕੀਤਾ, ਉਸਦਾ ਗਦੇ ਦੇ ਉਹਨੂੰ ਆਪਣੇ ਹੱਥ ਨਾਲ ਫੜ ਲਿਆ। ਹੱਥ ਨਾਲ ਫੜ ਕੇ ਉਸ ਵੇਲੇ ਕੀ ਕੀਤਾ, ਉਹਨਾਂ ਨੇ ਇਸ ਹਰਨਾਕਸ਼ ਨੂੰ ਵੀ ਪਕੜ ਲਿਆ, ਫੜ ਲਿਆ ਜੀ ਹਰਨਾਕਸ਼ ਨੂੰ। ਬਿਨਾ ਪ੍ਰਯਾਸ ਗਰੁੜ ਇਹ ਗਹਿ, ਕਹਿੰਦੇ ਕਿ ਕਿੰਨਾ ਸੌਖਾ ਨਰਸਿੰਘ ਰੂਪ ਨੇ ਫੜਿਆ ਹਰਨਾਕਸ਼ ਨੂੰ। ਕਹਿੰਦੇ ਜਿਵੇਂ ਕਹਿੰਦੇ ਗਰੁੜ ਇਹ ਗਹੀ, ਜਿਵੇਂ ਗਰੂਡਾ ਜਿਹੜਾ ਹੈ ਸੱਪ ਨੂੰ ਫੜਦਾ ਹੈ, ਕਹਿੰਦੇ ਇਸ ਤਰ੍ਹਾਂ ਬਹੁਤ ਸੌਖੇ ਤਰੀਕੇ ਨਾਲ ਹਰਨਾਕਸ਼ ਨੂੰ ਫੜ ਲਿਆ। ਕਿਉਂ ਗਹਿ ਲੀਨ ਛੁੱਟਣ ਕੋ ਚਾਹੀ, ਤੇ ਉਹ ਕਹਿੰਦਾ ਉਸ ਵੇਲੇ ਹਰਨਾਕਸ਼ ਉਸਦੀ ਗ੍ਰਿਪ ਦੇ ਵਿੱਚ ਆ ਗਿਆ, ਗ੍ਰਿਪ ਦੇ ਵਿੱਚ ਆ ਗਿਆ। ਸੋ ਗ੍ਰਿਪ 'ਚ ਆਏ ਹੋਏ ਨੇ ਜਿਹੜਾ ਹੈ ਹਰਨਾਕਸ਼ ਨੇ ਫਿਰ ਆਪਣੇ ਸ਼ਾਸਤਰ ਵਰਤੇ, ਇੱਧਰ ਉੱਧਰ ਹਿਲਦਾ ਹੈ, ਮਾਰਦਾ ਹੈ, ਘਸੁੰਨ ਮਾਰਦਾ ਹੈ, ਬਹੁਤ ਕੁਝ ਕੀਤਾ ਉਹਨੇ ਵੀ ਮੈਂ ਛੁੱਟ ਜਾਵਾਂ। ਲੀਲਾ ਹੇਤ ਪ੍ਰਭੂ ਪੁਨ ਛੋਰਾ, ਕੀ ਹੋਇਆ, ਕਹਿੰਦੇ ਉਸ ਵੇਲੇ ਨਰਸਿੰਘ ਰੂਪ ਦੇ ਵਿੱਚ ਆਪ ਪਰਮਾਤਮਾ ਜਿਹੜਾ ਸੀਗਾ, ਉਹਨੇ ਸੋਚਿਆ ਇਹਦੇ ਨਾਲ ਮੈਂ ਥੋੜਾ ਜਿਹਾ ਖੇਡ ਲਵਾਂ। ਉਹਨੇ ਆਪਣੀ ਲੀਲਾ, ਆਪਣਾ ਕੌਤਕ ਵਰਤਾਇਆ ਤੇ ਕੀ ਕੀਤਾ, ਹਰਨਾਕਸ਼ ਨੂੰ ਛੱਡਤਾ ਵੀ ਤੂੰ ਚੱਲ ਹੋਰ ਇੱਕ ਵਾਰੀ ਟਰਾਈ ਕਰ ਲਾ। ਉਹਨੇ ਛੱਡਦਾ ਜੀ, ਆਪਣੇ ਹੱਥੋਂ ਛੱਡ ਦਿੱਤਾ। ਛੁੱਟ ਕਰ ਗਰਜਤ ਪਾਤਾ ਬਕੋਰਾ, ਕਹਿਣ ਲੱਗੇ ਜੋ ਛੁੱਟ ਕੇ ਆਇਆ ਹਰਨਾਕਸ਼, ਫੇਰ ਗਰਜਣ ਲੱਗਿਆ ਹਰਨਾਕਸ਼। ਉਹ ਕਹਿੰਦਾ ਮੈਂ ਨਹੀਂ ਤੈਨੂੰ ਛੱਡਦਾ, ਨਰਸਿੰਘ ਨੂੰ ਕਹਿੰਦਾ। ਹਾਹਾਕਾਰ ਦੇਵ ਸਭ ਕਰਹੀ, ਕਹਿਣ ਲੱਗੇ ਸਾਰੇ ਕਿਤੇ ਹਾਹਾਕਾਰ ਹੋ ਗਈ, ਦੇਵਤੇ ਸਵਰਗਾਂ 'ਚ ਬੈਠੇ ਹਾਹਾਕਾਰ ਲੱਗ ਪਏ ਵੀ ਇਹ ਕੀ ਹੋ ਰਿਹਾ ਜੀ। ਕੰਨ ਪਟ ਕਰ ਦੇਖਿਆ ਹੈ ਔਰ ਡਰ ਹੀ, ਉਹ ਕਿ ਬੱਦਲਾਂ ਦੇ ਪਰਦੇ ਨਾਲ, ਬੱਦਲਾਂ ਤੇ ਲੁਕ ਲੁਕ ਕੇ ਦੇਵਤੇ ਦੇਖਦੇ ਨੇ ਉੱਤੋਂ ਵੀ ਕਿਤੇ ਸਾਡੇ ਕੋਲ ਨਾ ਹਰਨਾਕਸ਼ ਆ ਜਾਵੇ, ਕਿਤੇ ਨਰਸਿੰਘ ਕਿਤੇ ਸਾਡੇ ਵੱਲ ਨਾ ਦੇਖ ਕੇ ਸਾਨੂੰ ਹੀ ਚੁੱਕ ਲਵੇ। ਸੋ ਡਰਦੇ ਡਰਦੇ ਬੱਦਲਾਂ ਦੇ ਓਲੇ ਹੋ ਕੇ ਦੇਖਦੇ ਹਨ। ਪ੍ਰਭ ਕੇ ਬਲ ਮਹਿ ਸੰਕਾ ਮਨ ਹੈ, ਕਹਿਣ ਲੱਗੇ ਪ੍ਰਭੂ ਦੇ ਜਿਹੜੇ ਹਨ ਪਰਮਾਤਮਾ ਦੇ ਬਲ ਵਿੱਚ ਸ਼ੰਕਾ ਮੰਨਦਾ ਹੈ। ਹਜੇ ਵੀ ਹਰਨਾਕਸ਼ ਸੋਚ ਰਿਹਾ ਹੈ ਕਿ ਮੈਨੂੰ ਜਿੱਤ ਲਵਾਂਗਾ, ਭਾਵੇਂ ਨਰਸਿੰਘ ਰੂਪ ਹੋ ਕੇ ਸਾਹਮਣੇ ਖੜਾ ਪਰਮੇਸ਼ਰ, ਹਜੇ ਵੀ ਹਰਨਾਕਸ਼ ਹਟਦਾ ਨਹੀਂ, ਹਜੇ ਵੀ ਸ਼ੰਕਾ ਕਰਦਾ ਹੈ, ਕਹਿੰਦਾ ਮੈਂ ਤਕੜਾ ਇਹਦੇ ਨਾਲੋਂ। ਹਰਨਾਕਸ਼ ਕੋ ਬਲੀ ਪਛਾਨ ਹੈ, ਤੇ ਜਿਹੜਾ ਹੈ ਹਰਨਾਕਸ਼ ਕੋ ਬਲੀ ਪਛਾਣੈ, ਕਹਿੰਦੇ ਹਰਨਾਕਸ਼ ਜਿਹੜਾ ਹੈ ਉਸਨੂੰ ਜਿਹੜਾ ਹੈ ਹਰਨਾਕਸ਼ ਕੋ ਬਲੀ ਪਛਾਣੈ। ਸੋ ਦੇਖੋ ਹਰਨਾਕਸ਼ ਜਿਹੜਾ ਹੈ, ਹਿਰਣਕਸ਼ਪ ਜਿਹੜਾ ਹੈ, ਇਹਨੂੰ ਬਲੀ ਪਛਾਣੋ। ਦੇਖੋ ਐਡਾ ਬਹਾਦਰ ਹੈ, ਨਰਸਿੰਘ ਰੂਪ ਦੇ ਮੂਹਰੇ ਖੜ ਕੇ ਵੀ ਹੌਸਲਾ ਕਰ ਰਿਹਾ ਮੈਂ ਇਹਦੇ ਨਾਲ ਲੜਾਂਗਾ, ਮੈਨੂੰ ਜਿੱਤਾਂਗਾ। ਇਹ ਖਗਪਤ ਜੋ ਖੇਲਣ ਹੇਤਾ, ਦੇਖੋ ਜਿਵੇਂ ਸੱਪ ਜਿਹੜਾ ਹੈ, ਸੱਪ ਨੂੰ ਗਰੁੜ ਜਿਹੜਾ ਹੈ ਥੋੜਾ ਜਿਹਾ ਛੱਡ ਦਿੰਦਾ ਹੈ, ਫਿਰ ਜਿਹੜੇ ਗਰੁੜਾ ਹੁੰਦੀ ਹੈ ਉਹ ਮੁੜ ਮੁੜ ਕੇ ਖੇਡਦੀ ਹੈ ਉਹਦੇ ਨਾਲ, ਉਹ ਭੱਜਦਾ ਫੇਰ ਚੱਕ ਲੈਂਦੀ ਹੈ, ਫੇਰ ਛੱਡ ਦਿੰਦੀ ਹੈ, ਜਿਵੇਂ ਜਦੋਂ ਉਹਦਾ ਚਾਅ ਹੋਵੇ ਖੇਡਣ ਦਾ। ਫਿਰ ਉਹ ਸੱਪਾਂ ਨਾਲ ਇਸ ਤਰ੍ਹਾਂ ਜਿਵੇਂ ਖੇਡਦੀ ਹੈ, ਨਰਸਿੰਘ ਰੂਪ ਵੀ ਹੁਣ ਹਰਨਾਕਸ਼ ਨਾਲ ਖੇਡ ਰਿਹਾ ਹੈ। ਲਖਤ ਨ ਕਰਹੀ ਕਿਰਪਾ ਨਿਕੇਤਾ, ਲਖਤ ਨਾ ਜਿਹੜਾ ਹਾਂ ਕਰਹੀ ਕਿਰਪਾ ਨਿਕੇਤਾ, ਨਹੀਂ ਸਮਝਦੇ, ਨਹੀਂ ਸਮਝ ਆਉਂਦੀ ਕਹਿੰਦੇ ਉਹ ਜਿਹੜਾ ਹਨ ਹਰਨਾਕਸ਼ ਨੂੰ ਕਿ ਇਹ ਕਿਰਪਾ ਨਿਕੇਤਾ ਹੈ, ਇਹ ਕਿਰਪਾ ਦਾ ਘਰ ਹੈ, ਇਹ ਆਪ ਪਰਮੇਸ਼ਰ ਆਇਆ ਹੈ। ਹੁਣ ਦਨ ਜੇਸ਼ ਲਏ ਅਸ ਢਾਲਾ, ਹੁਣ ਦਨ ਜੇਸ਼ ਕਹਿਣਗੇ ਫਿਰ ਇਹ ਜਿਹੜਾ ਦਾਨਵਾਂ ਦਾ ਰਾਜਾ ਜਿਹੜਾ ਹਰਨਾਕਸ਼ ਹੈ, ਇਹਨੇ ਕੀ ਕੀਤਾ, ਇਹਨੇ ਆਪਣੀ ਤਲਵਾਰ ਤੇ ਆਪਣੀ ਢਾਲ ਸੰਭਾਲ ਲਈ, ਸ਼ੀਲ ਲੈ ਲਈ ਤੇ ਇੱਕ ਤਲਵਾਰ ਲੈ ਲਈ। ਆਇਓ ਪ੍ਰਭ ਸਮੀਤ ਤਤਕਾਲਾ, ਉਹਨੇ ਵਾਰ ਕਰਨ ਵਾਸਤੇ ਭੱਜਿਆ ਆ ਰਿਹਾ ਹੈ ਜੀ। ਸ੍ਰੀ ਨਰਸਿੰਘ ਗਰਜ ਧੁਨ ਘੋਰਾ, ਉਸ ਵੇਲੇ ਨਰਸਿੰਘ ਨੇ ਕੀ ਕੀਤਾ, ਗਰਜਿਆ, ਰੌ ਕੀਤਾ ਜੀ ਬਹੁਤ ਉੱਚੀ ਆਵਾਜ਼ ਦੇ ਨਾਲ। ਦਾਰੁਣ ਕਿਆ ਚਹੂ ਔਰ ਕਠੋਰਾ, ਕਹਿਣ ਲੱਗੇ ਭਿਆਨਕ, ਚਾਰੋਂ ਤਰਫ ਜਿਹੜੇ ਹਨ ਉਹਦਾ ਜਿਹੜਾ ਸਰੀਰ ਸਖਤ ਹੈ, ਤਕੜਾ ਸਰੀਰ ਹੈ ਉਸਦਾ, ਦਾਰੁਣ ਜਿਹੜਾ ਉਹਦਾ ਰੂਪ ਡਰਾਉਣਾ ਹੈ। ਦੌਰ ਗਹਿਓ ਦਨ ਜੇ ਸਹਿਜ ਐਸੇ, ਬਸ ਦੌੜ ਕੇ ਜਦੋਂ ਹਰਨਾਕਸ਼ ਉਹਦੇ ਕੋਲ ਪਹੁੰਚਿਆ ਦੂਜੀ ਵਾਰ, ਹੁਣ ਕਹਿ ਗਹਿ ਲੇਤ ਮੈਂਡ ਕਹਿ ਜੈਸੇ, ਉਹ ਕਹਿੰਦੇ ਹਰਨਾਕਸ਼ ਨੂੰ ਨਰਸਿੰਘ ਨੇ ਇਉਂ ਪਕੜਿਆ ਜਿਵੇਂ ਕਹਿੰਦੇ ਸੱਪ ਡੱਡੂ ਨੂੰ ਪਕੜਦਾ ਹੁੰਦਾ ਹੈ। ਕਹਿੰਦੇ ਬਸ ਉਹਨੇ ਇੱਕ ਝਪਟਕ ਮਾਰੀ, ਹਰਨਾਕਸ਼ ਨੂੰ ਫੜ ਲਿਆ ਜੀ,
ਫੜ ਕੇ ਜੀ ਕੀ ਕੀਤਾ, ਹਰ ਫਰਾਤ ਭਾਜਨ ਇਤ ਉਤ ਕੋ। ਉਹ ਫਿਰ ਵੀ ਜਿਹੜਾ ਹਨ ਫੜਾਉਂਦਾ ਹੈ, ਮਤਲਬ ਉਹ ਫਿਰ ਵੀ ਕੋਸ਼ਿਸ਼ ਕਰ ਰਿਹਾ ਭੱਜਣ ਦੀ, ਪਰ ਕਹਿੰਦੇ ਹੁਣ ਉਹਦੀ ਵਾਹ ਨਹੀਂ ਜਾਂਦੀ, ਹੁਣ ਉਹਨੂੰ ਕਬਜ਼ੇ ਵਿੱਚ ਕਰ ਲਿਆ। ਡਿੱਡ ਕਹਿ ਲਿਆ ਨਾ ਜਾਣ ਦੇ ਕਿਤ ਕੋ। ਬਸ ਹੁਣ ਡਿੱਡ ਕਰ ਲਿਆ ਜੀ, ਹਰਨਾਕਸ਼ ਨੂੰ ਘੁੱਟ ਕੇ ਫੜ ਲਿਆ ਨਰ ਸਿੰਘ ਨੇ, ਹੁਣ ਨਹੀਂ ਛੱਡਦਾ। ਕਹਿ ਛਿਨ ਸਭਾ ਦੁਆਰ ਕੇ ਥਾਨਾ। ਕੀ ਕੀਤਾ ਉਸ ਵੇਲੇ ਪਰਮੇਸ਼ਰ ਨੇ, ਉਹ ਨਰਸਿੰਘ ਰੂਪ ਹੋ ਕੇ ਕਹਿੰਦੇ ਉਹ ਦੁਆਰ ਜਿਹੜਾ ਡਿਊਟੀ ਹੈ, ਡਿਊਟੀ ਦੇ ਵਿੱਚ ਲੈ ਗਿਆ, ਜਿੱਥੇ ਨਾ ਅੰਦਰ ਹੈ ਨਾ ਬਾਹਰ ਹੈ, ਇਨ ਬਿਟਵੀਨ ਅ ਡੋ। ਸੋ ਇੱਕ ਡੋ ਦੇ ਵਿਚਾਲੇ ਲੈ ਗਿਆ ਦਰਵਾਜ਼ੇ ਦੇ, ਨਾ ਉਹ ਅੰਦਰ ਸੀ ਨਾ ਬਾਹਰ ਸੀ। ਧਾਰ ਉਰੂ ਪਰ ਸ੍ਰੀ ਭਗਵਾਨਾ। ਤੇ ਉਹ ਸ੍ਰੀ ਭਗਵਾਨ ਨਰਸਿੰਘ ਰੂਪ ਨੇ ਕੀ ਕੀਤਾ, ਹਰਨਾਕਸ਼ ਨੂੰ ਆਪਣੇ ਪੱਟਾਂ ਤੇ ਰੱਖ ਲਿਆ। ਪੱਟਾਂ ਤੇ ਰੱਖ ਕਰਕੇ ਤੇ ਉਹ ਨਰਸਿੰਘ ਰੂਪ ਫਲੋਟਿੰਗ ਹੋ ਗਿਆ ਜੀ। ਸੋ ਉਹ ਦਰਵਾਜ਼ੇ ਦੇ ਵਿਚਾਲੇ ਤੇ ਫਲੋਟ ਹੋ ਗਿਆ ਉੱਤੇ ਨੂੰ, ਫਲੋਟ ਹੋ ਕੇ ਉਹਨੇ ਜਿਹੜਾ ਹੈ ਚੱਕ ਕੇ ਉਹ ਹਰਨਾਕਸ਼ ਨੂੰ ਆਪਣੇ ਪੱਟਾਂ ਤੇ ਬਿਠਾ ਲਿਆ, ਜਿਵੇਂ ਕੋਈ ਬੱਚੇ ਨੂੰ ਬਿਠਾਉਂਦਾ ਹੁੰਦਾ ਹੈ। ਪੂਰਨ ਨਖਸੋਂ ਉਦਰ ਵਿਧਾਰਾ। ਪੂਰਨ ਨਖਸੋਂ ਉਹਨੇ ਆਪਣੇ ਨੌਹਾਂ ਦੇ ਨਾਲ ਕੀ ਕੀਤਾ, ਉਸੇ ਵੇਲੇ ਹਰਨਾਕਸ਼ ਨੂੰ ਜਿਹੜਾ ਹੈ ਨੌਹਾਂ ਦੇ ਨਾਲ ਪਾੜ ਦਿੱਤਾ। ਉਹਨੇ ਆਪਣੇ ਨੇਲਸ ਲੈ ਕੇ ਉਸਦਾ ਸਰੀਰ ਨੂੰ ਪਾੜ ਦਿੱਤਾ ਜੀ। ਮਹਾਬਲੀ ਇੱਕ ਛਿਨ ਮੈਂ ਮਾਰਾ। ਮਹਾਬਲੀ ਕਹਿੰਦੇ ਇਹ ਮਹਾਬਲੀ ਜਿਹੜਾ ਹੈ ਆਪਣੇ ਆਪ ਨੂੰ ਬਹੁਤ ਵੱਡਾ ਸਮਝਣ ਵਾਲਾ, ਬਹੁਤ ਤਕੜਾ ਸਮਝਣ ਵਾਲਾ, ਹਰਨਾਕਸ਼ ਆਪਣੇ ਆਪ ਨੂੰ ਰੱਬ ਕਹਿਣ ਵਾਲਾ, ਕਹਿੰਦੇ ਇੱਕ ਛਿਨ ਇਨਸਟੈਂਟਲੀ ਉਹਨੇ ਮਾਰ ਦਿੱਤਾ। ਨਰਸਿੰਘ ਰੂਪ ਨੇ ਉਸੇ ਵੇਲੇ ਆਪਣੇ ਨੌ ਵਿੱਚ ਪਾ ਕੇ ਉਹ ਸਾਰਾ ਇਹਦਾ ਸਰੀਰ ਪਾੜ ਕੇ ਰੱਖਤਾ। ਨਹਿ ਅੰਤਰ ਨਹਿ ਬਾਹਰ ਕੀਨਾ। ਦੇਖੋ ਹੁਣ ਸਾਰੇ ਜਿੰਨੇ ਵੀ ਉਹਨੂੰ ਵਰ ਮਿਲੇ ਸੀਗੇ ਨਾ ਹਰਨਾਕਸ਼ ਨੂੰ, ਵੀ ਮੈਂ ਨਾ ਅੰਦਰ ਮਰਾਂ ਨਾ ਬਾਹਰ ਮਰਾਂ, ਕਹਿੰਦੇ ਐਸਾ ਹੀ ਹੋਇਆ। ਡਿਊਟੀ ਤੇ ਲਿਆ ਕੇ ਬਿਠਾਤਾ ਜੀ, ਨਾ ਅੰਦਰ ਸੀ ਨਾ ਬਾਹਰ ਸੀ, ਅੱਧਾ ਸਰੀਰ ਅੰਦਰ ਸੀ ਅੱਧਾ ਬਾਹਰ ਸੀਗਾ। ਸੋ ਇਸ ਕਰਕੇ ਨਾ ਅੰਦਰ ਨਾ ਬਾਹਰ। ਤੇ ਉਸ ਨਾਲ ਨਿਸਾ ਜਬ ਹੈ ਹਨ ਦੀਨਾ। ਜਦੋਂ ਉਹਦੀ ਮੌਤ ਜਦੋਂ ਉਹਨੂੰ ਮਾਰਿਆ ਉਦੋਂ ਸਨਸੈਟ ਹੋਣ ਵਾਲਾ ਸੀ, ਨਾ ਦਿਨ ਸੀ ਨਾ ਰਾਤ ਸੀ। ਨਹਿ ਧਰਨੀ ਨਹਿ ਅੰਬਰ ਮਾਹੀ। ਕਹਿਣ ਲਗੇ ਨਾ ਉਹ ਧਰਤੀ ਸੀ ਨਾ ਆਕਾਸ਼ ਸੀਗਾ, ਕਿਉਂਕਿ ਉਹ ਫਲੋਟ ਹੋ ਗਿਆ ਵਿਚਾਲੇ। ਉਹ ਹਵਾ ਦੇ ਵਿੱਚ ਜਿਹੜਾ ਹੈ ਨਰਸਿੰਘ ਰੂਪ ਨੇ ਉਹਨੂੰ ਫੜ ਕੇ ਬਿਠਾ ਲਿਆ ਆਪਣੀ ਜਿਹੜਾ ਗੋਦ ਵਿੱਚ। ਜੇਤ ਮ੍ਰਿਤਕ ਦੋ ਬਿਦ ਨਖ ਨਾਹੀ। ਹੁਣ ਦੇਖੋ ਕਹਿੰਦੇ ਉਹ ਕਹਿੰਦਾ ਸੀ ਮੈਂ ਕਿਸੇ ਵੀ ਸ਼ਾਸਤਰ ਨਾਲ ਨਾ ਮਰਾਂ। ਹੁਣ ਦੇਖੋ ਕਹਿੰਦੇ ਕੋਈ ਵੀ ਸ਼ਾਸਤਰ ਜਿਹੜਾ ਹੈ, ਨਾ ਕੋਈ ਮੈਂ ਜਾਨਵਰ ਤੋਂ ਮਰਾਂ, ਨਾ ਕੋਈ ਜੜ ਹੋਵੇ ਨਾ ਚੇਤਨ ਹੋਵੇ, ਨਾ ਕੋਈ ਜਾਣ ਵਾਲਾ ਹੋਵੇ ਨਾ ਜੜ ਵਾਲਾ ਹੋਵੇ, ਕੋਈ ਵੀ ਐਸਾ ਸ਼ਾਸਤਰ, ਐਸਾ ਕੋਈ ਜਾਨਵਰ ਤੋਂ ਮੈਂ ਨਾ ਮਰਾਂ। ਉਸ ਵੇਲੇ ਨਰਸਿੰਘ ਰੂਪ ਨੇ ਆਪਣੇ ਨੌਹਾਂ ਨਾਲ ਕਿਉਂ ਮਾਰਿਆ? ਕਿਉਂਕਿ ਨੌ ਜਿਹੜੇ ਹਨ ਇਹ ਜਿਉਂਦੇ ਵੀ ਆ ਤੇ ਮਰੇ ਵੀ ਆ। ਅਸਲ ਵਿੱਚ ਇਹ ਦੋਵੇਂ ਹੀ ਨੇ। ਕਹਿੰਦੇ ਜਦੋਂ ਇਹ ਨੌਵਾਂ ਨੂੰ ਆਪਾਂ ਕੱਟਦੇ ਆ ਇਹ ਦੁੱਖ ਨਹੀਂ ਲੱਗਦਾ, ਪਰ ਕਹਿੰਦੇ ਨੌ ਵੱਧਦੇ ਨੇ ਇਸ ਕਰਕੇ ਜਿਉਂਦੇ ਵੀ ਨੇ। ਸੋ ਨੌ ਜਿਹੜੇ ਹਨ ਇਹ ਦੋਵੇਂ ਨੇ, ਇਹ ਜਿਉਂਦੇ ਵੀ ਆ ਤੇ ਮਰੇ ਵੀ ਨੇ। ਸੋ ਇਸ ਕਰਕੇ ਉਹ ਕਹਿੰਦਾ ਸੀ ਨਾ ਮੈਨੂੰ ਕੋਈ ਜਿਉਂਦੀ ਚੀਜ਼ ਮਾਰ ਸਕੇ, ਨਾ ਕੋਈ ਮੈਨੂੰ ਜੜ ਮਰੀ ਹੋਈ ਚੀਜ਼ ਮਾਰ ਸਕੇ। ਸੋ ਨੌ ਜਿਹੜੇ ਹਨ ਨੇਲ ਦੋਵਾਂ ਵਿੱਚ ਆ ਗਏ, ਨਾ ਲਾਈਫ ਹੈ ਨਾ ਡੈਥ ਹੈ ਇਹ। ਸੋ ਇਹਨਾਂ ਦੋ ਇਸ ਕਰਕੇ ਉਹਨੇ ਨੌਹਾਂ ਦੇ ਨਾਲ ਪਾੜ ਦਿੱਤਾ ਜੀ। ਵਿਦ ਕੀ ਰਚਨਾ ਜਨਮ ਨਾ ਲੀਨਾ। ਦੇਖੋ ਫਿਰ ਕਹਿੰਦੇ ਵਿਦ ਕੀ ਰਚਨਾ। ਉਹ ਕਹਿੰਦਾ ਸੀਗਾ ਹੇ ਬਰਮਾ ਜਿੱਥੋਂ ਤੱਕ ਤੇਰੀ ਕ੍ਰੀਏਸ਼ਨ ਹੈ ਉੱਥੇ ਤੱਕ ਮੈਨੂੰ ਕੋਈ ਨਾ ਮਾਰ ਸਕੇ। ਹੁਣ ਦੇਖੋ ਨਰਸਿੰਘ ਰੂਪ ਤਾਂ ਬਰਮਾ ਨੇ ਨਹੀਂ ਬਣਾਇਆ, ਨਰਸਿੰਘ ਰੂਪ ਤਾਂ ਬਰਮਾ ਦਾ ਨਹੀਂ ਬਣਾਇਆ ਹੋਇਆ, ਇਸ ਕਰਕੇ ਤਾਂ ਅੱਧਾ ਸ਼ੇਰ ਅੱਧਾ ਬੰਦਾ ਹੈ। ਇਹ ਤਾਂ ਪ੍ਰਮਾਤਮਾ ਨੇ ਆਪਣਾ ਇੱਕ ਸਪੈਸ਼ਲ ਰੂਪ ਬਣਾ ਲਿਆ ਨਾ, ਜਿਹੜਾ ਬਰਮਾ ਨੇ ਨਹੀਂ ਬਣਾਇਆ। ਸੋ ਇਸ ਕਰਕੇ ਉਹ ਉਸ ਰੂਪ ਵਿੱਚ ਆਏ। ਸਿਲਾ ਥੰਬ ਤੇ ਨਿਕਸ ਪਰਬੀਨਾ। ਫਿਰ ਦੇਖੋ ਇੱਕ ਟ੍ਰਿਕੀ ਵਾਲੀ ਗੱਲ ਹੈ, ਪਹਿਲੀ ਵਾਰੀ ਕਿਤੇ ਸੁਣੀ ਹੋਊਗੀ। ਕਹਿੰਦੇ ਉਹ ਜਿਹੜਾ ਹੈ ਹੁਣ ਨਰਸਿੰਘ ਰੂਪ ਕਿੱਥੋਂ ਪ੍ਰਗਟ ਹੋਇਆ? ਦੇਖੋ ਜੇ ਨਰਸਿੰਘ ਰੂਪ ਸਿੱਧਾ ਅਸਮਾਨ ਤੋਂ ਆ ਕੇ ਧਰਤੀ ਤੇ ਖੜ ਜਾਂਦਾ ਫਿਰ ਵੀ ਬਰਮਾ ਦੀ ਬਣਾਈ ਧਰਤੀ ਹੈ, ਇਸ ਕਰਕੇ ਫਿਰ ਵੀ ਕੁਐਸਚਨੇਬਲ ਹੋ ਸਕਦਾ ਸੀਗਾ। ਉਹ ਵਰ ਫਿਰ ਵੀ ਮਿਲਿਆ ਹੋਇਆ ਸੀਗਾ ਵੀ ਜਿੱਥੇ ਤੱਕ ਬਰਮਾ ਨੇ ਬਣਾਈ ਹੋਈ ਆ। ਹੁਣ ਉਹ ਥੰਮ ਜਿਹੜਾ ਸੀਗਾ ਬਰਮਾ ਨੇ ਤਾਂ ਨਹੀਂ ਬਣਾਇਆ ਨਾ, ਕੰਸਟਰਕਸ਼ਨ ਦੇ ਵਿੱਚ ਬਣਾਇਆ ਹੋਇਆ ਸੀ। ਉਹ ਥੰਮ ਤਾਂ ਕੰਟਰੈਕਟਰ ਨੇ ਬਣਾਇਆ ਹੋਇਆ ਸੀਗਾ, ਹਾਂਜੀ ਸੀਮੈਂਟ ਪਾ ਕੇ ਜਾਂ ਕੁਝ ਬਣਾ ਕੇ। ਇਸ ਕਰਕੇ ਉਹ ਥੰਮ ਵਿੱਚੋਂ ਪ੍ਰਗਟ ਹੋਇਆ ਜਿਹੜਾ ਕਿ ਬਰਮਾ ਨੇ ਨਹੀਂ ਬਣਾਇਆ। ਸੋ ਦੇਖੋ ਕਿਹੋ ਜਿਹਾ ਜਿਹੜਾ ਹੈ ਕਿੱਡੀ ਜਿਹੜੀ ਸੋਚਣੀ ਹੈ ਜੀ, ਬੰਦਾ ਕਿੱਥੋਂ ਤੱਕ ਸੋਚਦਾ, ਰੱਬ ਕਿੰਨਾ ਅੱਗੇ ਹੈ। ਕਰੇ ਸਾਚ ਸਭ ਬਚਨ ਵਿਧਾਤਾ। ਕਹਿਣਗੇ ਇਸ ਕਰਕੇ ਵਿਧਾਤਾ ਬਰਮਾ ਦੇ ਬਚਨ ਵੀ ਸੱਤ ਕਰਕੇ ਕੀਤੇ, ਜਿਹੜੇ ਵਰ ਮਿਲੇ ਸੀ ਉਹ ਵੀ ਸੱਤੇ ਰੱਖੇ, ਪਰ ਫਿਰ ਜਿਹੜਾ ਕੰਮ ਕਰਨਾ ਸੀ ਉਹ ਵੀ ਕਰ ਦਿੱਤਾ ਹਰਨਾਕਸ਼ ਨੂੰ ਮਾਰਨ ਦਾ। ਦਾਨਵ ਹਨਿਓ ਭਗਤ ਦੁਖ ਦਾਤਾ। ਦੇਖੋ ਦਾਨਵ ਹਰਨਾਕਸ਼ ਨੂੰ ਮਾਰ ਦਿੱਤਾ ਜੋ ਭਗਤ ਨੂੰ ਦੁੱਖ ਦੇਣ ਵਾਲਾ ਸੀ। ਉਦਰ ਵਿਦਾਰਿਓ ਕ੍ਰੋਧ ਅਪਾਰਾ। ਕਹਿਣਗੇ ਉਹਦਾ ਢਿੱਡ ਪਾੜ ਦਿੱਤਾ ਪੂਰਾ ਹੀ। ਨਰਸਿੰਘ ਰੂਪ ਨੇ ਉਹਦਾ ਢਿੱਡ ਜਿਹੜਾ ਕ੍ਰੋਧ ਵਿੱਚ ਆ ਕੇ ਉਹਨੂੰ ਪਾੜ ਦਿੱਤਾ ਜੀ ਪੂਰਾ। ਕਾਲ ਭਿਆਨ ਜਿਮ ਬਦਨ ਪਸਾਰਾ। ਕਾਲ ਭਿਆਨ ਕਹਿਣ ਲੱਗੇ ਜਿਹੜਾ ਹੈ ਉਹਦਾ ਕਾਲ ਭਿਆਨ ਕਹਿਣ ਲੱਗੇ ਇੰਨਾ ਡਰਾਉਣਾ ਉਹਦੀ ਮੌਤ ਹੋਈ ਹਰਨਾਕਸ਼ ਦੀ। ਕਹਿਣ ਲੱਗੇ ਉਹਦਾ ਸਰੀਰ ਆਏ ਪਿਆ ਸੀਗਾ, ਅੰਦਰੋਂ ਸਾਰਾ ਕੁਝ ਨਿਕਲਿਆ ਹੋਇਆ।
ਸਾਰਾ ਐਕਸਪੋਜ਼ ਕਰਤਾ ਜੀ, ਸਾਰਾ ਉਹਦਾ ਸਕਿਨ ਪਾੜ ਕੇ ਅੰਦਰਾਂ ਕੱਢਤੀਆਂ ਸੀ ਸਾਰੀਆਂ। ਸਰੋਨਤ ਸੋ ਭੀਗੇ ਸਭ ਅੰਗਾ, ਕਹਿਣ ਲੱਗੇ ਉਹਦਾ ਸਰੀਰ ਸਾਰਾ ਲਹੂ ਨਾਲ ਭਿੱਜਿਆ ਪਿਆ ਸੀ ਹਰਨਾਕਸ਼ ਦਾ। ਸੁੰਦਰ ਸੋਭਤ ਭਏ ਸੁਰੰਗਾ, ਕਹਿਣਗੇ ਸੁੰਦਰ ਸੋਭਤ ਭਏ ਸੁਰੰਗਾ। ਉਹ ਲਹੂ ਜਦੋਂ ਇਹ ਜਿਹੜਾ ਹੈ ਉਹਦੇ ਛਿੱਟੇ ਜਿਹੜੇ ਪਏ ਨਰਸਿੰਘ ਰੂਪ ਦੇ ਉੱਤੇ, ਕਹਿੰਦੇ ਉਹ ਸੋਹਣੇ ਲੱਗਦੇ ਸਨ। ਕਹਿੰਦੇ ਉਹ ਸੋਹਣੇ ਲੱਗਦੇ ਸਨ, ਉਹ ਲਾਲ ਲਾਲ ਉਹਦੇ ਵਿੱਚ ਡੱਬ ਜੇ ਪੈ ਗਏ। ਕਹਿੰਦੇ ਉਹਦਾ ਸਰੀਰ ਸੋਹਣੇ ਵਰਗਾ, ਕਹਿੰਦੇ ਬਹੁਤ ਸੋਹਣਾ ਲੱਗਦਾ ਸੀ ਨਰਸਿੰਘ। ਮਾਤੈ ਕਾਢ ਗਰੀਬ ਮਹਿ ਡਾਰੀ, ਕੀ ਹੋਇਆ, ਉਹਨੇ ਅੰਦਰਾਂ ਕੱਢੀਆਂ ਹਰਨਾਕਸ਼ ਦੀਆਂ ਜਿਹੜੀਆਂ ਹਨ ਇਹ ਜਿਹੜੀਆਂ ਆਪਣੇ ਕੀ ਕਹਿੰਦੇ ਇਹਨਾਂ ਨੂੰ ਇੰਟੈਂਸ਼ਨਸ ਜਿਹੜੇ ਨੇ, ਉਹ ਕੱਢ ਕੇ ਹਰਨਾਕਸ਼ ਦੇ ਇੰਟੈਂਸ਼ਨਸ ਕੱਢ ਕੇ ਉਹ ਨਰਸਿੰਘ ਰੂਪ ਨੇ ਆਪਣੇ ਗਲ ਵਿੱਚ ਪਾ ਲਏ। ਹਾਜਰਾ ਜਿਵੇਂ ਗਲ ਚ ਨਹੀਂ ਪਾਈਦਾ, ਜਿਵੇਂ ਆਪਾਂ ਪੱਲਾ ਪਾਉਂਦੇ ਐਂ ਪਾ ਕੇ ਬੈਠਾ ਸੀ ਜੀ ਉਹਦੀਆਂ ਅੰਦਰਾਂ ਨੂੰ। ਸ਼ਾਂਤ ਨਾ ਹੋਵਤ ਰੋਸ ਅਪਾਰੀ, ਕਹਿਣਗੇ ਸ਼ਾਂਤ ਨਾ ਹੋਵਤ। ਪਰ ਦੇਖੋ ਨਰਸਿੰਘ ਰੂਪ ਇੰਨੇ ਕ੍ਰੋਧ ਵਿੱਚ, ਇੰਨੇ ਗੁੱਸੇ ਵਿੱਚ ਹੈ, ਉਹ ਸ਼ਾਂਤ ਨਹੀਂ ਹੋ ਰਿਹਾ। ਉਹਨੂੰ ਹਜੇ ਵੀ ਗੁੱਸਾ ਚੜਿਆ ਹੋਇਆ ਹੈ, ਹਜੇ ਵੀ ਬੜੇ ਗੁੱਸੇ ਵਿੱਚ ਹੈ। ਅਬ ਜੇ ਦਾਨਵ ਗਏ ਪਲਾਈ, ਹੁਣ ਦਾਨਵ ਜਿਹੜੇ ਭੱਜ ਚੁੱਕੇ ਸਨ, ਛੱਡ ਗਏ ਸਨ ਹਰਨਾਕਸ਼ ਨੂੰ ਇਕੱਲੇ ਨੂੰ, ਉਹ ਸਾਰੇ ਜਿਹੜੇ ਭੱਜੇ ਹੋਏ ਸਨ ਸੋ ਹਟ ਆਏ ਕਰਨ ਲੜਾਈ, ਉਹ ਆ ਗਏ ਜੀ ਵਾਪਸ, ਲੜਾਈ ਕਰਨ ਵਾਸਤੇ ਆਏ ਹਿੰਮਤ ਕਰਕੇ। ਜਦੋਂ ਉਹਨਾਂ ਦਾ ਰਾਜਾ ਮਾਰਤਾ ਨਾ, ਉਹ ਕਹਿੰਦੇ ਹੁਣ ਸਾਡਾ ਕੀ ਰਹਿ ਗਿਆ। ਸੋ ਉਹ ਆਏ ਜੀ ਵਾਪਸ ਨਰਸਿੰਘ ਰੂਪ ਨਾਲ ਲੜਨ ਵਾਸਤੇ। ਗਹਿ ਗਹਿ ਸੰਗ ਨ ਖਾਯੁਧ ਮਾਰੇ, ਉਹਨਾਂ ਨੇ ਕੀ ਕੀਤਾ, ਆਪਣੇ ਸ਼ਾਸਤਰ ਲੈ ਕੇ ਉਹ ਮਾਰਨ ਆਉਂਦੇ ਨੇ। ਨਰਸਿੰਘ ਬੈਠੇ ਬੈਠੇ ਬਸ ਆਪਣੇ ਨੌ ਦੇ ਨਾਲ ਹੀ ਉਹਨਾਂ ਨੂੰ ਮਾਰੀ ਜਾਂਦਾ, ਬਸ ਸਾਰਿਆਂ ਨੂੰ ਜੋ ਵੀ ਸਾਹਮਣੇ ਆਉਂਦਾ ਉਹਨੂੰ ਮਾਰ ਦਿੰਦਾ ਹੈ। ਸਗਰੇ ਛਿਨ ਇੱਕ ਵਿਖੇ ਸੰਘਾਰੇ, ਇੱਕ ਛਿਨ ਇੰਸਟੈਂਟਲੀ ਜਿੰਨੇ ਬਾਕੀ ਦੈਂਤ ਆਏ ਸੀ ਨਾ ਲੜਨ, ਸਾਰੀ ਮਾਰ ਦਿੱਤੇ ਉਸਨੇ। ਤਦਪ ਨ ਕ੍ਰੋਧ ਸ਼ਾਂਤ ਕੋ ਪਾਵਾ, ਤਦਪ ਕਹਿੰਦਾ ਫੇਰ ਵੀ ਉਹਦਾ ਗੁੱਸਾ ਠੰਡਾ ਨਹੀਂ ਹੋ ਰਿਹਾ ਨਰਸਿੰਘ ਰੂਪ ਦਾ, ਹਜੇ ਵੀ ਉਹ ਗੁੱਸੇ ਵਿੱਚ ਹਨ। ਤਬ ਹੀ ਕੰਧ ਕੇਸ ਚਹਿਰਾਵਾ, ਕਹਿਣਗੇ ਤਬ ਹੀ ਕੰਧ ਕੇਸ ਚੜਾਵਾ। ਕਹਿੰਦਾ ਮੋਢਿਆਂ ਤੋਂ ਜਿਹੜੇ ਹਨ ਉਹਨੇ ਆਪਣੇ ਕੇਸ ਹਿਲਾਏ, ਮਤਲਬ ਕਿ ਆਪਣਾ ਸਿਰ ਹਿਲਾਇਆ, ਉਹਦੇ ਸਾਰੇ ਇੱਥੋਂ ਜਿਹੜੇ ਹਨ ਵਾਲ ਨੇ ਉਹ ਸ਼ੇਰ ਦੇ ਉਹ ਹਿੱਲੇ ਜੀ। ਸੋ ਜਦੋਂ ਉਹ ਹਿੱਲੇ, ਭਿੰਨ ਭਿੰਨ ਭੇ ਮੇਘ ਆਕਾਸਾ, ਕਹਿਣ ਲੱਗੇ ਕੀ ਹੋਇਆ, ਉਹਨੇ ਆਪਣੀ ਗਰਦਨ ਜਦੋਂ ਹਿਲਾਈ ਨਾ ਨਰਸਿੰਘ ਨੇ, ਕਹਿੰਦੇ ਹਵਾ ਇਤਨੀ ਜ਼ਿਆਦੇ ਆਈ ਕਿ ਬੱਦਲ ਆਕਾਸ਼ ਵਿੱਚੋਂ ਪਾਸੇ ਹੋ ਗਏ। ਕਹਿੰਦੇ ਇੰਨੀ ਹਵਾ ਆਈ, ਉਹਨੇ ਸਿਰਫ ਆਪਣੀ ਗਰਦਨ ਹਿਲਾਈ, ਉਹਦੇ ਵਾਲਾਂ ਦੇ ਕਰਕੇ ਸਾਰੇ ਬੱਦਲ ਪਾਸੇ ਹੋ ਗਏ। ਸ਼ੁਭਤ ਪੈ ਨਿਤ ਪਹੁੰਚੇ ਸਵਾਸਾ, ਕਹਿਣਗੇ ਜਿਹੜਾ ਹੈ ਇਸ ਤਰ੍ਹਾਂ ਕਰਕੇ ਇਹ ਜਿਹੜੀ ਹਵਾ ਦੀ ਸ਼ੋਭ ਜਾਂ ਕਿ ਸਮੁੰਦਰ ਨੂੰ ਪਈ, ਸਮੁੰਦਰ ਦੀਆਂ ਲਹਿਰਾਂ ਉੱਚੀਆਂ ਉੱਚੀਆਂ ਉੱਠਣ ਲੱਗੀਆਂ ਜੀ, ਜਿਵੇਂ ਸੁਨਾਮੀ ਨਹੀਂ ਆਉਂਦੀ ਇਸ ਤਰ੍ਹਾਂ ਹੋ ਗਿਆ ਜੀ। ਉਹ ਹਵਾ ਨੇ ਢੱਕ ਦਿੱਤਾ ਸਾਰਾ ਪਾਣੀ ਇੱਕ ਪਾਸੇ। ਬਹੁ ਬਲ ਧਾਰ ਪ੍ਰਭੂ ਗਰਜਾਨਾ, ਕਹਿਣਗੇ ਬਹੁਤ ਬਲ, ਕਹਿੰਦੇ ਇਤਨਾ ਜ਼ਿਆਦੇ ਬਲ, ਇੰਨੀ ਤਾਕਤ ਨੂੰ ਧਾਰ ਕੇ ਪਰਮਾਤਮਾ ਜਿਹੜਾ ਨਰਸਿੰਘ ਰੂਪ ਹੋ ਕੇ ਗਰਜਦਾ ਹੈ ਜੀ। ਸੁਨ ਬ੍ਰਹਮੰਡ ਸਗਰ ਅਕੁਲਾਨਾ, ਸਾਰਾ ਸਾਰਾ ਬ੍ਰਹਮੰਡ ਡਰ ਗਿਆ ਜੀ, ਪਤਾ ਨਹੀਂ ਅੱਜ ਪਰਮਾਤਮਾ ਨੇ ਕੀ ਕਰਨਾ ਹੈ। ਅੱਜ ਤਾਂ ਇਹਨਾਂ ਨੇ ਸਾਰਾ ਸੰਸਾਰ ਨੂੰ ਹੀ ਖਤਮ ਕਰ ਦੇਣਾ ਹੈ। ਸਾਰੇ ਡਰ ਗਏ ਜੀ, ਦੇਵਤੇ ਕੀ ਜਿਹੜਾ ਸ਼ਿਵ ਲੋਕ ਕੀ, ਸਾਰੇ ਡਰ ਗਏ। ਚਲ ਗਏ ਜੇ ਦੇਵ ਬਿਮਾਨਾ, ਹਾਂ ਵਿਚਲ ਗਏ, ਕਹਿੰਦੇ ਖਿੱਲਰ ਗਏ ਦੇਵਤੇ, ਹੁਣ ਭੱਜਣ ਲੱਗ ਗਏ। ਕਹਿੰਦੇ ਹੁਣ ਤਾਂ ਅਸੀਂ ਵੀ ਨਹੀਂ ਬਚਦੇ, ਹੁਣ ਤਾਂ ਅਸੀਂ ਵੀ ਗਏ ਹਾਂ। ਉੱਡਗਨ ਗਿਰੇ ਮਹਾ ਭੈ ਮਾਨਾ, ਤਾਰੇ ਡਿੱਗਣ ਲੱਗੇ ਧਰਤੀ ਤੇ, ਤਾਰੇ ਡਿੱਗ ਡਿੱਗ ਕੇ ਜਾਂਦੇ ਹਨ, ਤਾਰੇ ਅਸਮਾਨ ਤੋਂ ਡਿੱਗਣ ਲੱਗੇ ਜੀ ਸਾਰੇ। ਚਰਨਨ ਸੰਗ ਦੁਖਤ ਭੀ ਧਰਨੀ, ਕਹਿਣਗੇ ਚਰਨਨ ਸੰਗ ਨਰਸਿੰਘ ਦੇ ਚਰਨਾਂ ਨਾਲ ਜਿਹੜੀ ਧਰਤੀ ਹੈ, ਕਹਿੰਦੇ ਉਹ ਵੀ ਦੁਖਿਤ ਹੋ ਗਈ। ਕਹਿੰਦੇ ਵੀ ਹੁਣ ਜਿਹੜਾ ਹੈ ਇੰਨਾ ਗੁੱਸਾ ਹੁਣ ਪਰਮਾਤਮਾ ਦਾ ਕਿਹੜਾ ਠੰਡਾ ਕਰੇਗਾ। ਪ੍ਰਬਲ ਤੇਜ ਕੋ ਸਕਤ ਹੈ ਬਰਨੀ, ਇਸ ਕਰਕੇ ਪ੍ਰਬਲ ਤੇਜ ਕੋ ਸਕੇ ਬਰਨੀ। ਕਹਿਣਗੇ ਇੰਨੀ ਤਾਕਤ, ਇੰਨੀ ਸ਼ਕਤੀ ਜਿਹੜੀ ਸੀਗੀ ਪਰਮਾਤਮਾ ਦੀ, ਕੌਣ ਵਰਣਨ ਕਰ ਸਕਦਾ ਹੈ। ਕਿਸੇ ਨੇ ਅੱਜ ਤੱਕ ਐਸੀ ਸ਼ਕਤੀ ਦੇਖੀ ਪ੍ਰਤੱਖ ਹੋ ਕੇ। ਜਬ ਤਹ ਦਾਨਵ ਰਹਾ ਨਾ ਕੋਈ, ਜਦੋਂ ਕੋਈ ਵੀ ਦਾਨਵ ਨਹੀਂ ਰਿਹਾ, ਸਾਰੇ ਡੀਮਨ, ਸਾਰੇ ਦੈਂਤ ਮਰ ਗਏ। ਨਖ ਆਯੁਧ ਤੇ ਮ੍ਰਿਤ ਸਭ ਹੋਈ, ਨਖ ਜਿਹੜਾ ਹਨ ਨਰਸਿੰਘ ਨੇ ਆਪਣੇ ਨੌਹਾਂ ਦੇ ਨਾਲ ਸਾਰੇ ਮਾਰ ਕੇ ਇੰਸਟੈਂਟਲੀ ਮਾਰ ਦਿੱਤੇ ਸਾਰੇ। ਤਬ ਸਿੰਘਾਸਨ ਬੈਠੇ ਜਾਈ, ਤੇ ਹੁਣ ਨਰਸਿੰਘ ਜਿਹੜਾ ਸੀਗਾ ਉਹਨਾਂ ਨੇ ਕੀ ਕੀਤਾ, ਤੁਰ ਕੇ ਜਾ ਕੇ ਜਿੱਥੇ ਹਰਨਾਕਸ਼ ਵਿਆਹ ਕਰਦਾ ਸੀ ਉਹਦਾ ਸਿੰਘਾਸਨ, ਉੱਥੇ ਜਾ ਕੇ ਬੈਠ ਗਿਆ। ਸੁਰਨ ਸੁਮਨ ਬਰਖਾ ਬਰਖਾਈ, ਕਹਿਣਗੇ ਜਿਹੜਾ ਹਨ ਦੇਵਤਿਆਂ ਨੇ ਆ ਕੇ ਜਿਹੜਾ ਹਨ ਫੁੱਲਾਂ ਦੀ ਵਰਖਾ ਕੀਤੀ ਨਰਸਿੰਘ ਦੇ ਉੱਤੇ। ਸਭ ਹੀ ਮਿਲੇ ਬਿਰੰਚ ਮਹੇਸਾ, ਸਾਰੇ ਹੀ ਬਰਮਾ ਹੋਇਆ, ਸ਼ਿਵ ਜੀ ਹੋਇਆ, ਇਕੱਠੇ ਹੋ ਕੇ ਬਾਕੀ ਦੇ ਦੇਵਤਿਆਂ ਨਾਲ ਆਏ ਜੀ, ਇਕੱਠੇ ਹੋ ਕੇ ਸਾਰੇ। ਸਿੱਧ ਪਿਤਰ ਰਿਖ ਜਖ ਸੁਰੇਸਾ, ਜਿੰਨੇ ਵੀ ਦੁਨੀਆ ਦੇ ਸਿੱਧ ਹਨ, ਜਿੰਨੇ ਪਿੱਤਰ ਹਨ ਸਵਰਗਾਂ 'ਚ ਰਹਿਣ ਵਾਲੇ, ਜਿੰਨੇ ਰਿਖੀ ਹਨ, ਜਿੰਨੇ ਜਖ ਹਨ, ਜਿੰਨੇ ਭੂਤ ਪ੍ਰੇਤ ਹਨ, ਸਾਰੇ ਦੁਨੀਆ ਦੇ ਸੁਰੇਸ਼ ਹੋਏ ਜਿੰਨੇ ਸਾਰੇ ਸੀਗੇ। ਧਨਦ ਆਦ ਵਿਦਿਆਤਰ ਜੇਤੇ, ਸੋ ਜਿੰਨੇ ਕੁਬੇਰ ਵਰਗੇ, ਖੇਚਰ ਵਰਗੇ, ਗੰਧਰਵ ਵਰਗੇ, ਕਿੰਨਰ ਵਰਗੇ, ਉਹ ਸਾਰੇ ਇਕੱਠੇ ਹੋ ਕੇ ਆਏ ਜੀ। ਆਏ ਸਭ ਹੈ ਬਿਲੋਕਨ ਹੇਤੇ, ਆਏ ਸਾਰੇ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਨਰਸਿੰਘ ਦੇ। ਦੇਖ ਸਰੂਪ ਨਾ ਡਰ ਉਰ ਥੋਰਾ, ਕਹਿਣ ਲੱਗੇ ਉਹਨਾਂ ਦਾ ਸਰੂਪ ਦੇਖ ਕੇ ਸਾਰਿਆਂ ਦੇ ਤਨ ਸਰੀਰ ਕੰਬ ਗਏ ਜੀ, ਦੇਖ ਕੇ ਡਰ ਨਾਲ। ਵੇਖਿਓ ਨਾ ਜਾਤ ਭਿਆਨਕ ਘੋਰਾ, ਦੇਖੋ
ਉਹ ਉਹਨਾਂ ਦਾ ਚਿਹਰਾ ਨਹੀਂ ਦੇਖਿਆ ਜਾਂਦਾ ਸੀ ਨਰਸਿੰਘ ਦਾ, ਇੰਨਾ ਗੁੱਸੇ ਸੀਗਾ, ਕੋਈ ਵੀ ਕਿਸੇ ਵਿੱਚ ਹਿੰਮਤ ਨਹੀਂ ਸੀ ਕਿ ਅੱਖਾਂ 'ਚ ਅੱਖਾਂ ਪਾ ਕੇ ਦੇਖ ਸਕੇ। ਆਇ ਨ ਸਕਹਿ ਸਮੀਪ ਬਹੋਰੀ, ਕੋਈ ਵੀ ਉਹਨਾਂ ਦੇ ਨੇੜੇ ਨਹੀਂ ਜਾ ਸਕਦਾ ਸੀ ਉਸ ਵੇਲੇ। ਖਰੇ ਦੂਰ ਦੋਨੋਂ ਕਰ ਜੋਰੀ, ਕਹਿਣਗੇ ਸਾਰੇ ਦੂਰ ਦੂਰ ਖੜੇ ਹਨ, ਹੱਥ ਜੋੜ ਕੇ ਬੇਨਤੀਆਂ ਕਰਦੇ ਹਨ। ਬਿਦ ਸਿਵ ਆਦ ਅਮਰ ਜੋ ਬ੍ਰਿੰਦਾ, ਕਹਿਣਗੇ ਜਿਹੜਾ ਬਰਮਾ ਵਰਗਾ, ਸ਼ਿਵਜੀ ਵਰਗਾ, ਜੋ ਵੱਡੇ ਵੱਡੇ ਜਿਹੜੇ ਦੇਵਤੇ ਹਨ ਉਹ ਵੀ ਡਰ ਕੇ ਪਿੱਛੇ ਹੋ ਗਏ। ਤਹਿ ਬਖਾਨਤ ਆਨੰਦ ਕੰਦਾ, ਕਹਿਣਗੇ ਉਹ ਉਸਤਤ ਗਾਉਣ ਲੱਗੇ ਉਹਨਾਂ ਨੂੰ ਠੰਡਾ ਕਰਨ ਵਾਸਤੇ, ਉਹਨਾਂ ਨੂੰ ਜਿਹੜਾ ਹਨ ਉਹਨਾਂ ਦਾ ਗੁੱਸਾ ਉਤਾਰਨ ਵਾਸਤੇ ਉਹਨਾਂ ਨੇ ਦੂਰ ਖੜ ਕੇ ਜਿਹੜੇ ਉਸਤਤ ਕੀਤੇ, ਬੜੇ ਆਨੰਦ ਵਿੱਚ ਕੀਤੇ। ਜੈ 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 ਤਵ ਸ੍ਰੀ ਜਗ ਸਾਈਂ, ਕੀ ਉਸਤਤ ਕੀਤੀ? ਕਹਿੰਦੇ ਜੈ ਜੈ ਜੈ, ਮਨ ਤਨ ਧਨ ਕਰਕੇ ਤੇਰੀ ਜੈ ਹੋਵੇ। ਤੇ ਜਿਹੜਾ ਹਨ ਲੋਕ ਕਰਕੇ, ਪਰਲੋਕ ਕਰਕੇ, ਸੁਰਗ ਲੋਕ ਕਰਕੇ, हे ਪਰਮਾਤਮਾ ਤੇਰੀ ਜੈ ਹੈ, ਤੇਰੀ ਜਿੱਤ ਹੈ ਹਮੇਸ਼ਾ, ਤੂੰ ਜਗਤ ਦਾ ਸਾਈਂ ਤੇ ਮਾਇਆ ਦਾ ਪਤੀ ਹੈ। ਨਮੋ ਨਮੋ ਤ੍ਰੈ ਲੋਕਨ ਰਾਈ, ਕਹਿਣ ਲਗੇ ਨਮੋ, ਸਾਡਾ ਮਨ ਕਰਕੇ, ਤਨ ਕਰਕੇ ਤੈਨੂੰ ਨਮਸਕਾਰ ਹੈ, ਤੂੰ ਤਿੰਨਾਂ ਲੋਕਾਂ ਦਾ ਰਾਈ ਰਾਜਾ ਹੈ। ਨਮੋ ਨਮੋ ਭਗਤਨ ਦੁਖ ਖੰਡਨ, ਨਮੋ ਮਨ ਕਰਕੇ, ਤਨ ਕਰਕੇ ਤੈਨੂੰ ਨਮਸਕਾਰ ਹੈ, ਤੂੰ ਭਗਤਾਂ ਦੇ ਦੁੱਖਾਂ ਨੂੰ ਮੇਟਣ ਵਾਲਾ ਹੈ। ਜੈ 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 ਧਰਨੀ ਕੇ ਮੰਡਨ, ਇਸ ਕਰਕੇ ਜਿਹੜੇ ਸਾਰੀਆਂ ਜਿਹੜੀਆਂ ਜਿਹੜਾ ਹਨ ਸਵਰਗ ਲੋਕ, ਮਾਤ ਲੋਕ, ਪਤਾ ਲੋਕ, ਇਹ ਸਾਰੀਆਂ ਧਰਤੀਆਂ ਨੂੰ ਨਾਸ਼ ਕਰਨ ਵਾਲੇ ਤੁਸੀਂ ਆਪ ਹੋ। ਇਹ ਦਾਨਵ ਸਭ ਸੁਰ ਦੁਖਕਾਰੀ, ਕਹਿਣਗੇ ਇਹ ਦਾਨਵ ਦੈਂਤ ਜਿਹੜੇ ਦੁੱਖਾਂ ਨੂੰ ਦੇਣ ਵਾਲੇ ਸਨ, ਜ਼ੁਲਮ ਕਰਨ ਵਾਲੇ ਸਨ ਸਾਰੇ। ਜੀਤ ਸਦਨ ਤੇ ਦੀਨ ਨਿਕਾਰੀ, ਤੁਸੀਂ ਉਹਨਾਂ ਨੂੰ ਉਹਨਾਂ ਦੇ ਘਰ ਵਿੱਚ ਆ ਕੇ ਹਰਾ ਕੇ ਤੇ ਉਹਨਾਂ ਨੂੰ ਕੱਢ ਦਿੱਤਾ ਬਾਹਰ। ਮਹਾਬਲੀ ਸੋ ਤੁਮਨੇ ਮਾਰਾ, ਕਹਿਣਗੇ ਮਹਾਬਲੀ ਹਰਨਾਕਸ਼ ਜਿਹੜਾ ਰੱਬ ਬਣਿਆ ਬੈਠਾ ਸੀ ਉਹਨੂੰ ਵੀ ਤੁਸੀਂ ਮਾਰ ਦਿੱਤਾ ਹੁਣ। ਬਿਨ ਪ੍ਰਯਾਸ ਛਿਨ ਬਿਖੈ ਸੰਘਾਰਾ, ਤੇ ਤੁਸੀਂ ਪ੍ਰਯਾਸ ਵੀ ਕੋਈ ਨਹੀਂ ਕਰਨਾ ਪਿਆ, ਹਿੰਮਤ ਵੀ ਕੋਈ ਨਾ ਕਰਨੀ ਪਈ, ਸੌਖਾ ਹੀ ਉਸ ਨੂੰ ਮਾਰ ਦਿੱਤਾ। ਕ੍ਰੋਧ ਪ੍ਰਜੁਲਤ ਅਪਾਰ ਤੁਮਾਰਾ, ਕਹਿਣਗੇ ਹੁਣ ਤੁਹਾਡਾ ਕ੍ਰੋਧ ਜਿਹੜਾ ਹੈ ਪ੍ਰਜੁਲਤ, ਤੁਹਾਡਾ ਕ੍ਰੋਧ ਹੁਣ ਅਸੀਂ ਦੇਖ ਰਹੇ ਹਾਂ ਪ੍ਰਗਟ ਰੂਪ ਵਿੱਚ। ਇਹ ਕ੍ਰੋਧ ਜਿਹੜਾ ਹੈ ਸਾਰੇ ਸੰਸਾਰ ਨੂੰ ਹਿਲਾ ਰਿਹਾ ਹੈ। ਤੀਨ ਲੋਕ ਕੋ ਅਤ ਭੈਕਾਰਾ, ਤਿੰਨਾਂ ਲੋਕਾਂ ਦੇ ਵਿੱਚ ਹਾਹਾਕਾਰ ਹੋ ਗਈ ਹੈ ਜੀ, ਵੀ ਇਹ ਗੁੱਸਾ ਜਿਹੜਾ ਤੁਹਾਡਾ ਹੈ ਇਹਨੇ ਤਿੰਨੇ ਦੁਨੀਆ ਨੂੰ ਹਿਲਾ ਕੇ ਰੱਖਤਾ। ਦਇਆ ਸਿੰਧ ਉਪਸਮ ਅਬ ਕੀਜੈ, ਕਹਿਣਗੇ ਦਇਆ ਸਿੰਧ, ਹੇ ਦਇਆ ਦੇ ਸਮੁੰਦਰ, ਹੁਣ ਸ਼ਾਂਤੀ ਕਰੋ, ਸ਼ਾਂਤ ਚਿੱਤ ਹੋ ਕੇ ਹੋ ਜੋ ਤੁਸੀਂ। ਸਰਬ ਜਗਤ ਕੋ ਅਭੈ ਸੁਦੀਜੈ, ਕਹਿਣਗੇ ਸਾਰੇ ਜਗਤ ਜਿਹੜਾ ਡਰਿਆ ਹੋਇਆ ਉਹਨੂੰ ਡਰ ਤੋਂ ਕੱਢ ਦੋ ਹੁਣ। ਬਿਦ ਨਿਜ ਨਿਕਟ ਰਮਾ ਕੋ ਦੇਖਾ, ਕਹਿਣਗੇ ਉਸ ਵੇਲੇ ਬਰਮਾ ਨੇ ਦੇਖਿਆ ਕਿ ਵਿਸ਼ਨੂੰ ਦੀ ਜਿਹੜੀ ਇਸਤਰੀ ਆ ਨਾ ਲక్ష్ਮੀ, ਉਹ ਕੋਲੇ ਖੜੀ ਸੀਗੀ, ਉਹ ਵੀ ਦੇਵਤਿਆਂ ਦੀਆਂ ਜਿਹੜੀਆਂ ਬੱਧੂ ਜਿਹੜੀਆਂ ਇਸਤਰੀਆਂ ਸਨ ਉਹਨਾਂ ਨਾਲ ਖੜੀ ਸੀਗੀ। ਬਰਮਾ ਦੀ ਨਿਗਾਹ ਜਿਹੜੀ ਹੈ ਲక్ష్ਮੀ ਤੇ ਪੈ ਗਈ। ਇਹ ਕੋ ਕਹਿਓ ਜੇ ਰੋਸ ਬਿਸੇਖਾ, ਉਹ ਜਾ ਕੇ ਜਿਹੜਾ ਬਰਮਾ ਨੇ ਜਾ ਕੇ ਲక్ష్ਮੀ ਨੂੰ ਕਿਹਾ ਕਿ ਲక్ష్ਮੀ ਤੇਰਾ ਪਤੀ ਜਿਹੜਾ ਵਿਸ਼ਨੂੰ ਹੈ, ਜੋ ਹੁਣ ਨਰਸਿੰਘ ਰੂਪ ਹੋ ਕੇ ਪ੍ਰਗਟ ਹੋਇਆ ਹੈ, ਇਹਨੂੰ ਬਹੁਤ ਗੁੱਸਾ ਹੈ ਹੁਣ। ਅਬ ਤੂੰ ਜਾਏ ਸ਼ਾਂਤ ਕਰਵਾਵੋ, ਕਹਿਣ ਲੱਗੇ ਲక్ష్ਮੀ ਜੀ ਜਾ ਕੇ ਉਹਨਾਂ ਨੂੰ ਸ਼ਾਂਤ ਕਰੋ, ਉਹਨਾਂ ਨੂੰ ਜਾ ਕੇ ਠੰਡੇ ਕਰੋ, ਉਹਨਾਂ ਨੂੰ ਸ਼ਾਂਤ ਚਿੱਤ ਵਿੱਚ ਲੈ ਕੇ ਆਓ, ਉਹਨਾਂ ਨੂੰ ਮਨਾਓ ਵੀ ਇਹ ਕ੍ਰੋਧ ਛੱਡ ਦੇਣ ਹੁਣ। ਵਿਆਕੁਲਤਾ ਜਗ ਕੀ ਸੋ ਮਿਟਾਵੋ, ਕਹਿਣਗੇ ਵਿਆਕੁਲਤਾ ਸਾਰੇ ਇਸ ਸੰਸਾਰ ਦਾ ਜਿਹੜਾ ਘਬਰਾਹਟ ਹੋਈ ਹੈ, ਸਾਰੇ ਕਿਤੇ ਡਰ ਫੈਲਿਆ ਹੋਇਆ ਹੈ, ਇਹਨੂੰ ਮਿਟਾਓ ਤੁਸੀਂ ਇਹ ਦੁੱਖ ਨੂੰ। ਨਿਕਟ ਜਾਏ ਬਹੁਰੋ ਫਿਰ ਆਈ, ਕਹਿ ਲక్ష్ਮੀ ਉਸ ਵੇਲੇ ਬਰਮਾ ਦੀ ਗੱਲ ਸੁਣ ਕੇ ਚਲੀ ਗਈ ਨੇੜੇ ਨਰਸਿੰਘ ਰੂਪ ਜੋ ਵਿਸ਼ਨੂੰ ਦਾ ਰੂਪ ਹੈ, ਤੇ ਉਹਦੇ ਕੋਲ ਜਾ ਕੇ ਬਹਿ ਗਈ, ਉਹਦੇ ਨਾਲ ਜਾ ਕੇ ਗੱਲ ਕੀਤੀ ਥੋੜੀ ਜਿਹੀ ਨੇੜੇ ਹੋ ਕੇ। ਰਮਾ ਦ੍ਰੋਹਿਣ ਸੰਗ ਗੇਰਾ ਅਲਾਈ, ਪਰ ਜਦੋਂ ਬਹੁਤੀ ਨੇੜੇ ਹੋਈ ਲక్ష్ਮੀ ਤਾਂ ਡਰ ਗਈ, ਉਹ ਦੇਖ ਕੇ, ਉਹ ਸਰੂਪ ਨੂੰ ਦੇਖ ਕੇ ਡਰ ਕੇ ਕੀ ਕੀਤਾ ਸੰਗ ਜਿਹੜਾ ਹੈ ਵਾਪਸ ਆ ਗਈ ਲక్ష్ਮੀ, ਤੇ ਬੋਲਣ ਦੀ ਕੋਸ਼ਿਸ਼ ਕੀਤੀ ਪਰ ਬੋਲ ਨਾ ਸਕੀ, ਉਹ ਇੰਨਾ ਡਰੀ ਉਹਦਾ ਸਿਰ ਕੰਬਣ ਲੱਗ ਪਿਆ। ਆ ਕੇ ਵਾਪਸ ਬਰਮਾ ਨੂੰ ਕਹਿੰਦੀ ਹੈ, ਪੂਰਬ ਮੈਂ ਅਸ ਸੁਣਾ ਨਾ ਦੇਖਾ, ਕਹਿਣ ਲੱਗੀ ਦੇਖ ਬਰਮਾ, ਭਾਵੇਂ ਵਿਸ਼ਨੂੰ ਦੀ ਮੈਂ ਸੇਵਾ ਵਿੱਚ ਰਹਿੰਦੀ ਹਾਂ, ਪਰ ਅੱਜ ਪਹਿਲੀ ਵਾਰੀ ਮੈਂ ਇਹਨਾਂ ਦਾ ਜਿਹੜਾ ਇਹ ਗੁੱਸਾ ਦੇਖਿਆ ਹੈ, ਤੇ ਜਿਹੜਾ ਹੈ ਨਾ ਮੈਂ ਕਿਤੇ ਸੁਣਿਆ ਹੀ ਸੀਗਾ ਵੀ ਇੰਨਾ ਗੁੱਸਾ ਇਹਨਾਂ ਦੇ ਵਿੱਚ ਹੈ, ਇੰਨਾ ਜਿਹੜਾ ਹੈ ਅੱਜ ਪਹਿਲੀ ਵਾਰੀ ਹੋਇਆ ਹੈ। ਅਬ ਸਰੋਸ ਕੀਨੋ ਜਸ ਵੇਖਾ, ਕਹਿਣ ਲੱਗੇ ਹੁਣ ਇਹ ਕ੍ਰੋਧ ਵਾਲਾ ਸਰੂਪ ਜੈਸਾ ਜਿਹਜਾ ਹੈਗਾ ਵੈਸਾ ਹੀ ਰਹੇਗਾ, ਇਹਨਾਂ ਨੇ ਐਸਾ ਸਰੂਪ ਧਾਰਨ ਕੀਤਾ ਹੁਣ। ਤੇਜ ਨ ਸਹਿਓ ਜਾਤ ਮੁਝ ਪਾਸਾ, ਕਹਿਣਗੇ ਮੇਤੋਂ ਵੀ ਤੇਜ ਇਹਨਾਂ ਦਾ ਸਹਾਰਿਆ ਨਹੀਂ ਗਿਆ, ਮੈਂ ਵੀ ਇਹਨਾਂ ਦਾ ਤੇਜ ਨਹੀਂ ਸਹਾਰ ਸਕੀ, ਇਸ ਕਰਕੇ ਮੈਂ ਵੀ ਡਰ ਕੇ ਆ ਗਈ ਹਾਂ। ਅਵਲੋਕਨ ਤੇ ਉਪਜਤ ਤਰਾਸਾ, ਕਹਿਣਗੇ ਅਵਲੋਕਨ ਤੇ ਇਹਨਾਂ ਨੂੰ ਦੇਖ ਕੇ ਅੱਜ ਮੈਨੂੰ ਡਰ ਲੱਗਦਾ ਹੈ, ਲక్ష్ਮੀ ਕਹਿੰਦੀ ਮੇਰੇ ਤੋਂ ਦੇਖਿਆ ਨਹੀਂ ਜਾਂਦਾ। ਸ੍ਰੀ ਗੁਰੂ ਅੰਗਦ ਜੀ ਸੁਨ ਕਥਾ, ਉਸ ਵੇਲੇ ਸ੍ਰੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜਿਹਨੂੰ ਭਾਈ ਬਾਲਾ ਜੀ ਕਹਿੰਦੇ ਹਨ, ਹੁਣ ਅੱਗੇ ਇਹ ਕਥਾ ਸੁਣੋ। ਜੋ ਇਤਿਹਾਸ ਪ੍ਰਹਿਲਾਦ ਬਖਾਨਾ, ਜੋ ਪ੍ਰਹਿਲਾਦ ਨੇ ਆਪ ਸਾਨੂੰ ਇਹ ਇਤਿਹਾਸ ਸੁਣਾਇਆ ਸੀਗਾ ਉਸ ਵੇਲੇ। ਸੁਰ ਮਿਲ ਕਰ ਤਬ ਮੁਝ ਢਿਗ ਆਏ, ਕਹਿਣਗੇ ਉਸ ਵੇਲੇ ਸਾਰੇ ਦੇਵਤੇ ਇਕੱਠੇ ਹੋ ਕੇ ਪ੍ਰਹਿਲਾਦ ਕਹਿੰਦਾ ਹੈ,
ਕਹਿੰਦਾ ਉਸ ਵੇਲੇ ਸਾਰੇ ਦੇਵਤੇ ਇਕੱਠੇ ਹੋ ਕੇ ਮੇਰੇ ਕੋਲ ਆ ਗਏ। ਪ੍ਰਹਿਲਾਦ ਕਹਿੰਦਾ अधिक नेह के बचन सुनाए, ਬਹੁਤ ਪ੍ਰੇਮ ਦੇ ਬਚਨ ਸਾਰੇ ਦੇਵਤਿਆਂ ਨੇ ਮੇਰੇ ਨਾਲ ਕੀਤੇ। श्री नरसिंह निकट तुम जाओ, ਕਹਿੰਦੇ ਪ੍ਰਹਿਲਾਦ ਤੂੰ ਜਾ ਨਰਸਿੰਘ ਦੇ ਕੋਲ। ਕਹਿੰਦੇ ਅਸੀਂ ਤਾਂ ਸਾਰੇ ਡਰਦੇ ਹਾਂ, ਪਰ ਕਹਿੰਦੇ ਤੂੰ ਉਹਦਾ ਭਗਤ ਹੈ, ਤੂੰ ਜਾ ਅੱਗੇ, ਤੂੰ ਕੋਸ਼ਿਸ਼ ਕਰ। क्रोध विशाल शांत करवाओ, ਉਹਨਾਂ ਦਾ ਵਿਸ਼ਾਲ ਵੱਡਾ ਕ੍ਰੋਧ ਜਿਹੜਾ ਹੁਣ ਆਇਆ ਹੋਇਆ ਹੈ, ਪ੍ਰਗਟ ਹੋਇਆ ਹੈ, ਉਹਨਾਂ ਨੂੰ ਸ਼ਾਂਤ ਕਰਾਓ ਹੁਣ। तिनके सुनकर मैं अस बहना, ਉਹਨਾਂ ਦੇ ਜਿਹੜੇ ਹਨ ਦੇਵਤਿਆਂ ਦੇ ਇਹ ਬਚਨ ਸੁਣ ਕੇ ਉਸ ਵੇਲੇ ਮੈਂ गमनियो निकट हृदय कछ न पैना, ਮੈਂ ਉਸ ਵੇਲੇ ਨਰਸਿੰਘ ਰੂਪ ਤੋਂ ਡਰਿਆ ਨਹੀਂ। ਮੇਰੇ ਮਨ ਵਿੱਚ ਭੈ ਨਹੀਂ ਸੀ ਨਰਸਿੰਘ ਰੂਪ ਦਾ। ਕਹਿੰਦੇ ਉਸ ਰੂਪ, ਉਸ ਜਿਹੜਾ ਹੈ ਅਵਤਾਰ ਦਾ ਮੈਂ ਨਹੀਂ ਬਿਲਕੁਲ ਭੈ ਕੀਤਾ। ਮੈਂ ਉਹਨਾਂ ਦੇ ਨੇੜੇ ਚਲਿਆ ਗਿਆ। चरण कमल पकड़े तब जाई, ਉਸ ਵੇਲੇ ਜਾ ਕਰਕੇ ਮੈਂ ਨਰਸਿੰਘ ਰੂਪ, ਨਰਸਿੰਘ ਆਪ ਬੈਠਾ ਹੈ ਉਹ ਤਖਤ ਤੇ ਜਿੱਥੇ ਮੇਰਾ ਪਿਤਾ ਹਰਨਾਕਸ਼ ਬੈਠਿਆ ਕਰਦਾ ਸੀ। ਕਹਿੰਦਾ ਮੈਂ ਜਾ ਕਰਕੇ ਨੇੜੇ ਉਹਨਾਂ ਦੇ ਚਰਨ ਪਕੜ ਲਏ, ਮੈਂ ਉਹਨਾਂ ਦੇ ਪੈਰ, ਉਹਨਾਂ ਦੇ ਚਰਨ ਪਕੜ ਲਏ। बंधन कीन दंड की न्याई, ਮੈਂ ਉਸ ਵੇਲੇ ਉਹਨਾਂ ਨੂੰ ਨਮਸਕਾਰ ਕੀਤੀ ਡੰਡੇਵਤ। ਮੈਂ ਲੰਮਾ ਪੈ ਗਿਆ, ਮੇਰੇ ਸਾਰੇ ਅੰਗ ਧਰਤੀ ਨੂੰ ਲੱਗਦੇ ਸਨ। ਮੈਂ ਡੰਡੌਤ ਬੰਧਨ ਕੀਤੀ ਉਹਨਾਂ श्री ਨੂੰ। नरसिंह जब है दृग देखा, ਜਿਸ ਵੇਲੇ ਮੈਂ ਨਮਸਕਾਰ ਕੀਤੀ, ਉਹਨਾਂ ਦੇ ਚਰਨਾਂ ਨੂੰ ਟੱਚ ਕੀਤਾ, ਉਸ ਵੇਲੇ ਨਰਸਿੰਘ ਜਿਹੜੇ ਗੁੱਸੇ ਵਿੱਚ ਨੇ ਉਹਨਾਂ ਨੇ ਮੇਰੇ ਵੱਲ ਦੇਖਿਆ, ਨੀਵੇਂ ਹੋ ਕੇ ਕਹਿੰਦੇ ਥੱਲੇ ਨੂੰ ਮੇਰੇ ਵੱਲ ਦੇਖਿਆ। हरियो चरण पर अपै बिसेखा, ਕਹਿਣ ਲੱਗੇ ਜਦੋਂ ਉਹਨਾਂ ਨੇ ਦੇਖਿਆ ਕਿ ਇਹ ਨਿਰਭੈ ਹੋ ਕੇ, ਇਹਨੂੰ ਡਰ ਕੋਈ ਨਹੀਂ ਹੈਗਾ, ਬਿਨਾਂ ਡਰ ਤੋਂ ਇਹਦੇ ਸਾਰੇ ਚਰਨੀ ਪਿਆ ਹੈ। ਜਦੋਂ ਨਰਸਿੰਘ ਨੇ ਐਸਾ ਦੇਖਿਆ, कह कर तब उठाव जगदीसा, ਕੀ ਹੋਇਆ? ਉਹ ਜਗਤ ਦੇ ਈਸ਼, ਜਗਤ ਦੇ ਮਾਲਕ ਨੇ ਆਪਣੇ ਬਾਹਾਂ ਥੱਲੇ ਕੀਤੀਆਂ ਤੇ ਚੁੱਕ ਕਰਕੇ ਕਹਿੰਦੇ ਮੈਨੂੰ ਉੱਤੇ ਚੁੱਕਿਆ। ਚੁੱਕ ਕਰਕੇ ਕਹਿੰਦਾ ਉਸ ਵੇਲੇ ਪ੍ਰਹਿਲਾਦ ਕਹਿੰਦਾ ਮੈਨੂੰ कर अरविंद धार कर सीसा, ਕਹਿਣ ਲੱਗੇ ਉਸ ਵੇਲੇ ਕਰ ਅਰਬਿੰਦ, ਕਹਿੰਦੇ ਹਸਤ ਕਵਲਾਂ ਦੇ ਨਾਲ ਕਹਿੰਦੇ ਉਹਨਾਂ ਨੇ ਕੀ ਕੀਤਾ? ਧਰ ਕਰ ਸੀਸਾ ਉਹਨਾਂ ਨੇ ਆਪਣਾ ਹੱਥ ਲੈ ਕੇ ਮੇਰੇ ਸਿਰ ਤੇ ਰੱਖਿਆ। ਨਰਸਿੰਘ ਨੇ ਆਪਣਾ ਹੱਥ ਮੇਰੇ ਸੀਸ ਤੇ ਰੱਖਿਆ संग स्नेह पलोसत माथा, ਤੇ ਕਹਿੰਦੇ ਬੜੇ ਸਨੇਹ ਦੇ ਨਾਲ, ਪਿਆਰ ਦੇ ਨਾਲ ਮੇਰਾ ਮੱਥਾ ਮਲਣ ਲੱਗਿਆ। ਸੋ ਨਰਸਿੰਘ ਆਪਣੇ ਹੱਥ ਦੇ ਨਾਲ, ਜੋ ਸ਼ੇਰ ਵਾਲਾ ਹੱਥ ਹੈ, ਜਿਹੜੇ ਹੱਥ ਨਾਲ ਹਰਨਾਕਸ਼ ਨੂੰ ਮਾਰਿਆ ਹੈ, ਉਹ ਹੱਥ ਮੇਰੇ ਸਿਰ ਤੇ ਰੱਖ ਕੇ ਮੇਰਾ ਮੱਥਾ ਪਰੋਸਣ ਲੱਗਿਆ, ਪਿਆਰ ਕਰਨ ਲੱਗਿਆ। उठ उस्तत मैं किए जगन्नाथा, ਉਸ ਵੇਲੇ ਮੈਂ ਉੱਠ ਕੇ ਉਹਨਾਂ ਦੀ ਉਸਤਤ ਕੀਤੀ। ਜਿਹੜਾ ਹਨ ਉਹ ਹਰਨਾਕਸ਼ ਦਾ ਪੁੱਤਰ, ਦੇਖੋ ਹਰਨਾਕਸ਼ ਮਰਿਆ ਪਿਆ ਹੈ, ਉਹ ਪੁੱਤਰ ਪ੍ਰਹਿਲਾਦ ਹੁਣ ਉਸਤਤ ਗਾ ਰਿਹਾ ਉਹ ਨਰਸਿੰਘ ਰੂਪ ਦੀ ਜਿਹਨੇ ਆ ਕੇ ਬਚਾਇਆ ਸੀ। उमग्यो प्रेम हृदय को भारी, ਕਹਿਣ ਲੱਗੇ ਮੇਰੇ ਮਨ ਵਿੱਚ ਇੰਨਾ ਪਿਆਰ ਜਾਗਿਆ ਕਿ ਦੇਖੋ ਪਰਮੇਸ਼ਰ ਆਪ ਆਇਆ ਮੈਨੂੰ ਬਚਾਉਣ ਵਾਸਤੇ, ਪਰਮਾਤਮਾ ਆਪ ਚੱਲ ਕੇ ਆਇਆ। लोचन ते स्रव ही जल धारी, ਕਹਿਣ ਲੱਗੇ ਮੇਰੇ ਅੱਖਾਂ ਵਿੱਚੋਂ ਨਾ ਅਥਰੂ ਵਗਣ ਲੱਗ ਪਏ ਉਹਨਾਂ ਦਾ ਪਿਆਰ ਦੇਖ ਕੇ। भगत वत्सल पार ब्रह्म स्वामी, ਦੇਖੋ ਉਹ ਨਰਸਿੰਘ ਰੂਪ ਨੂੰ ਦੇਖ ਕੇ ਬਰਮਾ, ਸ਼ਿਵ ਜੀ ਵਰਗੇ ਵੱਡੇ ਦੇਵਤੇ ਵੀ ਡਰ ਗਏ, ਸਾਰਾ ਸੰਸਾਰ ਡਰ ਗਿਆ। ਪਰ ਕਹਿੰਦਾ ਜਦੋਂ ਮੈਂ ਨੇੜੇ ਗਿਆ ਨਾ, ਮੇਰੇ ਤਾਂ ਕਹਿੰਦਾ ਸਿਰ ਤੇ ਹੱਥ ਵੀ ਰੱਖਿਆ, ਮੈਨੂੰ ਚੁੱਕਿਆ ਤੇ ਮੇਰਾ ਮੱਥਾ ਵੀ ਪੂੰਝਿਆ। ਕਹਿੰਦਾ ਮੇਰੇ ਨਾਲ ਇੰਨਾ ਪਿਆਰ ਕੀਤਾ ਕਿ ਮੇਰੇ ਅੱਖਾਂ ਵਿੱਚੋਂ ਮੈਨੂੰ ਜਲ ਵਗਣ ਲੱਗ ਪਿਆ, ਮੈਂ ਰੋਣ ਲੱਗ ਪਿਆ ਦੇਖ ਕੇ ਉਸਦਾ ਪਿਆਰ। ਤੇ ਉਸਦੇ ਪਿਆਰ ਵਿੱਚ ਆ ਕੇ ਪ੍ਰਹਿਲਾਦ ਕਹਿੰਦਾ ਮੈਂ ਉਸ ਵੇਲੇ ਉਸਤਤ ਕੀਤੀ ਨਰਸਿੰਘ ਜੀ ਦੀ। ਮੈਂ ਕਿਹਾ ਭਗਤ ਵਛਲ, ਹੇ ਭਗਤਾਂ ਦੇ ਪਿਆਰੇ, ਹੇ ਪਾਰ ਬ੍ਰਹਮ, ਸਾਰੇ ਸ੍ਰਿਸ਼ਟੀ ਦਾ ਕਰਤੇ ਸੁਆਮੀ, ਤੁਸੀਂ ਮਾਲਕ ਹੋ। दीन बंद प्रभ अंतर जामी, ਦੀਨ ਬੰਦ, ਗਰੀਬਾਂ ਦੇ ਬੰਧੂ ਹੋ, ਗਰੀਬਾਂ ਦੇ ਪਿਆਰੇ ਹੋ, ਗਰੀਬਾਂ ਨੂੰ ਬਚਾਉਣ ਵਾਲੇ ਹੋ। ਹੇ ਪ੍ਰਭੂ, ਅੰਤਰ ਦੀਆਂ ਜਾਣਨ ਵਾਲੇ, ਸਭ ਕੁਝ ਜਾਣਨ ਵਾਲੇ ਹੋ। ब्रह्मादिक ते अमर जे औरा, ਕਹਿਣਗੇ ਬਰਮਾ ਦੇਖ, ਬਰਮਾ, ਸ਼ਿਵ ਜੀ, ਜਿੰਨੇ ਵੀ ਵੱਡੇ ਵੱਡੇ ਦੇਵਤੇ ਤੇ ਹੋਰ ਸਾਰੇ 33 ਕਰੋੜ ਦੇਵਤੇ ਹਨ ਸਾਰੇ, सकै न भेद लखत तब थोरा, ਤੁਹਾਡਾ ਕੋਈ ਭੇਦ ਨਹੀਂ ਜਾਣ ਸਕਦਾ। ਕੌਣ ਜਾਣ ਸਕਦਾ ਤੁਹਾਡੇ ਭੇਦ ਨੂੰ? कह बेअंत श्रुत विद्या अपरा, ਕਹਿ ਬੇਅੰਤ, ਤੁਹਾਡੇ ਬਾਰੇ ਜਦੋਂ ਵੀ ਕਿਸੇ ਨੇ ਕੁਝ ਕਿਹਾ ਤਾਂ ਬੇਅੰਤ ਹੀ ਬੇਅੰਤ ਸ਼ਬਦ ਵਰਤਿਆ, ਕਿਉਂਕਿ ਕੋਈ ਅੰਤ ਨਹੀਂ ਆਉਂਦਾ, ਕੋਈ ਅੰਤ ਨਹੀਂ ਤੁਹਾਡੇ ਜਿਹੜੇ ਹਨ, ਤੁਹਾਡੇ ਸਰੂਪ ਦਾ, ਤੁਹਾਡੇ ਜਿਹੜੇ ਹਨ ਤੁਹਾਡੇ ਆਪਣੀ ਕਰਨੀ ਦਾ, ਤੁਹਾਡੇ ਜਿਹੜੇ ਹਨ ਵਡਿਆਈ ਦਾ, ਕੌਣ ਅੰਤ ਪਾ ਸਕਦਾ ਹੈ? ਇਸ ਪ੍ਰਕਾਰ ਕਰਕੇ ਇੱਕ ਪਰਾ ਹੁੰਦੀ ਹੈ, ਇੱਕ ਅਪਰਾ ਵਿਦਿਆ ਹੁੰਦੀ ਹੈ। ਪਰਾ ਵਿਦਿਆ ਉਹ ਹੁੰਦੀ ਹੈ ਜੋ ਬ੍ਰਹਮ ਆਤਮਾ ਨੂੰ ਜਿਹੜਾ ਹੈ ਕਥਨ ਕਰਨ ਵਾਲੀ ਹੈ, ਜੋ ਬ੍ਰਹਮ ਹੀ ਆਤਮਾ ਹੈ ਉਹਨੂੰ ਪਰਾ ਵਿਦਿਆ। ਤੇ ਅਪਰਾ ਵਿਦਿਆ ਜਿਹੜੀ ਹੈ ਉਸਨੂੰ ਜਿਹੜਾ ਹੈ ਉਸਦਾ ਜਿਹੜਾ ਅਰਥ ਜਿਹੜਾ ਇੱਥੇ ਕਰਦੇ ਹਨ ਗਾ ਆ ਕੇ। ਸੋ ਇਹ ਜਿਹੜੀ ਅਪਰਾ ਵਿਦਿਆ ਹੈ, ਸਭ ਵਿਦਿਆ ਜਿਹੜੀ ਹੈ ਪਰਮਾਤਮਾ ਨੂੰ ਜਿਵੇਂ ਆਪਾਂ ਕਥਨ ਕਰ ਸਕੀਏ, ਸੋ ਉਹ ਜਿਹੜੀ ਹੈ ਉਹ ਅਪਰਾ ਵਿਦਿਆ ਹੈ। ਅਪਰਾ ਵਿਦਿਆ ਕੋਈ ਪਰਮਾਤਮਾ ਦੇ ਗੁਣਾਂ ਨੂੰ ਲੈ ਕੇ ਉਸਦੇ ਸਰੂਪ ਨੂੰ ਗਾਉਣਾ। ਪਰਾ ਵਿਦਿਆ ਹੈ ਜਿਹੜੀ ਕਿ ਉਸਨੂੰ ਆਤਮਾ ਪਾਰ ਬ੍ਰਹਮ ਕਰਕੇ ਜਾਣਨਾ, ਨਿਰਗੁਣ ਕਰਕੇ ਜਾਣਨਾ। मैं दानव कहे लेखे बपुरा, ਦੇਖੋ ਕਹਿੰਦੇ ਮੈਂ ਉਹ ਪਰਮਾਤਮਾ ਨੂੰ ਨਰਸਿੰਘ ਰੂਪ ਨੂੰ ਕਿਹਾ, ਮੈਂ ਦਾਨਵ,
ਮੈਂ ਦੈਂਤਾਂ ਦੇ ਕੁਲ ਵਿੱਚ ਜਨਮ ਲਿਆ ਹੈ। ਪ੍ਰਹਿਲਾਦ ਕਹਿੰਦਾ ਔਰ ਨਹੀਂ ਕਹੂਗਾ ਤੇ ਜਾਨੀ, ਕਹਿਣ ਲੱਗੇ ਔਰ ਨਹੀਂ ਮੇਰੀ ਗੱਤ ਕੌਣ ਕਰੇਗਾ, ਮੈਨੂੰ ਕੌਣ ਬਚਾਏਗਾ ਤੁਹਾਤੋਂ ਬਗੈਰ। ਨਿਸ਼ਚੈ ਮੈਂ ਇੱਕ ਰੀਤ ਪਛਾਨੀ, ਮੈਂ ਇੱਕ ਨਿਸ਼ਚੈ ਕਰਕੇ ਰੀਤ ਪਛਾਣ ਲਿਆ ਹੈ ਪਰਮਾਤਮਾ ਤੁਹਾਡੀ। ਕਿਹ ਪ੍ਰਕਾਰ ਨਹਿ ਰੀਝ ਹੋ ਆਪੂ, ਕਹਿਣ ਲੱਗੇ ਕਿਹ ਪ੍ਰਕਾਰ ਨੇ, ਕਿਸੇ ਪ੍ਰਕਾਰ ਨਹੀਂ ਤੁਸੀਂ ਰੀਝਦੇ, ਤੁਸੀਂ ਖੁਸ਼ ਹੁੰਦੇ। ਤੇ ਕਿਵੇਂ ਵੀ ਮਰਜੀ ਬੰਦਾ ਕੋਸ਼ਿਸ਼ ਕਰ ਲੇ ਤੁਹਾਨੂੰ ਖੁਸ਼ ਕਰਨ ਦੀ, ਪਰ ਤੁਹਾਨੂੰ ਖੁਸ਼ ਕਰਨਾ ਕੋਈ ਸੌਖਾ ਨਹੀਂ। ਭਾਵੇਂ ਕਿੰਨੇ ਮਰਜੀ ਤਰੀਕੇ ਬੰਦੇ ਵਰਤ ਲੈ ਤੁਹਾਨੂੰ ਖੁਸ਼ ਕਰਨ ਵਾਸਤੇ। ਕਰੋ ਭਗਤ ਭਿਖ ਕਹਿ ਦੁਖ ਭਾਖ, ਬਸ ਆਪਣਾ ਭਗਤ ਦੇਖ ਕੇ, ਆਪਣਾ ਪਿਆਰਾ ਜਾਣ ਕੇ ਤੁਸੀਂ ਆ ਕੇ ਉਹਨਾਂ ਦੇ ਦੁੱਖ ਕੱਟਦੇ ਹੋ। ਹੇ ਪਰਮਾਤਮਾ, ਕਿਸੇ ਦੇ ਵਿਦਿਆ ਵੱਲ ਨਹੀਂ ਤੁਸੀਂ ਦੇਖਦੇ, ਕਿਸੇ ਦੀ ਕਮਾਈ ਵੱਲ ਨਹੀਂ ਦੇਖਦੇ, ਬਸ ਭਗਤੀ ਤੇ ਪਿਆਰ ਨੂੰ ਤੁਸੀਂ ਦੇਖਣ ਵਾਲੇ ਹੋ। ਪ੍ਰੇਮਾ ਭਗਤੀ ਨੂੰ ਦੇਖ ਕੇ ਤੁਸੀਂ ਆਪ ਚੱਲ ਕੇ ਆਉਂਦੇ ਆ ਉਹਨਾਂ ਦਾ ਦੁੱਖ ਕੱਟਣ ਵਾਸਤੇ। 10 ਗੁਣ ਸੰਜਤ ਜੋ ਦਿਖ ਹੋਈ, ਦੇਖੋ ਭਾਵੇਂ ਕੋਈ ਬ੍ਰਾਹਮਣ ਜਾਤੀ ਵਿੱਚੋਂ ਵੀ ਕੋਈ ਜਨਮ ਲਵੇ ਤੇ ਉਹਦੇ ਵਿੱਚ 10 ਗੁਣ ਹੋਣ, 10 ਗੁਣ ਸੰਪੰਨ ਹੋਵੇ ਉਹ ਭਾਵੇਂ ਬ੍ਰਾਹਮਣ ਜਿਹੜਾ ਹੈ। ਭਗਤ ਬਿਹੀਨ ਪ੍ਰਸੀਦ ਨਾ ਕੋਈ, ਪਰ ਜੇ ਉਹਦੇ ਚ ਭਗਤੀ ਨਹੀਂ ਤਾਂ ਤੁਸੀਂ ਉਹਦੇ ਉੱਤੇ ਵੀ ਨਹੀਂ ਖੁਸ਼ ਹੁੰਦੇ। ਜਿਹੜਾ ਇੰਨਾ ਕਮਾਈ ਵਾਲਾ ਪਰਫੈਕਟ ਬ੍ਰਾਹਮਣ ਹੋਵੇ, ਪੰਡਤ ਹੋਵੇ, ਉਹਦੇ ਉੱਤੇ ਵੀ ਤੁਸੀਂ ਖੁਸ਼ ਨਹੀਂ ਹੁੰਦੇ ਜੇ ਉਹਦੇ ਚ ਪ੍ਰੇਮਾ ਭਗਤੀ ਨਾ ਹੋਵੇ। 10 ਗੁਣ ਹੀਨ ਜੇ ਅਹੈ ਚੰਡਾਲਾ, ਪਰ ਜੇ 10 ਗੁਣਾ ਤੋਂ ਹੀਣਾ ਇੱਕ ਚੰਡਾਲ ਹੋਵੇ, ਜਿਹੜਾ ਸੈਮਿਟਰੀ ਵਿੱਚ ਕੰਮ ਕਰਨ ਵਾਲਾ, ਮੁਰਦਿਆਂ ਨੂੰ ਸਾੜਨ ਵਾਲਾ, ਸਭ ਤੋਂ ਨੀਵੀਂ ਜਾਤ ਜਿਹਦੀ ਗਿਣੀ ਗਈ ਹੈ। ਪ੍ਰੇਮ ਭਗਤ ਮਹਿ ਮਗਨ ਬਿਸਾਲਾ, ਜੇ ਕਿਤੇ ਉਹ ਵੀ ਪ੍ਰੇਮਾ ਭਗਤੀ ਕਰਨ ਲੱਗ ਜਾਵੇ, ਤੁਹਾਡੀ ਭਗਤੀ ਦੇ ਵਿੱਚ ਉਹ ਵੀ ਲੀਨ ਹੋ ਜਾਵੇ ਪ੍ਰੇਮ ਕਰਕੇ, ਤੇ ਸਮ ਤੁਮਕੋ ਅਪਰ ਨਾ ਪਿਆਰਾ, ਕਹਿਣਗੇ ਉਹ ਚੰਡਾਲ ਵਰਗਾ ਤੁਹਾਨੂੰ ਹੋਰ ਕੋਈ ਪਿਆਰਾ ਨਹੀਂ ਹੁੰਦਾ, ਤੁਸੀਂ ਉਹਨੂੰ ਵੀ ਬੜਾ ਪਿਆਰ ਕਰਦੇ ਹੋ। ਇਹ ਨਿਰਣੈ ਮੈਂ ਹਿਰਦੈ ਵਿਚਾਰਾ, ਇਹ ਜਿਹੜਾ ਨਿਰਣਾ, ਇਹ ਫੈਸਲਾ ਮੈਂ ਆਪਣੇ ਹਿਰਦੇ ਵਿੱਚ ਵਿਚਾਰਿਆ ਹੈ। ਸੋ ਪ੍ਰਹਿਲਾਦ ਕਹਿੰਦਾ ਮੈਂ ਐਸਾ ਜਾਣਿਆ ਹੈ। ਦੋਹਰਾ ਜਗ ਦਾਨ ਤਪ ਧਰਮ ਸਤ ਸਮ ਦਮ ਧੀਰਜਵੰਤ। ਸੋ ਹੁਣ ਉਹ 10 ਗੁਣ ਜਿਹੜੇ ਇੱਕ ਬ੍ਰਾਹਮਣ ਵਿੱਚ ਹੋਣੇ ਚਾਹੀਦੇ ਨੇ, ਜਾਂ ਇਹ ਜਿਹੜੇ ਹਨ 10 ਜਿਹੜੇ ਚੰਗੇ ਗੁਣ ਵਰਚੂਸ ਹਨ, ਉਹਦੇ ਬਾਰੇ ਦੱਸਦੇ ਹਨ। ਪਹਿਲਾ ਹੈ ਯੱਗ ਕਰਨਾ। ਯੱਗ ਅੱਜ ਕੱਲ੍ਹ ਦੇ ਸਮੇਂ 'ਚ ਆਪਾਂ ਕਹੋਗੇ ਲੰਗਰ ਕਰਨਾ, ਕਿਸੇ ਨੂੰ ਛਕਾਉਣਾ, ਕਿਸੇ ਦੀ ਸੇਵਾ ਕਰਨੀ। ਦੂਜਾ ਦਾਨ ਦੇਣਾ, ਤੇ ਤੀਜਾ ਤਪ ਕਰਨਾ। ਚੌਥਾ ਧਰਮ ਦੀ ਕਮਾਈ ਕਰਨੀ, ਤੇ ਫਿਰ ਪੰਜਵਾਂ ਸੱਤ, ਉਹ ਪਰਮੇਸ਼ਰ ਨੂੰ ਸੱਤ ਕਰਕੇ ਜਾਣਨਾ, ਉਹੀ ਪਰਮੇਸ਼ਰ ਦੇ ਸਰੂਪ ਨੂੰ ਜਾਣਨਾ ਕਰਨਾ। ਛੇਵਾਂ ਹੈ ਸਮ। ਸਮ ਹੁੰਦਾ ਹੈ ਮਨ ਨੂੰ ਰੋਕਣਾ, ਮਨ ਦੀਆਂ ਬਿਰਤੀਆਂ ਨੂੰ ਰੋਕ ਕੇ ਰੱਖਣਾ। ਦਮ ਹੁੰਦਾ ਹੈ ਆਪਣੀਆਂ ਇੰਦਰੀਆਂ ਨੂੰ ਕੰਟਰੋਲ ਕਰਨਾ। ਸੋ ਇਹ ਦਮ ਹੋ ਗਿਆ। ਫਿਰ ਜਿਹੜਾ ਹੈ 8ਵਾਂ ਧੀਰਜਵਾਨ ਹੋਣਾ, ਧੀਰਜ ਰੱਖਣੀ ਹਰ ਵੇਲੇ, ਸੁੱਖ ਤੇ ਦੁੱਖ ਦੇ ਵਿੱਚ ਇੱਕ ਸਮਾਨ ਰਹਿਣਾ। ਤੇ 9ਵਾਂ ਹੈ ਸਹਿਨਸ਼ੀਲਤਾ। ਸਹਿਨਸ਼ੀਲਤਾ ਜਿਹੜੀ ਹੈ ਉਹ ਜਿਹੜੀ ਹੈ ਕੋਈ ਵੱਡੇ ਤੋਂ ਵੱਡੇ ਦੁੱਖ ਨੂੰ ਵੀ ਸਹਾਰਨ ਵਾਲੀ ਸ਼ਕਤੀ। ਤੇ 10ਵੀਂ ਹੈ ਮਤਸਰ ਰਹਿਤ। ਮਤਸਰ ਹੁੰਦੀ ਹੈ ਈਰਖਾ ਤੋਂ ਰਹਿਤ ਹੋਣਾ, ਜਿਹਦੇ ਵਿੱਚ ਈਰਖਾ ਨਾ ਕੋਈ ਵੀ ਹੋਣੀ। ਸਹਿਨਸ਼ੀਲ ਮਤਸਰ ਰਹਿਤ 10 ਗੁਣ ਇਹੀ ਗਨੰਤ। ਇਹ ਗਿਣਦੇ ਹਨ 10 ਗੁਣ ਜਿਹੜੇ ਹੁੰਦੇ ਹਨ। ਚੌਪਈ ਦਿਜ ਕੁਲ ਮਾਨ ਭਰੇ ਔਰ ਭਾਰੀ। ਕਹਿਣਗੇ ਦਿਜ ਕੁਲ, ਭਾਵੇਂ ਕਿਸੇ ਦੀ ਬ੍ਰਾਹਮਣ ਜਾਤੀ ਹੋਵੇ ਤੇ ਉਹ ਵੱਡਾ ਮਾਣ ਕਰੇ ਕਿ ਮੈਂ ਬ੍ਰਾਹਮਣਾਂ ਦੇ ਘਰ 'ਚ ਜਨਮ ਲਿਆ ਹੈ। ਭਗਤਹੀਨ ਗੁਣ ਅਗ ਅਨਹਾਰੀ। ਦੇਖੋ ਭਗਤੀ ਤੋਂ ਹੀਣਾ ਹੋਣ ਕਰਕੇ ਉਹ ਜਿਹੜਾ ਹੈ ਪਾਪੀ ਹੋ ਕੇ ਉਹਨੂੰ ਪਛਾਣਿਆ ਜਾਂਦਾ ਹੈ। ਨੀਚ ਜਾਤ ਤਜ ਕਰ ਮਨ ਮਾਨਾ। ਪਰ ਜੇ ਨੀਚ ਜਾਤ ਵਾਲਾ ਆਪਣਾ ਮਾਣ ਹੰਕਾਰ ਛੱਡ ਕੇ ਤੁਮਰੇ ਸੇਵ ਹੈ ਚਰਨ ਮਹਾਨਾ। ਤੇ ਤੁਹਾਡੇ ਚਰਨਾਂ ਦੀ ਸੇਵਾ ਕਰੇ ਆ ਕੇ, ਸੋ ਪਾਵਨ ਹੋਇਆ ਕਰ ਸਰਬੰਗਾ। ਸੋ ਉਹ ਮਹਾਨ ਹੋ ਜਾਂਦਾ ਹੈ ਤੁਹਾਡੇ ਚਰਨਾਂ ਕਰਕੇ। ਸੋ ਪਾਵਨ, ਉਹ ਪਵਿੱਤਰ ਹੋ ਕੇ ਸਾਰੇ ਅੰਗਾਂ ਕਰਕੇ ਉਹ ਪਵਿੱਤਰ ਹੋ ਜਾਂਦਾ, ਭਾਵੇਂ ਕੋਈ ਚੰਡਾਲੇ ਕਿਉਂ ਨਾ ਹੋਵੇ, ਨੀਵੀਂ ਜਾਤੀ ਵਾਲਾ। ਔਰਨ ਕੇਰ ਕਰ ਹੈ ਅਗ ਭੰਗਾ। ਕਹਿਣ ਲੱਗੇ ਔਰਨ ਕੇਰ, ਕਹਿਣ ਲੱਗੇ ਔਰਨ ਦੂਜਿਆਂ ਦੇ ਵਾਸਤੇ ਜਾਂ ਦੂਜਿਆਂ ਵੱਲ ਕਰੇ ਅਗ ਭੰਗਾ। ਜੋ ਤੁਸੀਂ ਪਾਪ ਨੂੰ ਨਾਸ਼ ਕਰਨ ਵਾਲੇ ਹੋ, ਤੁਸੀਂ ਦੂਸਰੇ ਦੇ ਪਾਪ ਜਿਹੜੇ ਹਨ ਤੁਸੀਂ ਉਹ ਨਾਸ਼ ਕਰਦੇ ਹੋ। ਤੇ ਕਿਵੇਂ ਕਰਦੇ ਹੋ? ਇੱਕ ਛਿਨ ਦੇ ਵਿੱਚ, ਇੱਕ ਇੰਸਟੈਂਟਲੀ ਤੁਸੀਂ ਖਤਮ ਕਰ ਦਿੰਦੇ ਹੋ। ਸੁਨ ਮਮ ਬੇਨਤੀ ਤੇਰੇ ਭਵਨ ਸਾਈਂ। ਹੇ ਤਰ ਭਵਨ, ਤਿੰਨਾਂ ਲੋਕਾਂ ਦੇ ਮਾਲਕ, ਤਿੰਨਾਂ ਲੋਕਾਂ ਦੇ ਸਵਾਮੀ, ਮੇਰੀ ਇੱਕ ਬੇਨਤੀ ਸੁਣ ਲਓ। ਪ੍ਰਹਿਲਾਦ ਜੀ ਕਹਿੰਦੇ ਸ਼ਾਂਤ ਰੋਸ ਕਰ ਗਿਰਾ ਅਲਾਈ। ਕਹਿਣਗੇ ਸ਼ਾਂਤ ਚਿੱਤ ਹੋ ਜਾਓ, ਸ਼ਾਂਤ ਚਿੱਤ ਹੋ ਕੇ ਆਪਣੇ ਬਚਨ ਸੁਣਾਓ ਤੁਸੀਂ। ਅਹੋ ਪ੍ਰਹਿਲਾਦ ਭਗਤ ਤੂੰ ਪੂਰਾ। ਦੇਖੋ ਉਸੇ ਵੇਲੇ ਕਹਿੰਦੇ ਨਰਸਿੰਘ ਰੂਪ ਨਾ ਸ਼ਾਂਤੀ ਵਿੱਚ ਆ ਗਿਆ। ਗੁੱਸਾ ਜਿਹੜਾ ਹੈ ਨਹੀਂ ਰਿਹਾ, ਸ਼ਾਂਤ ਰੂਪ ਹੋ ਕੇ ਕਹਿੰਦੇ ਉਸ ਵੇਲੇ ਨਰਸਿੰਘ ਰੂਪ ਦੇ ਵਿੱਚ ਉਹ ਪਰਮਾਤਮਾ ਜਿਹੜਾ ਅਵਤਾਰ ਸੀਗਾ ਉਹ ਬੋਲਿਆ ਮੇਰੇ ਨਾਲ। ਕਹਿੰਦੇ ਕੀ ਕਹਿੰਦਾ? ਅਹੋ ਹੇ ਪ੍ਰਹਿਲਾਦ, ਤੂੰ ਮੇਰਾ ਪੂਰਾ ਭਗਤ ਹੈ, ਤੂੰ ਮੇਰਾ ਭਗਤ ਪੂਰਾ ਹੈ, ਤੂੰ ਮੇਰਾ ਜਿਹੜਾ ਪਰਫੈਕਟ ਭਗਤ ਹੈ। ਕੋ ਬਿਦ ਤੇ ਹੋਏ ਨਾ ਊਰਾ। ਤੂੰ ਕਿਸੇ ਵੱਲੋਂ ਵੀ ਤੂੰ ਊਣਾ ਨਹੀਂ ਹੈਗਾ,
ਤੂੰ ਕਿਸੇ ਵੱਲੋਂ ਕਿਸੇ ਗੁਣ ਕਰਕੇ ਤੂੰ ਘੱਟ ਨਹੀਂ, ਤੂੰ ਪੂਰਾ ਹੀ ਪੂਰਾ ਹੈ। ਮਰ ਜਾਚੋ ਜੋ ਹੋਇ ਚਿਤ ਮਾਹੀ। ਹੁਣ ਤੂੰ ਮੰਗ ਕੀ ਤੇਰੇ ਮਨ ਦੀ ਇੱਛਾ ਹੈ। ਨਰਸਿੰਘ ਰੂਪ, ਨਰਸਿੰਘ ਦਾ ਅਵਤਾਰ ਜਿਹੜਾ ਹੈ ਆਪ ਪੁੱਛ ਰਿਹਾ ਹੈ ਪ੍ਰਹਿਲਾਦ ਨੂੰ, ਤੂੰ ਮੰਗ, ਤੇਰੀ ਕੀ ਇੱਛਾ ਹੈ। ਤੇ ਤੋ ਨਹਿ ਅਦੇ ਮੁਝ ਪਾਹੀ। ਕੋਈ ਵੀ ਐਸੀ ਚੀਜ਼ ਨਹੀਂ ਮੈਂ ਜਿਹੜੀ ਤੈਨੂੰ ਨਾ ਦੇ ਸਕਾਂ। ਨਰਸਿੰਘ ਕਹਿੰਦਾ ਮੈਂ ਤੈਨੂੰ ਸਭ ਕੁਝ ਦਿਆਂਗਾ, ਮੰਗ ਕੀ ਮੰਗਦਾ ਹੈ। ਸੁਣ ਕਰ ਮੈਂ ਪੁਨ ਗਿਰਾ ਬਖਾਨੀ। ਇਹ ਗੱਲ ਜਿਹੜੀ ਸੁਣ ਕੇ ਨਰਸਿੰਘ ਜੀ ਤੋਂ ਕਹਿੰਦਾ ਮੈਂ ਉਸ ਵੇਲੇ ਆਪਣੇ ਗਿਰਾ ਬਚਨ ਕੀਤੇ। ਮਮ ਮਨ ਸਰਬ ਕਾਮ ਨਾ ਹਾਨੀ। ਕਹਿਣ ਲਗੇ ਮਮ ਮਨ ਸਰਬ ਕਾਮਨਾ ਹਾਨੀ, ਮੇਰੀਆਂ ਸਾਰੀਆਂ ਕਾਮਨਾ ਜਿਹੜੀਆਂ ਮੁੱਕ ਚੁੱਕੀਆਂ ਨੇ, ਤੇ ਜੇ ਕੋਈ ਹੈਗੀ ਵੀ ਹੈ ਤੁਸੀਂ ਉਹ ਵੀ ਖਤਮ ਕਰ ਦਿਓ। ਮੇਰੇ ਮਨ 'ਚ ਕੋਈ ਕਾਮਨਾ ਕੋਈ ਇੱਛਾ ਨਾ ਰਵੇ। ਜੋ ਸਕਾਮ ਤਵ ਭਗਤ ਕਰੇ। ਹਾਂ ਕਹਿੰਦੇ ਜੋ ਸਕਾਮ, ਜਿਹੜੀ ਕਾਮਨਾ ਕਰਕੇ ਤਵ ਭਗਤ ਕਰੀ, ਜਿਹੜੀ ਕਾਮਨਾ ਕਰਕੇ ਨਰਸਿੰਘ ਕਹਿੰਦਾ ਜਿਹੜੀ ਕਾਮਨਾ ਕਰਕੇ ਤੂੰ ਭਗਤੀ ਕੀਤੀ ਹੈ। ਬਨਕ ਸਮਾਨ ਜਾਣਿਐ ਤੇਈ। ਕਹਿਣ ਲਗੇ ਬਨਕ ਸਮਾਨ ਜਾਣੀਏ ਤੇਈ। ਤਾਂ ਕਹਿੰਦੇ ਉਹ ਜਿਹੜੀ ਹੈ ਉਹ ਭਗਤੀ ਜਿਹੜੀ ਹੈ ਨਾ, ਕਹਿੰਦੇ ਉਹ ਪ੍ਰਹਿਲਾਦ ਕਹਿਣ ਲੱਗਾ, ਕਹਿੰਦਾ ਉਹ ਤਾਂ ਬਾਣੀਏ ਦੀ ਤਰ੍ਹਾਂ ਹੈ। ਕਹਿਣ ਲਗੇ ਜਿਵੇਂ ਬਾਣੀਆ ਕੋਈ ਜਿਹੜਾ ਹੈ ਆਪਣੀ ਸੌਦਾ ਵੇਚਣ ਵਾਸਤੇ ਉਹ ਬਹੁਤ ਕੁਝ ਬੋਲਦਾ ਹੈ। ਭਗਤ ਪ੍ਰਹਿਲਾਦ ਕਹਿੰਦਾ ਮੈਂ ਤਾਂ ਫਸਾਇਆ ਸੀ ਦੁੱਖ ਵਿੱਚ, ਇਸ ਕਰਕੇ ਜਿਹੜਾ ਤੁਹਾਡੀ ਪ੍ਰੇਮਾ ਭਗਤੀ ਨੇ ਜਿਹੜਾ ਹੈ ਮੈਨੂੰ ਉਹ ਡਰ ਦਾ ਇੱਕ ਹੀ ਆਸਰਾ ਦਿੱਤਾ। ਸ੍ਰੀ ਨਰ ਹਰ ਪੁਨ ਬੈਨ ਉਚਾਰੇ। ਫਿਰ ਆਪਣਾ ਜਿਹੜਾ ਨਰਸਿੰਘ ਰੂਪ ਜੋ ਪਰਮਾਤਮਾ ਆਪ ਹੈ ਉਹ ਬੋਲਿਆ ਜੀ ਹੁਣ। ਭਗਤ ਲਖੋ ਮੁਝ ਮਹਾ ਉਧਾਰੇ। ਕਹਿਣਗੇ ਭਗਤ ਕਹਿੰਦੇ ਹਨ ਪ੍ਰਹਿਲਾਦ ਨੂੰ, ਭਗਤ ਕਰਕੇ ਸੱਦਿਆ, ਕਹਿੰਦਾ ਭਗਤ ਲਖੋ ਮੁਝ ਮਹਾ ਉਧਾਰੇ। ਕਹਿੰਦਾ ਜਾਣ ਲਾ ਅੱਜ ਮੈਂ ਬਹੁਤ ਜੈਨਰਸ ਹਾਂ, ਮੰਗ ਲਾ ਅੱਜ ਤੂੰ ਕੀ ਮੰਗਦਾ ਹਾਂ। ਨਿਸ਼ਚੈ ਸਰਬ ਚਾਹ ਤੈ ਤਿਆਗੀ। ਕਿ ਮੈਨੂੰ ਪਤਾ ਹੈ, ਕਹਿੰਦਾ ਤੂੰ ਸਾਰੀ ਚਾਹਨਾ ਆਪਣੀ ਖਤਮ ਕਰ ਲਈ, ਤੇਰੇ ਵਿੱਚ ਸਾਰੀ ਇੱਛਾ ਮੁੱਕ ਚੁੱਕੀ ਹੈ ਭਗਤੀ ਦੇ ਪ੍ਰੇਮ ਕਰਕੇ। ਤਦਪ ਮੋਹਿ ਤੋਖਨ ਹਿਤ ਲਾਗੀ। ਕਹਿਣਗੇ ਫੇਰ ਵੀ ਅੱਜ ਮੈਂ ਤੇਰੇ ਤੇ ਇੰਨਾ ਖੁਸ਼ ਹਾਂ, ਮੈਂ ਇੰਨਾ ਖੁਸ਼ ਹਾਂ, ਮੈਂ ਤੈਨੂੰ ਅੱਜ ਕੁਝ ਦੇਣਾ ਚਾਹੁੰਦਾ ਹਾਂ। ਤੂੰ ਮੰਗ ਕੀ ਮੰਗਦਾ ਹੈ। ਜਾਚੋ ਬਰ ਆਇਸ ਅਨੁਸਾਰੀ। ਕਹਿਣਗੇ ਮੰਗਲਾ ਜਿਹੜਾ ਵਰ ਤੂੰ ਲੈਣਾ ਹੈ ਆਪਣੀ ਇੱਛਾ ਅਨੁਸਾਰ। ਤਨ ਮੈਂ ਤੂੰ ਮੇਰੋ ਹਿਤਕਾਰੀ। ਕਹਿਣਗੇ ਤਨ ਮੈਂ, ਕਹਿਣਗੇ ਤੂੰ ਆਪਣੇ ਸਰੀਰ ਕਰਕੇ ਮੇਰਾ ਪਿਆਰਾ ਹੈ, ਤੇ ਤੋਂ ਪਿਆਰਾ ਅੱਜ ਮੇਰੇ ਵਾਸਤੇ ਕੋਈ ਵੀ ਨਹੀਂ ਹੈ। ਬੰਦ ਹੱਥ ਮੈਂ ਮਾਨ ਰਜਾਇਆ। ਉਸ ਵੇਲੇ ਪ੍ਰਹਿਲਾਦ ਕਹਿੰਦਾ ਮੈਂ ਹੱਥ ਜੋੜ ਲਏ। ਨਰਸਿੰਘ ਜੀ ਨੂੰ ਉਹਦੇ ਅੱਗੇ ਹੱਥ ਜੋੜ ਕੇ ਮੈਂ ਕਿਹਾ ਉਸ ਦੀ ਰਜਾ ਮੰਨ ਕੇ। ਕਹਿਓ ਜੇ ਰਾਵਰ ਕੀ ਅਸਦਾਇਆ। ਕਹਿਣ ਲਗੇ ਹੇ ਪਰਮਾਤਮਾ ਜੇ ਤੁਸੀਂ ਅੱਜ ਐਸੀ ਦਇਆ ਮੇਰੇ ਤੇ ਕਰ ਰਹੇ ਹੋ, ਐਸੀ ਦਇਆ ਦੇ ਘਰ ਵਿੱਚ ਤੁਸੀਂ ਆਏ ਹੋ। ਸਰਬ ਕਾਮਨਾ ਔਰ ਜਰ ਜਾਵ ਹੈ। ਕਹਿਣ ਲਗੇ ਮੇਰੀਆਂ ਸਾਰੀਆਂ, ਪਹਿਲੀ ਤਾਂ ਮੇਰੀ ਇਹ ਇੱਛਾ ਮੇਰੀਆਂ ਸਾਰੀਆਂ ਕਾਮਨਾਵਾਂ ਨੂੰ ਸਾੜ ਦਿਓ ਵਿੱਚੋਂ, ਆਪਣੀ ਭਗਤੀ ਰੂਪ ਅੱਗ ਦੇ ਨਾਲ ਸਾਰੀਆਂ ਹੀ ਕਾਮਨਾਵਾਂ ਖਤਮ ਹੋ ਜਾਣ। ਤਬ ਪਗ ਭਗਤ ਸਦਾ ਰਤ ਭਾਵ ਹੈ। ਤੇ ਦੂਜਾ ਮੇਰੀ ਜਿਹੜੀ ਹੈ ਮੇਰੀ ਬਿਰਤੀ ਹਮੇਸ਼ਾ ਤੁਸੀਂ ਆਪਣੇ ਚਰਨਾਂ ਵਿੱਚ ਰੱਖਿਓ, ਹਮੇਸ਼ਾ ਜਿਹੜਾ ਹੈ ਮੈਂ ਤੁਹਾਡੇ ਚਰਨਾਂ ਦੀ ਜਿਹੜੀ ਹੈ ਪ੍ਰੀਤੀ ਨਾਲ ਹੀ ਜੁੜਿਆ ਰਹਾ। ਬਸ ਕਹਿ ਬਾਰ ਬਾਰ ਸਿਰ ਨਿਆਈ। ਮੈਂ ਇਹ ਕਹਿ ਕਰਕੇ ਨਾ ਪ੍ਰਹਿਲਾਦ ਕਹਿੰਦਾ ਮੈਂ ਵਾਰ-ਵਾਰ ਉਹਨਾਂ ਨੂੰ ਮੱਥਾ ਟੇਕਿਆ, ਮੈਂ ਉੱਠ ਕੇ ਫੇਰ ਮੱਥਾ ਟੇਕਣਾ, ਉੱਠ ਕੇ ਫੇਰ ਵਾਰ-ਵਾਰ ਮੱਥਾ ਟੇਕਿਆ ਮੈਂ। ਰਹਿਓ ਚਰਨ ਪੰਕਜ ਲਪਟਾਈ। ਫੇਰ ਮੈਂ ਉਹਨਾਂ ਦੇ ਚਰਨ ਪਕੜ ਕੇ ਨਾ ਘੁੱਟ ਕੇ ਜੱਫੀ ਪਾ ਲਈ ਜੀ। ਹੋਇ ਪ੍ਰਸੰਨ ਭਗਤਨ ਗੁਣ ਖਾਨੀ। ਕਹਿਣਗੇ ਹੋਏ ਪ੍ਰਸੰਨ। ਹੁਣ ਨਰਸਿੰਘ ਜਿਹੜੇ ਹਨ ਕਹਿੰਦੇ ਬੜੇ ਖੁਸ਼ ਹੋਏ, ਜੋ ਆਪਣੇ ਭਗਤਾਂ ਦੀ ਭਗਤੀ ਨੂੰ ਦੇਖ ਕੇ ਉਹ ਗੁਨਾਹ ਦੀ ਖਾਨ ਪਰਮੇਸ਼ਰ ਖੁਸ਼ ਹੋ ਗਏ ਜੀ। ਮ੍ਰਿਦੁਲ ਮਧੁਰ ਬੋਲੇ ਸੁਠਬਾਨੀ। ਉਸ ਵੇਲੇ ਬੜੀ ਮਿੱਠੀ ਆਵਾਜ਼ ਵਿੱਚ ਮਨੂ ਨਰਸਿੰਘ ਜੀ ਨੇ ਇਹ ਕਿਹਾ, ਸਦਾ ਅਚਲ ਸੁਖ ਦੋਨੋਂ ਲੋਕਾ। ਚੱਲ ਪ੍ਰਹਿਲਾਦ ਤੇਰੇ ਜਿਹੜਾ ਹਨ ਤੇਰੇ ਦੋਨੋਂ ਲੋਕ ਜਿਹੜੇ ਹਨ, ਇਹ ਜਿਹੜਾ ਲੋਕ ਤੇ ਪਰਲੋਕ ਤੇਰਾ ਜਿਹੜਾ ਹੈ ਅਚਲ ਰਹੇਗਾ। ਤੇਰਾ ਨਾ ਲੋਕ ਮੁੱਕੇਗਾ ਨਾ ਤੇਰਾ ਪਰਲੋਕ ਮੁੱਕੇਗਾ, ਅਚਲ ਰਹੇਗਾ, ਦੁਨੀਆ ਤੇ ਪ੍ਰਗਟ ਰਹੇਗਾ। ਹਮੇਸ਼ਾ ਹੀ ਤੂੰ ਦੁਨੀਆ ਤੇ ਪ੍ਰਗਟ ਹੀ ਰਹੇਗਾ। ਤੂੰ ਤੇਰਾ ਨਾ ਲੋਕ ਮੁੱਕਣਾ ਹੈ ਨਾ ਤੇਰਾ ਕਿਤੇ ਪਰਲੋਕ ਮੁੱਕੇਗਾ। ਇਹ ਦੋਨੇ ਦੁਨੀਆ ਤੇਰੀਆਂ ਸਾਖਸ਼ਾਤ ਹੋ ਕੇ ਤੂੰ ਇਹ ਦੋਵੇਂ ਦੁਨੀਆ ਵਿੱਚ ਵਿਚਰੇਗਾ। ਇਹ ਦੋਵੇਂ ਦੁਨੀਆ 'ਚ ਤੇਰਾ ਐਗਜ਼ਿਸਟੈਂਸ ਹਮੇਸ਼ਾ ਵਾਸਤੇ ਰਹੇਗਾ। ਨਿਰਸੰਦੇਹ ਹੋਇ ਭੋਗ ਅਸੋਕਾ। ਆ ਕਹਿੰਦਾ ਨਿਰਸੰਦੇਹ ਬਿਨਾ ਸ਼ੱਕ ਤੋਂ, ਕਹਿੰਦਾ ਜੋ ਤੇਰਾ ਭੋਗ ਹੈ, ਜੋ ਤੂੰ ਕਰਨਾ ਚਾਹੁੰਦਾ ਤੂੰ ਕਰੀ, ਤੈਨੂੰ ਕੋਈ ਨਹੀਂ ਹਟਾਏਗਾ। ਜਿਵੇਂ ਤੇਰੀ ਖੁਸ਼ੀ ਹੈ ਤੂੰ ਕਰੀ। ਸਭ ਦਾਨਵ ਕੋ ਹੋ ਭੁਵਾਲਾ। ਕਹਿਣ ਲਗੇ ਤੂੰ ਸਾਰੇ ਦਾਨਵ ਦੈਂਤਾਂ ਦਾ ਰਾਜਾ ਹੋਵੇਂਗਾ। ਕਰੋ ਰਾਜ ਬੈਸੇ ਚਿਰਕਾਲਾ। ਕਹਿਣ ਲਗੇ ਤੂੰ ਇੱਥੇ ਬੈਠ ਕੇ ਹੁਣ ਰਾਜ ਕਰੀ ਬੜੇ ਚਿਰ ਤੱਕ, ਦੈਂਤਾਂ ਤੇ ਰਾਜ ਕਰੀ, ਤੇਰਾ ਰਾਜ ਰਹੇਗਾ ਚਿਰਕਾਲ ਤੱਕ। ਸਰਬ ਸਿਰੋਮਣ ਭਗਤ ਹਮਾਰਾ। ਕਹਿਣ ਲਗੇ ਤੂੰ ਸਭ ਤੋਂ ਸ਼੍ਰੋਮਣੀ ਮੇਰਾ ਭਗਤ ਹੈ, ਸਭ ਤੋਂ ਜਿਹੜਾ ਹੈ ਸੁਪਰੀਮ ਭਗਤ ਤੂੰ ਹੈ। ਛੁਐ ਨ ਸਕਹਿ ਮਦ ਮਾਨ ਵਿਕਾਰਾ। ਕਹਿਣ ਲਗੇ ਤੈਨੂੰ ਕਿਤੇ ਵੀ ਜਿਹੜਾ ਹੈ ਛੋ ਨਹੀਂ ਸਕੇਗਾ ਹੰਕਾਰ ਤੇ ਮਾਨ ਤੇ ਜਿਹੜੇ
ਵਿਕਾਰ ਨੇ, ਇਹ ਤੈਨੂੰ ਟੱਚ ਨਹੀਂ ਕਰ ਸਕਣਗੇ ਸਾਰੀ ਉਮਰ। ਸੁਨ ਇਵ ਬਚ ਜੋ ਕਹੇ ਜਗ ਨਾ ਥਾ। ਜਦੋਂ ਐਸੇ ਜਿਹੜੇ ਬਚਨ ਮੈਂ ਸੁਣੇ ਸ੍ਰੀ ਨਰ ਸਿੰਘ ਰੂਪ ਤੋਂ, ਪ੍ਰਹਿਲਾਦ ਜੀ ਕਹਿੰਦੇ ਬੋਲਿਓ ਮੈਂ ਨਾਏ ਪਗ ਮਾਥਾ। ਮੈਂ ਉਹਨਾਂ ਦੇ ਚਰਨਾਂ ਤੇ ਮੱਥਾ ਰੱਖ ਕੇ ਮੈਂ ਬੇਨਤੀ ਕੀਤੀ। ਮਮ ਪਿਤ ਅਤ ਸੈ ਅਗੀ ਮਲੀਨਾ। ਕਹਿਣ ਲੱਗੇ ਦੇਖੋ ਜਿਹੜਾ ਹੈ ਨਰ ਸਿੰਘ ਜੀ ਨੂੰ ਕਹਿੰਦੇ ਹਨ, ਹੇ ਪ੍ਰਭੂ ਮੇਰਾ ਪਿਤਾ ਜਿਹੜਾ ਸੀ ਨਾ ਹਰਨਾਕਸ਼, ਕਹਿੰਦੇ ਉਹ ਵੱਡਾ ਪਾਪੀ ਸੀਗਾ, ਬਹੁਤ ਵੱਡਾ ਪਾਪੀ ਸੀ। ਉਹਨੇ ਬੜੇ ਪਾਪ ਕੀਤੇ ਤੇ ਬੜਾ ਮਲੀਨ ਖਿਆਲਾਂ ਵਾਲਾ, ਭੈੜੇ ਖਿਆਲਾਂ ਵਾਲਾ ਸੀ। ਨਿੰਦਕ ਹੋਏ ਦਰੋਹ ਤੁਮ ਕੀਨਾ। ਕਹਿਣ ਲੱਗੇ ਉਹਨਾਂ ਨੇ ਤੁਹਾਡੀ ਨਿੰਦਿਆ ਕੀਤੀ, ਤੁਹਾਡੇ ਨਾਲ ਧੋਖਾ ਕੀਤਾ, ਤੁਹਾਡੀ ਪਿੱਠ ਤੇ ਵਾਰ ਕੀਤਾ। ਕਹਿੰਦੇ ਉਹ ਬੜਾ ਨਿੰਦਕ ਵੀ ਸੀਗਾ। ਕਹਿਣ ਲੱਗੇ ਬੜਾ ਜਿਹੜਾ ਹੈ ਉਹਨੇ ਜਿਹੜਾ ਹੈ ਬੜੇ ਉਦਰਪ ਕੀਤੇ, ਕਿਉਂਕਿ ਤੁਹਾਡੇ ਪਿੱਠ ਤੇ ਵੀ ਉਹਨੇ ਕਈ ਵਾਰੀ ਵਾਰ ਕਰਨ ਦੀ ਕੋਸ਼ਿਸ਼ ਕੀਤੀ। ਦੀਨ ਦਿਆਲ ਇਸ ਕੀ ਗਤ ਕੀਜੈ। ਪਰ ਕਹਿੰਦੇ ਹੇ ਦੀਨ ਦਿਆਲ, ਗਰੀਬਾਂ ਤੇ ਦਇਆ ਦੇ ਘਰ, ਹੇ ਪਰਮੇਸ਼ਰ ਮੇਰੇ ਪਿਤਾ ਦੀ ਵੀ ਗਤੀ ਕਰ ਦਿਓ, ਮੇਰੇ ਪਿਤਾ ਹਰਨਾਕਸ਼ ਨੂੰ ਵੀ ਬਖਸ਼ ਲਓ, ਉਹਨਾਂ ਨੂੰ ਵੀ ਮੁਕਤੀ ਦੇ ਦਿਓ। ਸਭ ਅਪਰਾਧ ਬਖਸ਼ ਕਰ ਦੀਜੈ। ਸਾਰੇ ਉਹਨਾਂ ਦੇ ਅਪਰਾਧ, ਉਹਨਾਂ ਦੀਆਂ ਗਲਤੀਆਂ, ਪਾਪ ਤੁਸੀਂ ਮੁਆਫ ਕਰ ਦਿਓ, ਤੁਸੀਂ ਉਹਨਾਂ ਨੂੰ ਫੋਰਗਿਵ ਕਰ ਦਿਓ। ਤੁਮ ਸੋ ਕੀਨ ਵਿਰੋਧ ਮਲੀਨੇ। ਕਹਿਣਗੇ ਜੋ ਉਹਨਾਂ ਨੇ ਤੁਹਾਡੇ ਨਾਲ ਜਿਹੜਾ ਹੈ ਮਲੀਨ ਬੁੱਧੀ ਕਰਕੇ ਜੋ ਵੈਰ ਕਮਾਇਆ ਹੈ, ਕਹੇ ਕੋ ਬਚਨ ਕੁਟਿਲ ਮਤ ਹੀਨੇ। ਜਿਹੜੇ ਤੁਹਾਨੂੰ ਭੈੜੇ ਉਹਨਾਂ ਨੇ ਬਚਨ ਵਰਤੇ, ਕੁਟਿਲਤਾ ਜਿਹੜੀ ਹੈ, ਭੈੜੀ ਜਿਹੜੀ ਬਿਰਤੀ ਰੱਖੀ, ਤੇ ਜਿਹੜਾ ਹਨ ਸੋ ਇਹ ਸਾਰੇ ਜਿਹੜਾ ਮਤਹੀਨੇ ਹੋਣ ਕਰਕੇ, ਉਹਨ ਹੰਕਾਰ ਕਰਕੇ ਉਹਨਾਂ ਦੀ ਮਤ ਮਾਰੀ ਗਈ ਸੀ। ਸਭ ਔਗਣ ਮੈਂ ਪੂਰਨ ਪਾਪੀ। ਕਹਿਣ ਲੱਗੇ ਸਾਰੇ ਔਗਣਾ ਕਰਕੇ ਉਹ ਪੂਰਨ ਪਾਪੀ ਸੀਗਾ ਮੇਰਾ ਪਿਤਾ। ਮੈਂ ਜਾਣਦਾ ਹਾਂ, ਪ੍ਰਹਿਲਾਦ ਕਹਿੰਦਾ ਮੇਰਾ ਪਿਤਾ ਜਿਹੜਾ ਸੀ ਪੂਰਨ ਪਾਪੀ ਸੀਗਾ, ਉਹਦੇ ਵਿੱਚ ਇੱਕ ਵੀ ਐਸਾ ਪਾਪ ਨਹੀਂ ਸੀ ਜਿਹੜਾ ਉਹਨੇ ਨਾ ਕੀਤਾ ਹੋਵੇ। ਬਿਨਾ ਕਾਜ ਜਗ ਜੀਵ ਸੰਤਾਪੀ। ਬਿਨਾ ਕਾਜ, ਬਿਨਾ ਮਤਲਬ ਤੋਂ ਸਾਰੇ ਜਗ ਦੇ ਜੀਵਾਂ ਨੂੰ ਉਹਨੇ ਦੁਖੀ ਕਰਕੇ ਰੱਖਿਆ ਹੋਇਆ ਸੀ, ਸਾਰਿਆਂ ਤੇ ਪਾਪ ਕਰਦਾ ਸੀ, ਸਾਰਿਆਂ ਨੂੰ ਜਿਹੜਾ ਹੈ ਇਹ ਜਿਹੜਾ ਹੈ ਆਪਣੇ ਆਪ ਨੂੰ ਰੱਬ ਬਣਾਉਣ ਵਾਸਤੇ ਕਿੰਨੇ ਉਹਨੇ ਜ਼ੁਲਮ ਕੀਤੇ ਲੋਕਾਂ ਤੇ। ਤੁਮਰੋ ਜਗ ਮੈਂ ਬਿਰਦ ਸੁਹਾਵਨ। ਪਰ ਕਹਿੰਦੇ ਫੇਰ ਵੀ ਹੇ ਪਰਮੇਸ਼ਰ ਤੇਰਾ ਬਿਰਦ, ਤੇਰਾ ਸੁਭਾਅ, ਤੇਰਾ ਕੈਰੈਕਟਰ ਜਿਹੜਾ ਹੈ ਹਮੇਸ਼ਾ ਬਖਸ਼ਣ ਵਾਲਾ ਹੈ। ਤੁਹਾਡਾ ਕੈਰੈਕਟਰ ਤਾਂ ਸਭ ਤੋਂ ਚੰਗਾ ਹੈ, ਤੁਸੀਂ ਫੇਰ ਵੀ ਵੱਡੇ ਤੋਂ ਵੱਡੇ ਪਾਪੀ ਨੂੰ ਵੀ ਬਖਸ਼ਣ ਵਾਲੇ ਹੋ। ਦੀਨ ਨਿਵਾਜ ਪਤਿਤ ਕੇ ਪਾਵਨ। ਹੇ ਦੀਨ ਨਿਵਾਜ, ਹੇ ਗਰੀਬਾਂ ਨੂੰ ਨਿਵਾਜਣ ਵਾਲੇ, ਪਤਿਤਾਂ ਨੂੰ ਪਾਵਨ ਕਰਨ ਵਾਲੇ, ਹੇ ਪਰਮੇਸ਼ਰ। ਸ਼ਿਮਾ ਧਾਰ ਦੀਜੈ ਤਿਹ ਮੋਖਾ। ਸ਼ਿਮਾ ਧਾਰ, ਕਿਰਪਾ ਦੇ ਘਰ ਵਿੱਚ ਆਓ, ਮੁਆਫੀ ਦਿਓ, ਫੋਰਗਿਵ ਕਰਿਓ। ਇਹ ਜਿਹੜੀ ਹੈ, ਇਹ ਜਿਹੜੀ ਫੋਰਗਿਵਨੈਸ ਦੇ ਕੇ ਉਹਨੂੰ ਮੁਕਤੀ ਦਿਓ ਮੇਰੇ ਪਿਤਾ ਨੂੰ। ਇੱਕ ਨਾ ਗੁਨਿਆ ਮਨ ਮੈਂ ਦੋਖਾ। ਦੇਖੋ ਭਾਵੇਂ ਉਹਨਾਂ ਵਿੱਚ ਇੱਕ ਵੀ ਗੁਣ ਨਹੀਂ ਸੀਗਾ, ਸਾਰੇ ਔਗਣੇ ਸੀ ਉਹਨਾਂ ਵਿੱਚ। ਸ੍ਰੀ ਨਰ ਸਿੰਘ ਕਿਰਪਾ ਰਸ ਭੀਨੇ। ਉਸ ਵੇਲੇ ਸ੍ਰੀ ਜੋ ਮਾਇਆ ਦਾ ਪਤੀ ਨਰ ਸਿੰਘ ਅਵਤਾਰ ਕਿਰਪਾ ਦੇ ਘਰ ਵਿੱਚ ਆ ਗਿਆ। ਇਹ ਬੇਨਤੀ ਜਦੋਂ ਸੁਣੀ ਪ੍ਰਹਿਲਾਦ ਦੀ ਨਾ, ਬਹੁਤ ਉਹ ਕਿਰਪਾ ਦੇ ਘਰ ਵਿੱਚ ਆ ਗਿਆ ਜੀ। ਬੋਲੇ ਬਿਗਸਤ ਬਚਨ ਪ੍ਰਬੀਨੇ। ਹੱਸਦਿਆਂ ਹੋਇਆ ਕਹਿੰਦੇ ਨਰ ਸਿੰਘ ਜੀ ਨੇ ਮੇਰੇ ਨਾਲ ਇਹ ਬਚਨ ਕੀਤੇ ਜੋ ਸਿਆਣੇ ਹਨ। ਜਿਹੇ ਕੁਲ ਜਨਮਿਓ ਤੂੰ ਮਮ ਦਾਸਾ। ਕਹਿਣ ਲੱਗੇ ਦੇਖ ਪ੍ਰਹਿਲਾਦ, ਜਿਹੜੀ ਕੁਲ ਵਿੱਚ ਤੇਰੇ ਵਰਗਾ ਮੇਰਾ ਭਗਤ ਜੰਮਿਆ ਹੋਵੇ, ਭਗਤ ਕੀਨ ਦ੍ਰਿੜ ਲਖਿਓ ਨਾ ਤਰਾਸਾ। ਜਿਨ੍ਹਾਂ ਨੇ ਭਗਤੀ ਕੀਤੀ, ਦ੍ਰਿੜ ਹੋ ਕੇ, ਪੱਕੀਆਂ ਹੋ ਕੇ ਵਿਸ਼ਵਾਸ ਕੀਤਾ, ਤੇ ਪਰ ਜਿਹੜਾ ਆਪਣੇ ਮਨ ਨੂੰ ਡੁਲਾਇਆ ਨਹੀਂ, ਤੇ ਕੋਈ ਵੀ ਡਰ ਨਹੀਂ ਆਪਣੇ ਮਨ ਤੱਕ ਲਿਆਉਣ ਦਿੱਤਾ ਕਿਸੇ ਪਾਸੇ ਤੋਂ ਨਾ, ਜਿਹੜਾ ਮੇਰਾ ਭਗਤ ਡਰਿਆ ਹੋਵੇ। ਉਹ ਸੰਦੇਹ ਤੇ ਪਤ ਗਤ ਕਾਰੇ। ਕੋਈ ਸ਼ੱਕ ਹੈ ਕਿ ਉਹਦੇ ਪਿਤਾ ਨੂੰ ਗਤੀ ਨਹੀਂ ਮਿਲੇਗੀ? ਜਿਹਦਾ ਪੁੱਤਰ ਤੇਰੇ ਵਰਗਾ ਹੋਵੇ, ਕਹਿੰਦੇ ਉਹਦੇ ਪਿਤਾ ਨੂੰ ਮੁਕਤੀ ਕਿਉਂ ਨਹੀਂ ਮਿਲੇਗੀ? ਉਹ ਤਾਂ ਜਿਹੜਾ ਮੁਕਤ ਹੋਇਆ ਹੀ ਹੋਇਆ ਹੈ, ਕਿਉਂਕਿ ਤੂੰ ਉਹਦੇ ਘਰ 'ਚ ਜਨਮ ਲੈ ਲਿਆ, ਤੇ ਜਿਹੜਾ ਹੈ ਉਹਨੇ ਤੇਰੇ ਪਿਤਾ ਅਖਾਉਣ ਦਾ ਮਾਣ ਪ੍ਰਾਪਤ ਕੀਤਾ। ਕਹਿੰਦੇ ਇਸ ਕਰਕੇ ਕੋਈ ਸੰਦੇਹ ਨਹੀਂ ਕਿ ਉਹਦੀ ਗਤੀ ਮੁਕਤੀ ਨਾ ਹੋਵੇ। ਜਗ ਸਾਗਰ ਕੁਲ 21 ਸਿਤਾਰੇ। ਦੇਖੋ ਤੂੰ ਕੀ ਗੱਲ ਕਰਦਾ ਪ੍ਰਹਿਲਾਦ, ਤੇਰੀਆਂ 21 ਕੁੱਲਾਂ ਤਰਨਗੀਆਂ। ਤੂੰ ਇੱਕ ਕੁਲ ਦੀ ਕੀ ਗੱਲ ਕਰਦਾ? ਤੇਰੀਆਂ 21 ਕੁੱਲਾਂ ਦਾ ਜਿਹੜਾ ਤਰਨਾ ਹੋਵੇਗਾ। ਅਸ ਕਹਿ ਦੀਨ ਰਾਜ ਅਬ ਖੇਕਾ। ਕਹਿਣ ਲੱਗੇ ਅਸ ਕਹਿ, ਇਹ ਬਚਨ ਕਰਕੇ ਨਰ ਸਿੰਘ ਜੀ ਨੇ ਉਸ ਵੇਲੇ ਮੇਰਾ ਰਾਜ ਤਿਲਕ ਦਿੱਤਾ, ਮੇਰਾ ਅਭਿਸ਼ੇਕ ਕੀਤਾ। ਮੈਨੂੰ ਜਿਹੜਾ ਹੈ ਉਸਨਾਂ ਨੇ ਜਿਹੜਾ ਹੈ ਥਰੋਨ ਜਿਹੜਾ ਸੀ ਮੇਰੇ ਪਿਤਾ ਦਾ, ਉਹਨਾਂ ਨੇ ਮੈਨੂੰ ਦਿੱਤਾ, ਮੈਨੂੰ ਰਾਜਾ ਬਣਾਇਆ। ਕਿਰਪਾ ਧਾਰ ਮੁਝ ਸਹਿਤ ਵਿਵੇਕਾ। ਤੇ ਕਿਰਪਾ ਧਾਰ, ਬੜੀ ਕਿਰਪਾ ਮੇਰੇ ਤੇ ਕਰਕੇ, ਤੇ ਮੈਨੂੰ ਬੜਾ ਗਿਆਨ ਦੀ ਬਖਸ਼ਿਸ਼ ਉਹਨਾਂ ਨੇ ਕੀਤੀ ਮੇਰੇ ਉੱਤੇ। ਬਹੁਰੋ ਸ੍ਰੀ ਨਰ ਸਿੰਘ ਮਹਾਨਾ। ਉਸ ਤੋਂ ਬਾਅਦ ਸ੍ਰੀ ਨਰ ਸਿੰਘ ਜੀ ਜੋ ਮਹਾਨ ਹਨ, ਸਭ ਦੇਖਤ ਪੇ ਅੰਤਰ ਧਿਆਨਾ। ਲੋਕਾਂ ਦੇ ਦੇਖਦਿਆਂ, ਸਾਰਿਆਂ ਦੇ ਦੇਖਦਿਆਂ ਇਨਵਿਜ਼ੀਬਲ ਹੋ ਗਏ। ਬਸ ਉੱਥੋਂ ਬਸ ਇਸ ਤਰ੍ਹਾਂ ਹੀ ਇਨਵਿਜ਼ੀਬਲ ਹੋ ਗਏ ਜੀ। ਸੋ ਪ੍ਰਭ ਅਬ ਕਾਲ ਮਝਾਰਾ। ਸੋ ਪ੍ਰਭ ਅਬ ਕਹਿਣ ਲੱਗੇ ਉਹ ਜਿਹੜਾ ਸਮਾਂ ਸੀ ਜਿਹੜਾ ਮੈਂ ਤੁਹਾਨੂੰ ਦੱਸਿਆ ਸਤਯੁਗ ਵਾਲਾ। ਸੋ ਪ੍ਰਭ ਕਹਿੰਦੇ ਉਹੀ ਪ੍ਰਭੂ, ਉਹੀ ਪਰਮਾਤਮਾ ਅੱਜ
ਕਲੀ ਕਾਲ ਕਲਯੁਗ ਦੇ ਸਮੇਂ ਦੇ ਵਿੱਚ ਭਗਤ ਸਰੂਪ ਧਰਿਓ ਅਵਤਾਰਾ। ਭਗਤ ਭਗਤੀ ਦਾ ਸਰੂਪ ਬਣ ਕੇ ਉਹ ਅਵਤਾਰ ਧਾਰ ਕੇ ਆਇਆ ਹੈ ਫਿਰ ਕਲਯੁਗ ਦੇ ਵਿੱਚ। ਨਰ ਮਲੀਨ ਅਗ ਪੀਨ ਨਿਹਾਏ। ਕਿਉਂ ਆਇਆ? ਪਰਮੇਸ਼ਰ ਆਪ ਆਪਣਾ ਇੱਕ ਮਨੁੱਖਾ ਸਰੀਰ ਧਾਰਨ ਕਰਕੇ ਗੁਰੂ ਨਾਨਕ ਦੀ ਗੱਲ ਕਰ ਰਿਹਾ ਹੈ। ਪ੍ਰਹਲਾਦ ਕਹਿਣ ਲੱਗੇ ਦੇਖ ਅੱਜ ਹੁਣ ਕਲਯੁਗ ਦੇ ਸਮੇਂ ਵਿੱਚ ਆਪ ਉਹ ਪਰਮਾਤਮਾ ਸਰੂਪ ਧਾਰ ਕੇ ਆਇਆ, ਇੱਕ ਹਿਊਮਨ ਦਾ ਸਰੂਪ ਧਾਰਨ ਕੀਤਾ। ਉਹ ਸਰੂਪ ਨਹੀਂ ਕਹਿੰਦੇ ਭਗਤ ਦਾ ਸਰੂਪ ਹੀ ਹੈ, ਉਹ ਭਗਤੀ ਦਾ ਸਰੂਪ ਧਾਰਨ ਕੀਤਾ। ਨਰ ਮਲੀਨ ਜਿਹੜੇ ਨਰ ਨੇ, ਜਿਹੜੇ ਬੰਦੇ ਨੇ ਦੁਨੀਆ ਦੇ ਪਾਪੀ ਨੇ, ਗੰਦੇ ਨੇ, ਮੈਲੇ ਨੇ, ਜਿਹੜਾ ਹਨ ਕਿਹਦੇ ਕਰਕੇ ਮੈਲੇ ਨੇ? ਕਿਉਂਕਿ ਪਾਪ ਕਰਦੇ ਨੇ। ਕਹਿੰਦੇ ਪੀਨ ਨਿਹਾਰੇ ਉਹਨਾਂ ਦੀਆਂ ਪੀੜਾਂ ਨੂੰ ਦੇਖ ਕੇ ਨਹਿ ਬਤਾਵਨ ਪੰਥ ਸੁਖਾਰੇ। ਉਹਨਾਂ ਨੂੰ ਚੰਗਾ ਪੰਥ ਚੰਗਾ ਰਸਤਾ ਪਰਮੇਸ਼ਰ ਨੂੰ ਮਿਲਣ ਦਾ ਦੱਸਣ ਵਾਸਤੇ। ਦਾਸ ਜਾਨ ਮੁਝ ਦਰਸ਼ਨ ਦੀਨਾ। ਤੇ ਮੈਨੂੰ ਆਪਣਾ ਦਾਸ, ਪ੍ਰਹਿਲਾਦ ਕਹਿੰਦਾ ਮੈਨੂੰ ਆਪਣਾ ਦਾਸ ਸੇਵਕ ਜਾਣ ਕੇ ਮੇਰੇ ਕੋਲ ਆ ਕੇ ਮੈਨੂੰ ਦਰਸ਼ਨ ਦਿੱਤੇ ਹਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ। ਉਹ ਪਰਮੇਸ਼ਰ ਆਪ ਆ ਕੇ ਮੈਨੂੰ ਬਖਸ਼ਣ ਵਾਸਤੇ ਆਇਆ। ਤਬ ਤਨ ਧਰ ਨਰ ਹਰ ਰਖ ਕੀਨਾ। ਤਬ ਉਸ ਵੇਲੇ ਸਤਯੁਗ ਵਿੱਚ ਨਰ ਸਿੰਘ ਰੂਪ ਹੋ ਕੇ ਮੇਰੀ ਰੱਖਿਆ ਜਿਹਨੇ ਕੀਤੀ। ਅੱਜ ਕਲਯੁਗ ਦੇ ਸਮੇਂ ਵਿੱਚ ਆਪ ਚੱਲ ਕੇ ਮੈਨੂੰ ਫੇਰ ਆ ਕੇ ਦਰਸ਼ਨ ਦਿੱਤੇ। ਮੋਹੇ ਸੰਗ ਇਮ ਭਾ ਬਿਰਤੰਤੇ। ਕਹਿਣ ਲੱਗੇ ਮੋਹੇ। ਪ੍ਰਹਲਾਦ ਕਹਿੰਦਾ ਜਿਹੜਾ ਹੈ ਉਹਨਾਂ ਨੇ ਆਪਣੀ ਸਟੋਰੀ ਸਮਾਪਤ ਕਰ ਰਿਹਾ ਹੈ। ਕਹਿੰਦਾ ਮੇਰੇ ਨਾਲ ਤਾਂ ਇਹ ਹਾਲ ਹੋਇਆ ਜੀ ਸਾਰਾ, ਜਿਹੜਾ ਭਾਈ ਬਾਲੇ ਨੇ ਪੁੱਛਿਆ ਸੀ। ਸੁਣੋ ਕਾਨ ਬਾਲੇ ਮਤਵੰਤੇ। ਕਹਿਣ ਲੱਗੇ ਸੁਣੋ ਜਿਹੜਾ ਹਨ ਕਾਨ, ਹੇ ਭਾਈ ਬਾਲਾ ਆਪਣੇ ਕੰਨਾਂ ਨਾਲ ਸੁਣ, ਮੇਰੀ ਤਾਂ ਸਟੋਰੀ ਇੱਥੇ ਸਮਾਪਤ ਹੈ। ਇਹ ਸਭ ਕੁਝ ਮੇਰੇ ਨਾਲ ਹੋਇਆ। ਸ੍ਰੀ ਅੰਗਦ ਸੁਣਿਐ ਮਨ ਲਾਈ। ਸ੍ਰੀ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਹਨ ਭਾਈ ਬਾਲਾ ਜੀ। ਕਹਿੰਦੇ ਭਾਈ ਬਾਲਾ ਕਹਿੰਦੇ ਪਾਤਸ਼ਾਹ ਜੀ ਗੁਰੂ ਅੰਗਦ ਦੇਵ ਜੀ ਸੁਣੋ ਹੁਣ। ਸੁਣੀ ਸਰਬ ਜਬ ਕਥਾ ਸੁਹਾਈ। ਜਦੋਂ ਇਹ ਸਾਰੀ ਕਥਾ ਅਸੀਂ ਸੁਣੀ ਆਪਣੇ ਕੰਨਾਂ ਦੇ ਨਾਲ ਪ੍ਰਹਿਲਾਦ ਦੇ ਆਪਣੇ ਮੂੰਹੋਂ, ਬੰਦ ਹੱਥ ਮੈਂ ਬੰਧਨ ਕੀਨੀ। ਮੈਂ ਉਸ ਵੇਲੇ ਹੱਥ ਬੰਨ ਲਏ ਪ੍ਰਹਿਲਾਦ ਦੇ ਅੱਗੇ, ਮੈਂ ਉਹਨਾਂ ਨੂੰ ਬੰਦਨਾ ਕੀਤੀ। ਮੈਂ ਪ੍ਰਹਿਲਾਦ ਜੀ ਨੂੰ ਮੱਥਾ ਟੇਕਿਆ। ਭਗਤਨ ਤੇ ਮਹਿਮਾ ਵਡ ਚੀਨੀ। ਕਹਿਣ ਲੱਗੇ ਭਗਤਾਂ ਤੇ ਮਹਿਮਾ ਵੱਡ ਚੀਨੀ। ਭਗਤ ਦੇ ਜਿਹੜੇ ਹਨ ਸਾਖੀ ਵਿੱਚੋਂ, ਭਗਤ ਦੇ ਜਿਹੜੇ ਐਕਸਪੀਰੀਅੰਸ ਦੇ ਵਿੱਚੋਂ, ਭਗਤ ਦੀ ਕਹਾਣੀ ਵਿੱਚੋਂ ਜੋ ਭਗਤ ਪ੍ਰਹਿਲਾਦ ਨੇ ਦੱਸੀ ਹੈ, ਮੈਂ ਪਰਮੇਸ਼ਰ ਦੀ ਬਹੁਤ ਹੀ ਮਹਿਮਾ ਜਾਣੀ ਵੀ ਕਿੰਨਾ ਗ੍ਰੇਟ ਪਰਮਾਤਮਾ ਹੈ, ਕਿੰਨਾ ਵੱਡਾ ਪਰਮਾਤਮਾ ਹੈ। ਕਿਤਕ ਕਾਲ ਸ੍ਰੀ ਗੁਰ ਤਹਿ ਪਾਸਾ। ਕਿਤਕ ਕਾਲ ਕੁਝ ਕੁ ਸਮਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉੱਥੇ ਰਹੇ ਪ੍ਰਹਿਲਾਦ ਜੀ ਕੋਲ। ਰਹਿ ਕਰ ਕੀਨੇ ਬਚਨ ਬਿਲਾਸਾ। ਉੱਥੇ ਰਹਿ ਕਰਕੇ ਬੜੇ ਬਚਨ ਬਿਲਾਸ ਕੀਤੇ ਪ੍ਰਹਿਲਾਦ ਜੀ ਦੇ ਨਾਲ। ਪਰਸਪਰ ਦੋਹੇ ਦਿਸ ਬੰਧਨ। ਫਿਰ ਜਦੋਂ ਮਹਾਰਾਜ ਜੀ ਚੱਲਣ ਲੱਗੇ ਨਾ, ਪ੍ਰਹਿਲਾਦ ਨੇ ਗੁਰੂ ਨਾਨਕ ਸਾਹਿਬ ਨੂੰ ਮੱਥਾ ਟੇਕਿਆ। ਗੁਰੂ ਨਾਨਕ ਸਾਹਿਬ ਜੀ ਪ੍ਰਹਿਲਾਦ ਅੱਗੇ ਝੁਕੇ, ਕਿਉਂਕਿ ਭਗਤ ਜਿਹੜਾ ਹੈ ਪਰਮੇਸ਼ਰ ਦਾ ਪਿਆਰਾ ਹੈ। ਅਗਰਜ ਗਮਨੇ ਦੋਖ ਨਿਕੰਦਨ। ਤੇ ਫਿਰ ਗੁਰੂ ਨਾਨਕ ਸਾਹਿਬ ਜੀ ਅੱਗੇ ਗਏ। ਹੁਣ ਉੱਥੋਂ ਜਿਹੜਾ ਹੈ ਉਸ ਸਥਾਨ ਤੋਂ ਛੱਡ ਕੇ ਹੁਣ ਅੱਗੇ ਗਏ। ਜੋ ਦੋਖ, ਜੋ ਪਾਪਾਂ ਨੂੰ, ਦੁੱਖਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਹਨ। ਸੋ ਇਹ ਜਿਹੜੀ ਹੈ ਭਗਤ ਪ੍ਰਹਿਲਾਦ ਦੀ ਜਿਹੜਾ ਅਧਿਆਇ ਹੈ ਇੱਥੇ ਸਮਾਪਤ ਹੋਇਆ। ਇੱਥੇ ਸਾਰੀ ਭਗਤ ਪ੍ਰਹਿਲਾਦ ਦੀ ਜੋ ਸਾਖੀ ਹੈ ਉਹ ਆਪ ਜੀ ਨੇ ਸੁਣੀ ਹੈ। ਇਹਦੇ ਵਿੱਚ ਕਿੰਨਾ ਗਿਆਨ, ਕਿੰਨਾ ਜਿਹੜਾ ਹੈ ਦੇਖੋ, ਇਹ ਜੀ ਸਾਖੀ ਆਪਾਂ ਕਿਤੇ ਨਹੀਂ ਸੁਣੀ ਹੋਊਗੀ ਇੰਨੇ ਡਿਟੇਲ ਦੇ ਵਿੱਚ, ਤੇ ਇੰਨੇ ਜਿਹੜੇ ਪ੍ਰਮਾਣਾਂ ਦੇ ਨਾਲ ਆਤਮ ਗਿਆਨ ਵੀ ਇਹਦੇ ਵਿੱਚ ਦੱਸਿਆ ਗਿਆ। ਸੋ ਇਸ ਕਰਕੇ ਵੱਡੇ ਭਾਗਿਆ ਵਾਲੇ ਹਾਂ ਆਪਾਂ ਜਿਨ੍ਹਾਂ ਨੂੰ ਇਹ ਕਥਾ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਕਿਤਕ ਕਾਲ ਸ੍ਰੀ ਗੁਰ ਤਹਿ ਪਾਸਾ। ਰਹਿ ਕਰ ਕੀਨੇ ਬਚਨ ਬਿਲਾਸਾ। ਕਰੀ ਪਰਸ ਪਰ ਦੋਹੇ ਦਿਸ ਬੰਦਨਾ। ਅਗਰਜ ਗਮਨੇ ਦੋਖ ਨਿਕੰਦਨਾ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਪ੍ਰਹਿਲਾਦ ਪ੍ਰਸੰਗ ਵਰਣਨੰ ਨਾਮ 59 ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।